ਹਾਂਜੀ ਹਾਂਜੀ। ਜਿਸ ਦਿਨ ਤੋਂ ਤੁਸੀਂ ਦੱਸਿਆ ਸੀ ਨਾ ਵੀ ਮੰਗਲਵਾਰ ਨੂੰ ਇਹ ਗੁਰੂ ਅੰਗਦ ਦੇਵ ਜੀ ਦਾ ਗੁਰਪੁਰਬ ਹੈ, ਸੋ ਜਿਹੜੀਆਂ ਮਨ ਵਿੱਚ ਤਰੰਗਾਂ ਈਵਨ ਕੰਮ ਤੇ ਵੀ ਗਿਆ, ਉੱਥੇ ਵੀ ਇਹ ਚਾਹਤ ਸੀ ਵੀ ਇਹ ਜਿਹੜਾ ਪ੍ਰੋਗਰਾਮ ਆ ਜਾਗ ਮਨਾਉਣਾ, ਆਹ ਕਰਨਾ ਬਹੁਤ ਹੀ ਮਨ ਜਿਹੜੀ ਉਤਸ਼ਾਹ ਜਿਹਾ ਬਣਿਆ ਰਿਹਾ, ਉਹਦਾ ਆਨੰਦ ਬੜਾ ਆਇਆ ਜੀ। ਜਿਹੜੇ ਕੁਦਰਤੀ ਆਨੰਦ ਜਿਹਾ ਉਹ ਮੈਨੂੰ ਬਹੁਤ ਹੀ 2-3 ਦਿਨ ਇੰਨਾ ਜਿਹਦਾ ਨਸ਼ਾ ਜਿਹਾ ਉਸ ਕੰਮ ਦਾ ਰਿਹਾ ਜੀ, ਉਹ ਮੈਨੂੰ ਬਹੁਤ ਹੀ ਪਿਆਰਾ ਲੱਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਵਾਰ। ਹਾਂਜੀ ਅੰਕਲ ਜੀ, ਤੁਹਾਡਾ ਬਹੁਤ ਧੰਨਵਾਦ ਜੀ, ਸ਼ੁਕਰ ਵਾਹਿਗੁਰੂ ਜੀ ਦਾ। ਤੇ ਓਕੇ ਜੀ, ਆਪ ਜੀ ਵਾਸਤੇ ਇੱਕ ਨਿਊਜ਼ ਹੈ ਕਿ ਨੈਕਸਟ ਜੋ ਕਮਿੰਗ ਟਿਊਜ਼ਡੇ ਹੈ, ਮਈ 25 ਨੂੰ ਵੀ ਇੱਕ ਗੁਰਪੁਰਬ ਆ ਰਿਹਾ ਹੁਣ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ। ਹਾਂਜੀ। ਤੇ ਆਪਾਂ ਦੇਖੋ ਇੱਕ ਸ਼ਬਦ ਵਰਤਦੇ ਹਾਂ ਕੁਛ ਜ਼ਿੰਦਗੀ ਦੇ ਵਿੱਚ, ਕਿ ਇੱਕ ਸ਼ਬਦ ਵਰਤਿਆ ਜਾਂਦਾ ਹੈ ਫਾਰਚੂਨੇਟਲੀ, ਖੁਸ਼ਕਿਸਮਤ ਦੇ ਨਾਲ। ਇੱਕ ਸ਼ਬਦ ਵਰਤਿਆ ਜਾਂਦਾ ਓਪੋਰਚੁਨਿਟੀ, ਸਾਨੂੰ ਮੌਕੇ ਮਿਲਦੇ ਨੇ ਜੀ। ਅੱਜ ਮੈਂ ਬੱਚਿਆਂ ਦੀ ਕਲਾਸ ਦੇ ਨਾਲ ਦਿਨ ਵੇਲੇ ਜੋ ਕਲਾਸ ਸੀ ਉਹਦੇ 'ਚ ਉਹਨਾਂ ਨਾਲ ਸ਼ੇਅਰ ਕਰ ਰਿਹਾ ਸੀ ਕਿ ਜਿਹੜੀ ਮੋਟੀਵੇਸ਼ਨਲ ਵੇਵ ਹੁੰਦੀ ਹੈ, ਕਿਸੇ ਵੱਲੋਂ ਪ੍ਰੇਰਨਾ ਦੀਆਂ ਤਰੰਗਾਂ, ਉਹ ਸਾਡੇ ਆਪਣੇ ਵੱਸ ਵਿੱਚ ਨਹੀਂ ਹੁੰਦਾ। ਉਹ ਜਿਹੜੇ ਚਾਂਸਸ ਹੁੰਦੇ ਨੇ ਉਹ ਰੱਬ ਦੇ ਨਿਜ਼ਮ ਵਿੱਚ, ਉਹ ਲਾ ਆਫ ਨੇਚਰ ਕਹਿ ਲਓ, ਕੁਦਰਤ ਦੇ ਵਿੱਚੋਂ ਇਹ ਸਾਨੂੰ ਮਿਲਣੇ ਹੁੰਦੇ ਨੇ। ਪਰ ਇੱਕ ਸੱਚ ਹੈ ਕਿ ਜਿਸ ਨੂੰ ਪ੍ਰੇਰਨਾ ਮਿਲ ਗਈ, ਇੱਕ ਤਾਂ ਪ੍ਰੇਰਨਾ ਮਿਲ ਗਈ, ਇੱਕ ਜਿਸ ਮਨ ਨੇ ਪ੍ਰੇਰਨਾ ਲੈ ਲਈ, ਉੱਥੇ ਚੇਂਜ ਆਉਣੀ ਜਿਹੜੀ ਹੈ ਉਹ ਡੈਫੀਨੇਟਲੀ ਹੈ, ਉਹਦੇ ਵਿੱਚ ਜਿਹੜੀ ਕੁਛ ਨਾ ਕੁਛ ਬਦਲਾਵ ਆਏਗਾ। ਤੇ ਇਸ ਲਈ ਇਹ ਫੁਰਨਾ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਦਿੱਤਾ ਕਿ ਜੇ ਆਪਾਂ ਇੱਕ ਹਫ਼ਤਾ ਪਹਿਲਾਂ, ਯਾਨੀ ਜਿਹੜੇ ਸ਼ਨੀਚਰਵਾਰ ਦੀ ਕਲਾਸ ਹੈ ਉਸ ਵਿੱਚ ਆਪਾਂ ਪ੍ਰੇਰਨਾ ਦਿੰਦੇ ਹਾਂ, ਤੇ ਅੱਜ ਬੱਚੇ ਵੀ ਮੈਂ ਕੀ ਦੇਖਿਆ ਕਿ ਜਿਹੜੀ 1:30 ਤੇ ਕਲਾਸ ਹੈ, ਕੁਛ ਬੱਚਿਆਂ ਨੇ ਪਿਛਲੀ ਵਾਰ ਗੁਰਪੁਰਬ ਮਨਾਇਆ, ਆਪਣੀਆਂ ਫੋਟੋਆਂ ਭੇਜੀਆਂ, ਕੁਛ ਬੱਚਿਆਂ ਦੀਆਂ ਫੋਟੋਆਂ ਲੇਟ ਆਈਆਂ, ਕੁਛ ਬੱਚੇ ਫੋਟੋਆਂ ਨਹੀਂ ਭੇਜ ਸਕੇ। ਉਹ ਅੱਜ ਜਦੋਂ ਇੱਕ ਦੂਸਰੇ ਨੂੰ ਕਲਾਸ ਵਿੱਚ ਦੇਖਦੇ ਸੀ, ਇਹਨਾਂ ਦੀਆਂ ਫੋਟੋਆਂ ਵੀ ਇਹਨਾਂ ਦੀਆਂ ਫੋਟੋਆਂ, ਉਹਨਾਂ ਦੇ ਅੰਦਰੋਂ ਇੱਕ ਮੋਟੀਵੇਸ਼ਨਲ ਵੇਵ ਮਿਲਦੀ ਸੀਗੀ ਵੀ ਅਸੀਂ ਵੀ ਮਨਾਈਏ। ਤੇ ਆਪਣਾ ਸਾਰਿਆਂ ਦਾ ਇੱਕ ਫਰਜ਼ ਬਣਦਾ ਹੈ, ਦੇਖੋ ਪਹਿਲੀ ਤਾਂ ਰੱਬ ਦੀ ਬਖਸ਼ਿਸ਼ ਕਿ ਅੰਦਰੋਂ ਹੀ ਪ੍ਰੇਰਨਾ ਮਿਲੇ, ਉਹ ਤਾਂ ਰਹਿਮਤ ਹੀ ਰਹਿਮਤ ਹੈ, ਇੱਦਾਂ ਕਹਿ ਲਓ ਤਾਂ ਫਿਰ ਵਾਹਿਗੁਰੂ ਪਿਤਾ ਜੀ ਦੀ ਰਹਿਮਤ ਦੀ ਇੱਕ ਬਾਰਿਸ਼ ਹੋ ਰਹੀ ਹੈ। ਤੇ ਫਿਰ ਹੁੰਦਾ ਸਾਨੂੰ ਕੰਨਾਂ ਰਾਹੀਂ, ਅੱਖਾਂ ਰਾਹੀਂ ਕਿਤੋਂ ਪੜ੍ਹ ਕੇ ਦੇਖ ਕੇ ਪ੍ਰੇਰਨਾ ਮਿਲ ਜਾਵੇ, ਤਾਂ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸਾਡੇ ਤੇ ਇੱਕ ਤਰਸ ਹੁੰਦਾ ਹੈ। ਪਰ ਇਹ ਗੱਲ ਪੱਕੀ ਹੈ ਕਿ ਜਿਸ ਬਚਪਨ ਤੋਂ ਪ੍ਰੇਰਨਾ ਮਿਲੇਗੀ, ਉਹ ਨੀਂਹ ਪੱਕੀ ਹੋ ਜਾਏਗੀ। ਟੀਨਏਜ ਤੋਂ ਪ੍ਰੇਰਨਾ ਮਿਲੇਗੀ, ਨੀਂਹ ਪੱਕੀ ਹੋਏਗੀ। ਇਸ ਲਈ ਇਹ ਇੱਕ ਨਿਮਾਣਿਆ ਜਿਹਾ ਯਤਨ ਹੈ। ਆਉਣ ਵਾਲੇ ਸਮੇਂ ਦੇ ਵਿੱਚ 25 ਮਈ ਨੂੰ, ਅੱਜ ਸੈਟਰਡੇ ਹੈ, ਕਮਿੰਗ ਟਿਊਜ਼ਡੇ ਨੂੰ 25 ਮਈ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਜੀ। ਅੱਜ ਫਿਰ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਲਾਈਡ ਸ਼ੋਅ ਤੇ ਡਿਸਕਸ ਕਰਾਂਗੇ, ਤਾਂ ਕਿ ਸਾਡੇ ਅੰਦਰ ਇੱਕ ਪ੍ਰੇਰਨਾ ਜਾਗੇ। ਜਿਵੇਂ ਅੰਕਲ ਜੀ ਹੋਰਾਂ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਹੀ ਮਨ ਦੇ ਅੰਦਰ ਇੱਕ ਤੜਫ ਬਣ ਗਈ ਸੀ ਕਿ ਕੱਲ ਨੂੰ ਗੁਰੂ ਪਾਤਸ਼ਾਹ ਦਾ ਗੁਰਪੁਰਬ ਹੈ। ਦੇਖੋ ਇਹਦਾ ਮਤਲਬ ਗੁਰੂ ਪਾਤਸ਼ਾਹ ਸਾਡੀ ਮੱਤ ਵਿੱਚ ਵਸੇ ਨੇ, ਕਿਉਂਕਿ ਰੱਬ ਨੇ ਪ੍ਰੇਰਨਾ ਬਣ ਕੇ ਵਸਣਾ ਹੈ, ਰੱਬ ਨੇ ਅੰਦਰ ਫੁਰਨਿਆਂ ਵਿੱਚ ਵਸਣਾ ਹੈ, ਵਾਹਿਗੁਰੂ ਪਿਤਾ ਜੀ ਨੇ ਸਾਡੀ ਸੋਚ ਵਿੱਚ ਵਸਣਾ ਹੈ। ਤੇ ਸ਼ੁਕਰ ਵਾਹਿਗੁਰੂ ਜੀ ਦਾ, ਉਹਦੇ ਲਈ ਜਿੰਨੇ ਵੀ ਸਾਨੂੰ ਚਾਂਸਸ ਮਿਲਦੇ ਨੇ, ਜਿੰਨੀ ਸਾਨੂੰ ਕੋਈ ਓਪੋਰਚੁਨਿਟੀ ਮਿਲਦੀ ਹੈ, ਕਿਤੋਂ ਵੀ ਮੋਟੀਵੇਸ਼ਨਲ ਵੇਵ ਮਿਲਦੀ ਹੈ, ਇਹ ਕੁਦਰਤ ਦਾ ਇੱਕ ਨਿਜ਼ਮ ਹੈ। ਭਾਵ ਵਾਹਿਗੁਰੂ ਜੀ ਸਾਡੇ ਨੇੜੇ ਹੋ ਕੇ ਸਾਡੇ ਤੇ ਕਿਰਪਾ ਕਰ ਰਹੇ ਨੇ। ਹੁਣ ਸੁਰਿੰਦਰ ਆਵਾਜ਼ ਆ ਰਹੀ ਹੈ ਤੁਹਾਨੂੰ ਹੁਣ? ਸ਼ਾਇਦ ਉਧਰ ਨਹੀਂ ਆ ਰਹੀ। ਓਕੇ, ਹਾਂਜੀ ਹਾਂਜੀ। ਹੁਣ ਮੈਂ ਇੱਕ ਸਲਾਈਡ ਸ਼ੋ ਜਿਹੜਾ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜੀ। ਤੁਸੀਂ ਇੱਕ ਵਾਰੀ ਮੈਨੂੰ, ਇੱਕ ਮਿੰਟ ਜੀ, ਮੈਂ ਇਹਨੂੰ ਕਰ ਦੇਵਾਂ। ਇੱਕ ਵਾਰੀ ਹੱਥ ਖੜਾ ਕਰਕੇ ਦੱਸਣਾ ਜੀ ਸਲਾਈਡ ਦਿਸ ਰਹੀਆਂ ਜੀ, ਰੀਡੇਬਲ ਹੈ ਜੀ, ਰੀਡ ਹੋ ਰਹੀਆਂ? ਓਕੇ ਜੀ, ਧੰਨਵਾਦ ਜੀ। ਸ਼ੁਕਰ ਵਾਹਿਗੁਰੂ ਜੀ ਦਾ ਜੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆਪਾਂ ਮਨਾਉਣਾ ਹੈ ਟਿਊਜ਼ਡੇ ਨੂੰ, ਪਰ ਅੱਜ ਆਪਾਂ ਇਹ ਕਹਿ ਲਓ ਕਿ ਅਸੀਂ ਆਪਣੇ ਮਨ ਨੂੰ ਪ੍ਰੇਰਿਤ ਕਰ ਰਹੇ ਹਾਂ, ਪ੍ਰਪੇਅਰ ਕਰ ਰਹੇ ਹਾਂ ਕਿ ਇਹ ਮਨਾ ਮੇਰੇ ਗੁਰੂ ਪਾਤਸ਼ਾਹ ਦਾ
ਗੁਰਪੁਰਬ ਆ ਰਿਹਾ, ਤੂੰ ਤਿਆਰ ਹੋ ਜਾ। ਦੇਖੋ, ਇਹ ਗੁਰਪੁਰਬ ਮਨਾਉਣਾ ਦੋ ਤਰ੍ਹਾਂ ਦਾ ਹੈ। ਇੱਕ ਤਾਂ ਦੁਨੀਆ ਮਨਾਉਂਦੀ ਹੈ ਉਹਨੂੰ ਫੰਕਸ਼ਨ ਦੇ ਰੂਪ ਵਿੱਚ, ਉਹਦੀਆਂ ਕਿੰਨੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ, ਹੈ ਨਾ ਜੀ। ਉਹ ਦੇਖਿਆ ਜਾਵੇ ਤਾਂ ਜਦੋਂ ਫੰਕਸ਼ਨ ਦੇ ਰੂਪ ਵਿੱਚ ਗੁਰਪੁਰਬ ਮਨਾਇਆ ਜਾਂਦਾ, ਉਹ ਵੀ ਇੱਕ ਪ੍ਰੇਰਣਾ ਸਰੋਤ ਹੁੰਦਾ। ਤੇ ਆਪਾਂ ਆਪਣੇ ਘਰ ਵਿੱਚ ਗੁਰਪੁਰਬ ਮਨਾਉਣਾ ਹੈ, ਅਸੀਂ ਆਪਣੇ ਅੰਦਰ ਅੱਜ ਤੋਂ ਹੀ ਗੁਰਪੁਰਬ ਮਨਾਉਣਾ ਸ਼ੁਰੂ ਕਰ ਦੇਣਾ। ਜਿਵੇਂ ਇੱਕ ਪ੍ਰਬੰਧਕ ਫੰਕਸ਼ਨ ਕਰਨ ਵਾਸਤੇ ਤਿਆਰੀਆਂ ਕਰਦੇ ਨੇ, ਤੇ ਸਾਡੇ ਮਨ ਨੇ ਅੱਜ ਤੋਂ ਹੀ ਤਿਆਰੀਆਂ ਕਰਨੀਆਂ ਨੇ। ਕਾਸ਼ ਕਿਤੇ ਟਿਊਜ਼ਡੇ ਨੂੰ ਉੱਠਣ ਲੱਗਿਆ ਇਹ ਮਨ ਭੁੱਲ ਨਾ ਜਾਵੇ। ਇਹਦੇ ਲਈ ਮੈਂ ਇੱਕ ਸੁਝਾਅ ਵੀ ਦੇਣਾ ਚਾਹਾਂਗਾ, ਕੋਸ਼ਿਸ਼ ਕਰੋ ਕਿ ਜਿੰਨੇ ਵਜੇ ਸਵੇਰੇ ਆਪਾਂ ਤਿਆਰ ਹੁੰਨੇ ਆ, ਹਰ ਇੱਕ ਨੂੰ ਪਤਾ ਹੁੰਦਾ ਮੈਂ ਇੰਨੇ ਕੁ ਚਿਰ 'ਚ ਤਿਆਰ ਹੁੰਨਾ, ਉਹਦੇ ਤੋਂ 15-20 ਮਿੰਟ ਸਰਪਲਸ ਹੋ ਕੇ ਚੱਲੋ। ਨਹੀਂ ਤਾਂ ਕੀ ਹੋਏਗਾ, ਤੇਜ਼ੀ 'ਚ ਤਿਆਰ ਹੋਏ, ਤੇਜ਼ੀ 'ਚ ਨਿਕਲ ਗਏ, ਪਤਾ ਹੀ ਨਹੀਂ ਲੱਗਿਆ। 8-9 ਵਜੇ ਯਾਦ ਆਇਆ, ਓ ਮਾਈ ਗੋਡ ਅੱਜ ਤਾਂ ਗੁਰਪੁਰਬ ਸੀ। ਕਿਉਂਕਿ ਮਨ ਜਦੋਂ ਕਾਲਾਪਣ ਵਿੱਚ ਹੁੰਦਾ ਹੈ, ਇਹ ਅੰਦਰੋਂ ਪ੍ਰੇਰਿਤ ਨਹੀਂ ਹੁੰਦਾ, ਇਹ ਉਦੋਂ ਬਾਹਰ ਨੂੰ ਜਿਹੜਾ ਉਧਰ ਬਹੁਤ ਭੱਜਦਾ ਹੁੰਦਾ ਹੈ। ਇਸ ਲਈ ਸਵੇਰੇ ਸਵੇਰੇ ਸਹਿਜ ਦਾ ਬੀਜ ਬੀਜਣ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਣੇ ਸਕੈਜੂਅਲ ਦੇ ਵਿੱਚ ਘੱਟੋ ਘੱਟ 20 ਮਿੰਟ ਸਰਪਲਸ ਹੋ ਕੇ ਚੱਲੋ। ਫਿਰ ਹੋ ਸਕੇ ਤਾਂ ਰੱਬ ਦੀ ਯਾਦ ਦੇ ਵਿੱਚ, ਭਾਵੇਂ ਬਿਲਕੁਲ ਹੀ ਸਾਇਲੈਂਟ ਹੋ ਕੇ ਅਸੀਂ 5 ਮਿੰਟ ਜਦੋਂ ਬੈਠਾਂਗੇ ਤੇ ਅਸੀਂ ਮੈਂਟਲੀ ਪ੍ਰਪੇਅਰ ਹੋਵਾਂਗੇ। ਫਿਰ ਅਸੀਂ ਗੁਰਬਾਣੀ ਪੜਾਂਗੇ, ਜਿਹਨੂੰ ਸਹਿਜ ਪਾਠ ਕਹਿ ਲਓ, ਨਿਤਨੇਮ ਕਹਿ ਲਓ। ਉਸਨੇ ਫਿਰ ਸਾਡੇ ਅੰਦਰ ਇੱਕ ਸਹਿਜ ਦਾ ਬੀਜ ਬੀਜਣਾ ਹੈ। ਫਿਰ ਅਸੀਂ ਜਿੰਨਾ ਸਿੱਖਦੇ ਹਾਂ ਉਹਨੂੰ ਅਸੀਂ ਲਾਈਫ ਦੇ ਵਿੱਚ ਉਹਦੇ ਲਈ ਯਤਨ ਕਰਨਾ ਹੈ ਜੀ। ਤਾਂ ਅੱਜ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਿਹੜਾ ਗੁਰਪੁਰਬ 25 ਤਰੀਕ ਨੂੰ ਮਨਾਉਣਾ ਹੈ, ਇਹ ਉਸ ਦਿਨ ਮੰਗਲਵਾਰ ਹੈ ਜੀ। ਆਪਾਂ ਸੋਮਵਾਰ ਨੂੰ ਹੀ ਕੋਸ਼ਿਸ਼ ਕਰਨੀ, ਸਟਿੱਕੀ ਨੋਟ ਲਿਖ ਕੇ ਲਾ ਦਿਓ ਜਾਂ ਫਿਰ ਆਪਣੇ ਰਿਮਾਈਂਡਰ ਲਾ ਦਿਓ ਆਪਣੇ ਕਿਸੇ ਵੀ ਗੈਜਟਸ ਦੇ ਵਿੱਚ, ਕਿਸੇ ਵੀ ਸਾਡੀ ਡਿਵਾਈਸ ਦੇ ਵਿੱਚ ਉਹਦਾ ਰਿਮਾਈਂਡਰ ਲਾ ਲਵੋ, ਤਾਂ ਕਿ ਸਾਨੂੰ ਉਸ ਦਿਨ ਯਾਦ ਰਹਿ ਜਾਵੇ। ਹਾਂਜੀ, ਪਹਿਲੀ ਬਾਤ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋ ਪ੍ਰਕਾਸ਼ ਹੈ ਇਹ 1479 ਈਸਵੀ ਨੂੰ ਹੋਇਆ। ਕਿਉਂਕਿ ਹੁਣ ਸਾਰੇ ਵੱਡੀ ਉਮਰ ਦੇ ਨੇ, ਸਾਰੇ ਪਰਿਵਾਰ ਸਿਆਣੇ ਬੈਠੇ ਨੇ। ਥੋੜਾ ਜਿਹਾ ਆਪਣੇ ਮਾਈਂਡ ਵਿੱਚ ਕੈਲਕੂਲੇਟ ਕਰਿਓ ਕਿ 1469 ਈਸਵੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ, 79 ਨੂੰ ਗੁਰੂ ਅਮਰਦਾਸ ਸਾਹਿਬ ਜੀ ਦਾ, ਤੇ ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਕਿੰਨੀ ਸੀ? 10 ਸਾਲ। ਇਹਦਾ ਮਤਲਬ ਜਿਹੜਾ ਜਨੇਊ ਪਹਿਨਣ ਤੋਂ ਇਨਕਾਰ ਕੀਤਾ ਸੀ, ਉਦੋਂ ਅਗਲੇ ਸਾਲ। ਇਹ ਸਮੀਕਰਨ ਹਮੇਸ਼ਾ ਅਸੀਂ ਮੇਲ ਕੇ ਦੇਖੀਏ। ਤੇ ਇਸ ਵੇਲੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਹਾਲੇ ਪ੍ਰਕਾਸ਼ ਹੀ ਨਹੀਂ ਹੋਇਆ, ਜਾਨੀ ਤੀਸਰੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਉਸ ਵੇਲੇ 10 ਸਾਲ ਦੀ ਉਮਰ ਦੇ ਨੇ, ਤੇ ਨੈਚੁਰਲੀ ਹੈ ਹਾਲੇ ਉਹ ਗੁਰੂ ਪਾਤਸ਼ਾਹ ਦੇ ਕੌਤਕਾਂ ਦੀਆਂ ਗੱਲਾਂ ਹਾਲੇ ਬਾਸਰ ਕੇ ਪਿੰਡ ਵੱਲ ਹਾਲੇ ਨਹੀਂ ਪਹੁੰਚੀਆਂ। ਕਿਉਂਕਿ ਉਦੋਂ ਦੇ ਜਿਹੜੇ ਕੌਤਕ ਸਨ ਉਹ ਤਾਂ ਰਾਏ ਭੋਇੰ ਦੀ ਤਲਵੰਡੀ ਦੇ ਨੇੜੇ ਨੇੜੇ ਸਨ। ਹਾਲੇ 10 ਸਾਲ ਦੇ ਤਾਂ ਬੇਬੇ ਨਾਨਕੀ ਵਰਗੀਆਂ ਰੂਹਾਂ, ਫਿਰ ਰਾਏ ਬੁਲਾਰ ਜੀ ਵਰਗੀਆਂ ਰੂਹਾਂ, ਉਹਨਾਂ ਤੱਕ ਹਾਲੇ ਖਬਰਾਂ ਪਹੁੰਚੀਆਂ ਸੀ। ਪਿੰਡ ਤੋਂ ਬਾਹਰ ਦੀਆਂ ਖਬਰਾਂ ਤਾਂ ਪਿੰਡ ਤੋਂ ਬਾਹਰ ਤਾਂ ਖਬਰਾਂ ਉਦੋਂ ਪਹੁੰਚਦੀਆਂ ਨੇ ਜਦੋਂ ਸੁਲਤਾਨਪੁਰ ਲੋਧੀ ਕੌਤਕ ਕਰਨੇ ਸ਼ੁਰੂ ਕਰਦੇ ਨੇ। ਤਾਂ ਖੈਰ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਦੋਂ ਪ੍ਰਕਾਸ਼ ਹੁੰਦਾ ਹੈ ਉਸ ਵੇਲੇ ਮੈਂ ਬੇਨਤੀ ਕਰਾਂ ਪਲੀਜ਼ ਆਪਣੇ ਮਾਈਕ ਔਨ ਰੱਖੋ, ਮਾਈਕ ਆਫ ਰੱਖੋ ਜੀ। ਹਾਂਜੀ, ਮੈਂ ਕਰਤੇ ਜੀ ਆਫ। ਹਾਂਜੀ। ਤਾਂ ਜਦੋਂ 1479 ਨੂੰ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਉਸ ਵੇਲੇ 10 ਸਾਲ ਦੀ ਹੈ। ਤੇ ਇਹ ਜਿਹੜਾ ਪ੍ਰਕਾਸ਼ ਹੈ ਇਹ ਪਿੰਡ ਬਾਸਰ ਕੇ, ਇਹਨੂੰ ਬਾਸਰ ਕੇ ਗਿੱਲਾਂ ਵੀ ਕਹਿ ਦਿੰਦੇ ਆ। ਜਦੋਂ ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ, ਜੇ ਉੱਥੋਂ ਆਪਾਂ ਛੇਹਰਟਾ ਸਾਹਿਬ ਜਾਈਏ, ਖਾਲਸਾ ਕਾਲਜ ਵਾਲੇ ਪਾਸੇ ਦੀ ਛੇਹਰਟਾ ਸਾਹਿਬ, ਗੁਰੂ ਕੀ ਬਡਾਲੀ, ਫਿਰ ਅੱਗੇ ਬੀੜ ਬਾਬਾ ਬੁੱਢਾ ਜੀ, ਉਸ ਤੋਂ ਬਾਅਦ ਨੂਰਦੀਨ ਦੀ ਸਰਾਂ ਜਿੱਥੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦਾ ਜੰਗ ਹੋਇਆ, ਉਸ ਤੋਂ ਅੱਗੇ ਪਿੰਡ ਹੈ ਬਾਸਰ ਕੇ, ਨੂਰਦੀਨ ਦੀ ਸਰਾਂ ਦੇ ਕੋਲ। ਇਹ ਬਾਸਰ ਕੇ ਪਿੰਡ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ। ਤੇ ਨਾਲ ਇੱਕ ਮਾਈਂਡ 'ਚ ਕਰਕੇ ਰੱਖਿਓ ਕਿ ਚੌਥੇ ਪਾਤਸ਼ਾਹ ਦੇ ਨਾਨਕੇ ਨੇ ਇੱਥੇ, ਗੁਰੂ ਰਾਮਦਾਸ ਸਾਹਿਬ ਜੀ ਦੇ ਨਾਨਕੇ ਨੇ। ਜਦੋਂ ਚੌਥੇ ਪਾਤਸ਼ਾਹ ਜੀ ਦੀ 7 ਸਾਲ ਦੀ ਉਮਰ ਵਿੱਚ ਪਹਿਲਾਂ ਪਿਤਾ ਜੀ, ਫਿਰ ਉਸੇ ਸਾਲ ਮਾਤਾ ਜੀ ਚੜ੍ਹਾਈ ਕਰ ਜਾਂਦੇ ਨੇ। ਆਪਣੇ ਛੋਟੇ ਭਰਾ ਤੇ ਛੋਟੀ ਭੈਣ ਵਾਸਤੇ ਜ਼ਿੰਮੇਵਾਰੀਆਂ ਪੈ ਜਾਂਦੀਆਂ 7 ਸਾਲ ਦੀ ਉਮਰ 'ਚ। ਤੇ ਉਹਨਾਂ ਦੇ ਚੌਥੇ ਪਾਤਸ਼ਾਹ ਜੀ ਦੀ ਨਾਨੀ ਮਾਂ
ਇਹਨਾਂ ਨੂੰ ਬਾਸਰਕੇ ਪਿੰਡ ਲੈ ਕੇ ਆਉਂਦੀ ਹੈ ਚੌਥੇ ਪਾਤਸ਼ਾਹ ਨੂੰ। ਹੁਣੇ ਯਾਦ ਰੱਖਿਓ, ਇੱਥੇ ਬਾਸਰਕੇ ਪਿੰਡ ਵਿੱਚ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਭਾਈ ਜੇਠਾ ਜੀ ਦਾ ਮੇਲ ਹੁੰਦਾ ਚੌਥੇ ਪਾਤਸ਼ਾਹ ਦਾ। ਇਹ ਉਹ ਪਿੰਡ ਹੈ। ਜਦੋਂ ਵੀ ਕਿਤੇ ਮੌਕਾ ਮਿਲੇ ਉੱਥੇ ਜਾਣ ਦਾ ਤੇ ਅਸੀਂ ਮਹਿਸੂਸ ਕਰੀਏ ਕਿ ਇਹ ਤੀਸਰੇ ਪਾਤਸ਼ਾਹ ਦਾ ਪ੍ਰਕਾਸ਼ ਸਥਾਨ ਹੈ, ਉਹ ਪਿੰਡ ਹੈ, ਤੇ ਇੱਥੇ ਚੌਥੇ ਪਾਤਸ਼ਾਹ ਦੇ ਨਾਨਕੇ ਨੇ। ਮੈਂ ਤੁਹਾਨੂੰ ਆਪਣੀ ਜ਼ਿੰਦਗੀ 'ਚ ਦੱਸਾਂ ਕਿ ਅਸੀਂ ਤਕਰੀਬਨ ਹਰ ਸਾਲ ਪਿਤਾ ਜੀ ਹੋਰੀ ਯਾਤਰਾ ਲੈ ਕੇ ਜਾਇਆ ਕਰਦੇ ਸੀ ਬੱਸ ਦੇ ਉੱਪਰ, ਤੇ ਮੈਂ ਉਦੋਂ ਛੋਟਾ ਹੁੰਦਾ ਲਗਾਤਾਰ ਕਈ ਸਾਲ ਜਾਂਦਾ ਸੀ, ਤੇ ਮੈਨੂੰ ਕਈ ਸਾਲਾਂ ਬਾਅਦ ਇਹ ਗੱਲ ਦਾ ਧਿਆਨ ਆਇਆ ਸੀ ਕਿ ਇੱਥੇ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਨਕੇ ਨੇ। ਕਿਉਂਕਿ ਜਦੋਂ ਹਿਸਟਰੀ ਅੰਦਰ ਪਰੋਈ ਜਾਏਗੀ, ਇਹ ਗੱਲਾਂ ਨਿੱਕੀਆਂ ਨਿੱਕੀਆਂ ਹੁੰਦੀਆਂ ਨੇ, ਪਰ ਅੰਦਰੋਂ ਜਿਹੜਾ ਮਹਿਸੂਸ ਕਰਨ ਦਾ ਤਾਲਾ ਹੈ, ਅਹਿਸਾਸ ਕਰਨ ਦਾ ਤਾਲਾ ਹੈ, ਉਹਦੇ 'ਚ ਇੱਕ ਬੜਾ ਪਿਆਰ ਭਰਦਾ ਹੈ। ਮੇਰਾ ਆਪਣਾ ਸੁਪਨਾ ਹੈ, ਕਾਸ਼ ਅਸੀਂ ਆ ਫੋਰਨਰ ਬੱਚੇ ਜਿਹੜੇ ਇੱਥੋਂ ਦੇ ਬੱਚੇ ਨੇ, ਇਹਨਾਂ ਨੂੰ ਇਹ ਗੱਲਾਂ ਸਾਰੀਆਂ ਸਿਖਾ ਕੇ, ਮੇਰਾ ਸੁਪਨਾ ਹੈ, ਪਤਾ ਨਹੀਂ ਕਦੋਂ ਪੂਰਾ ਹੋਣਾ ਹੈ ਨਹੀਂ ਹੋਣਾ, ਇਹ ਗੁਰੂ ਪਾਤਸ਼ਾਹ ਜਾਣਨ, ਪਰ ਸੁਪਨਾ ਹੈ ਕਦੀ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਸਾਰਾ ਜਹਾਜ਼ ਬੁੱਕ ਕਰੀਏ, ਜਿੰਨੇ ਪੈਸੰਜਰਸ ਨੇ ਉਹਨੇ ਪਰਿਵਾਰ ਹੋਣ, ਆਪਣੇ ਸਾਰੇ ਪਰਿਵਾਰ ਆਪਣੇ ਹੋਣ, ਤੇ ਉਹ ਇੱਕੋ ਦਿਨ ਤੇ ਬੁੱਕ ਕੀਤਾ ਜਾਵੇ, ਤੇ ਉੱਥੇ ਪੂਰਾ ਸਕੈਜੂਲ ਬਣਿਆ ਹੋਵੇ। ਜੇ ਉੱਥੇ 1 ਮਹੀਨਾ ਲਾਉਣਾ ਹੈ, 1 ਹਫ਼ਤਾ ਦਿੱਤਾ ਜਾਵੇ, ਆਪੋ ਆਪਣੇ ਪਰਿਵਾਰਾਂ ਨੂੰ, ਆਪੋ ਆਪਣੇ ਰਿਸ਼ਤੇਦਾਰਾਂ ਨੂੰ 1 ਹਫ਼ਤੇ ਵਿੱਚ ਮਿਲ ਲਓ। ਉਦੋਂ ਬਾਅਦ ਜਿਹੜੇ ਬਾਕੀ 3 ਹਫ਼ਤੇ ਨੇ ਇੱਥੇ ਜਾਵਾਂਗੇ, ਬੱਚਿਆਂ ਨੂੰ ਪੂਰਾ ਸਕੈਜੂਲ ਦਿੱਤਾ ਜਾਵੇ, ਜਿਹੜੇ ਸਥਾਨ ਤੇ ਅਸੀਂ ਦਰਸ਼ਨ ਕਰਨ ਜਾਣਾ ਹੈ ਉਹਦੇ ਬਾਰੇ ਪੂਰਾ ਪਹਿਲਾਂ ਲਿਖਿਆ ਹੋਵੇ, ਤੇ ਇੱਥੇ ਕਲਾਸਾਂ 'ਚ ਸਮਝਾਇਆ ਹੋਵੇ, ਤੇ ਫਿਰ ਬੱਚਿਆਂ ਨੂੰ ਉੱਥੇ ਦਿਖਾ ਕੇ ਬੇਟਾ ਤੁਸੀਂ ਮਹਿਸੂਸ ਕਰੋ, ਫਿਰ ਉੱਥੇ ਕੁਇਜ਼ ਪੁੱਛਿਆ ਜਾਵੇ। ਭਾਵੇਂ ਅਸੀਂ 3 ਹਫ਼ਤੇ ਵਿੱਚ 15 ਅਸਥਾਨ ਹੀ ਦੇਖੀਏ, ਪਰ ਉਹ ਅਸਥਾਨ ਤੇ ਉਹਨਾਂ ਅਸਥਾਨਾਂ ਦਾ ਕਨਸੈਪਟ ਸਾਡੇ ਬੱਚੇ ਦੇ ਅੰਦਰ ਪਰੋਇਆ ਜਾਵੇ, ਸਾਰੀ ਜ਼ਿੰਦਗੀ ਅੰਦਰੋਂ ਨਿਕਲ ਨਹੀਂ ਸਕਦਾ। ਬੜੀਆਂ ਐਸੀਆਂ ਪਲੈਨਿੰਗਸ ਦੀ ਲੋੜ ਹੈ। ਤਾਂ ਖੈਰ ਇਸ ਗੱਲ ਤੋਂ ਯਾਦ ਆਇਆ ਕਿ ਜਦੋਂ ਬਾਸਰਕੇ ਗਿੱਲਾਂ ਜਾਈਏ, ਸ਼ੁਰੂ 'ਚ ਅਸੀਂ ਕੀ ਕਰਨਾ, ਕਿਉਂਕਿ ਯਾਤਰਾ ਜਾਣੀ ਬੱਸ ਦੇ ਉੱਪਰ, ਫਿਰ ਸਾਡੇ ਆਮ ਹੀ ਜਿਹੜੀ ਪੰਜਾਬ ਦੀ ਮੈਂਟੈਲਿਟੀ ਹੈ ਉਹ ਪਤਾ ਕੀ ਹੈ, ਆਪਾਂ ਕੁਆਲਿਟੀ ਦੀ ਬਜਾਏ ਨਾ ਕੁਆਂਟੀਟੀ 'ਚ ਜ਼ਿਆਦਾ ਪੈਂਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ 1 ਦਿਨ ਦੇ ਵਿੱਚ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਦਰਸ਼ਨ ਹੋ ਜਾਣ। ਬਈ ਕਮਾਲ ਹੋ ਗਈ ਜੀ, 3 ਦਿਨਾਂ ਦੇ ਵਿੱਚ ਅਸੀਂ ਜਿਹੜਾ 70 ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਮੈਂ ਕਹਾਂਗਾ 70 ਦੀ ਬਜਾਏ ਭਾਵੇਂ 7 ਦੇ ਕੀਤੇ ਜਾਂਦੇ, ਕਾਸ਼ ਉਹ ਅੰਦਰ ਚੀਜ਼ ਪਰੋਈ ਜਾਂਦੀ। ਫਿਰ ਨਤੀਜਾ ਕੀ ਹੁੰਦਾ ਕਿ ਆਪਾਂ ਤੇਜ਼ੀ 'ਚ ਗਏ, ਉਹ ਚੀਜ਼ਾਂ ਅੰਦਰ ਨਾ ਪਰੋਈਆਂ ਗਈਆਂ। ਕਿ ਜਿਵੇਂ ਮੈਂ ਆਪਣੇ ਪਿੰਡ ਵਿੱਚ ਗਲੀਆਂ 'ਚ ਖੇਡਦਾ ਹੁੰਦਾ ਸੀ, ਕਦੀ ਗੁਰੂ ਅਮਰਦਾਸ ਪਾਤਸ਼ਾਹ ਜੀ ਇਹਨਾਂ ਗਲੀਆਂ 'ਚ ਖੇਡਦੇ। ਫਿਰ 4-5 ਸਾਲਾਂ ਬਾਅਦ ਜਦੋਂ ਇਹ ਸੋਝੀ ਆਈ, ਫਿਰ ਅਸੀਂ ਨਾ ਜਦੋਂ ਯਾਤਰਾ ਲੈ ਕੇ ਜਾਣੀ, ਫਿਰ ਅਸੀਂ ਸੋਚਣਾ ਵੀ ਆਪਾਂ ਸੰਨ ਸਾਹਿਬ ਗੁਰਦੁਆਰਾ ਸਾਹਿਬ ਦੇ ਤਾਂ ਦਰਸ਼ਨ ਕਰ ਲਏ, ਆਓ ਪਿੰਡ ਦੀਆਂ ਗਲੀਆਂ ਦੇ ਦਰਸ਼ਨ ਕਰੀਏ, ਜਿੱਥੇ ਗੁਰੂ ਪਾਤਸ਼ਾਹ ਤੁਰਿਆ ਫਿਰਿਆ ਕਰਦੇ ਸਨ ਟੀਨੇਜ ਦੇ ਵਿੱਚ, ਜਵਾਨੀ ਦੇ ਵਿੱਚ। ਆਓ ਛੱਪੜ ਦੇਖ ਕੇ ਆਈਏ, ਜਿਹੜਾ ਛੱਪੜ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਵੇਲੇ ਪਿੰਡ ਵਿੱਚ ਬਣਵਾਇਆ ਸੀ, ਕਿਉਂਕਿ ਛੱਪੜ ਬਣਵਾਉਣਾ ਬਹੁਤ ਵੱਡਾ ਇੱਕ ਪੁੰਨ ਹੁੰਦਾ ਸੀ। ਸਾਰੇ ਅੰਕਲ ਜਾਣਦੇ ਨੇ, ਆਪਾਂ ਜਦੋਂ ਛੋਟੇ ਹੁੰਦੇ ਸੀ, ਜਿਹੜੇ ਪਿੰਡ ਵਿੱਚ ਛੱਪੜ ਨਹੀਂ ਸੀ ਹੁੰਦਾ, ਛੱਪੜ ਪੁੱਟਣਾ ਹੁੰਦਾ, ਸਾਰੇ ਨੌਜਵਾਨ ਜਾਂਦੇ ਵੀ ਬੜੀ ਵੱਡੀ ਸੇਵਾ ਵੀ ਛੱਪੜ ਪੁੱਟਿਆ ਜਾਣਾ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ ਜ਼ਮਾਨਿਆਂ ਦੇ ਵਿੱਚ ਪਿੰਡ ਦੇ ਵਿੱਚ ਛੱਪੜ, ਧਰਮਸ਼ਾਲਾ ਇਹ ਜਿਹੜਾ ਸੀ ਬਣਾਇਆ ਸੀ। ਤੇ ਇਹ ਬਾਸਰਕੇ ਗਿੱਲਾਂ ਪਿੰਡ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਬੀੜ ਬਾਬਾ ਬੁੱਢਾ ਜੀ, ਗੁਰੂ ਕੀ ਬਡਾਲੀ, ਛੇਹਰਟਾ ਸਾਹਿਬ, ਨੂਰਦੀਨ ਦੀ ਸਰਾਂ, ਬਾਸਰਕੇ ਹੁੰਦਿਆਂ ਹੋਇਆਂ ਤਰਨਤਾਰਨ ਪਹੁੰਚਦੀ ਹੈ। ਇਹ ਅੰਦਰ ਦੀ ਜਿਹੜੀ ਸੜਕ ਹੈ, ਉਸ ਪਿੰਡ ਦੇ ਵਿੱਚ 1479 ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਪਿਤਾ ਜੀ ਦਾ ਨਾਮ ਬਾਬਾ ਤੇਜਭਾਨ ਜੀ। ਤੇ ਭੱਟਾਂ ਨੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸਿਫਤ ਸਲਾਘਾ ਕੀਤੀ ਹੈ, ਭੱਟਾਂ ਨੇ ਉੱਥੇ ਤੇਜੋ ਤਨਾ ਸ਼ਬਦ ਵਰਤਿਆ ਹੈ। ਗੁਰੂ ਅਮਰਦਾਸ ਸਾਹਿਬ ਜੀ ਦੀ ਸਿਫਤ ਸਲਾਘਾ ਦੇ ਵਿੱਚ ਤਨਾ ਹੁੰਦਾ ਪੁੱਤਰ, ਤੇ ਤੇਜੋ ਦੇ ਅਰਥ ਹੈ ਬਾਬਾ ਤੇਜਭਾਨ ਜੀ ਦੇ ਪੁੱਤਰ, ਜਿਹੜੇ ਇੱਕ ਬ੍ਰਹਮੰਡਾਂ ਦੇ ਮਾਲਕ, ਇੱਕ ਪਾਤਸ਼ਾਹਾਂ ਦੇ ਪਾਤਸ਼ਾਹ ਬਣੇ। ਇਹ ਭੱਟਾਂ ਦਾ ਨਜ਼ਰੀਆ ਗੁਰੂ ਅਮਰਦਾਸ ਪਾਤਸ਼ਾਹ ਜੀ ਬਾਰੇ। ਤਾਂ ਉਹਨਾਂ ਦੇ ਪਿਤਾ ਜੀ ਦਾ ਨਾਮ ਬਾਬਾ ਤੇਜਭਾਨ ਜੀ, ਮਾਤਾ ਜੀ ਮਾਤਾ ਸੁਲੱਖਣੀ ਜੀ, ਅਤੇ ਗੁਰੂ ਕੇ ਮਹਿਲ ਜਿਹਨੂੰ ਅਸੀਂ ਧਰਮ ਸਪਤਨੀ ਵੀ ਸ਼ਬਦ ਵਰਤਦੇ ਹਾਂ, ਅਸੀਂ ਵਾਈਫ ਸ਼ਬਦ ਵਰਤਦੇ ਹਾਂ, ਉਹ ਸੀ ਮਾਤਾ ਰਾਮੋ ਜੀ। ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਪਰਿਵਾਰ ਦੇ ਵਿੱਚ 2 ਸੁਪੁੱਤਰ ਸਨ, 2 ਸੁਪੁੱਤਰੀਆਂ ਸਨ, ਜਿਹਨੂੰ ਆਪਾਂ ਸਾਹਿਬਜ਼ਾਦੇ ਵੀ ਕਹਿ ਦਿੰਦੇ ਹਾਂ। ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ,
ਬਾਬਾ ਸ਼ਬਦ ਗੁਰੂ ਦੇ ਸਾਹਿਬਜ਼ਾਦਿਆਂ ਨੂੰ ਵਰਤਿਆ ਜਾਂਦਾ ਹੈ। ਬਾਬਾ ਸ਼ਬਦ ਗੁਰੂ ਨੂੰ ਵੀ ਵਰਤਿਆ ਜਾਂਦਾ ਹੈ। ਬਾਬਾ ਸ਼ਬਦ ਚਿੱਟੇ ਦਾੜੇ ਵਾਲੇ ਬਜ਼ੁਰਗ ਨੂੰ ਵੀ ਵਰਤਿਆ ਜਾਂਦਾ ਹੈ। ਤੇ ਬਾਬਾ ਸ਼ਬਦ ਜਿਹੜਾ ਮਨ ਮੰਨਦਾ ਨਹੀਂ, ਉਹਨੂੰ ਅੱਕ ਕੇ ਵੀ ਕਿਹਾ ਜਾਂਦਾ, ਬਾਬਾ ਤੂੰ ਨਹੀਂ ਮੰਨਦਾ, ਮਨ ਨੂੰ ਵੀ ਬਾਬਾ ਸ਼ਬਦ ਵਰਤਿਆ। ਸ੍ਰੀ ਮੋਹਨ ਜੀ ਤੇ ਸ੍ਰੀ ਮੋਹਰੀ ਜੀ ਇਹ ਦੋ ਸਪੁੱਤਰ ਸਨ, ਤੇ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਦੋ ਸਪੁੱਤਰੀਆਂ ਸਨ। ਬੀਬੀ ਭਾਨੀ ਇਹਨਾਂ ਚੋਂ ਕਮਾਲ ਹੈ। ਬੀਬੀ ਭਾਨੀ ਜੀ ਬਾਰੇ ਜੇ ਅੱਜ ਕਹਿਣਾ ਹੋਵੇ ਕਿ ਬੀਬੀ ਭਾਨੀ ਜੀ ਤੀਸਰੇ ਗੁਰੂ ਸਾਹਿਬ ਦੀ ਸਪੁੱਤਰੀ, ਚੌਥੇ ਗੁਰੂ ਸਾਹਿਬ ਦੀ ਸੁਪਤਨੀ, ਪੰਜਵੇਂ ਗੁਰੂ ਸਾਹਿਬ ਦੀ ਮਾਤਾ ਜੀ, ਛੇਵੇਂ ਗੁਰੂ ਸਾਹਿਬ ਦੀ ਦਾਦੀ ਮਾਂ, ਨੌਵੇਂ ਗੁਰੂ ਸਾਹਿਬ ਦੀ ਪੜਦਾਦੀ ਮਾਂ, ਤੇ 10ਵੇਂ ਗੁਰੂ ਸਾਹਿਬ ਦੀ ਪੜਦਾਦੀ ਤੋਂ ਵੀ ਇੱਕ ਉੱਪਰ ਰੁਤਬਾ। ਐਸੀ ਮਹਾਨ ਔਰਤ, ਔਰ ਜਿਨ੍ਹਾਂ ਨੇ ਖੁਦ ਆਪਣੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦੀ ਗੋਦੀ ਵਿੱਚ ਖੇਡੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੀ ਗੋਦੀ 'ਚ ਖਿਡਾਇਆ। ਆਹਾ, ਕਮਾਲ ਹੈ। ਕਾਸ਼ ਕਦੀ ਅਸੀਂ ਬੀਬੀ ਭਾਨੀ ਦਾ ਜੀਵਨ ਸਾਡੀਆਂ ਧੀਆਂ ਨੂੰ ਸਿਖਾਈਏ ਤੇ ਸਾਡੀਆਂ ਧੀਆਂ ਕਹਿਣ ਕਿ ਬੀਬੀ ਭਾਨੀ ਮੇਰੇ ਲਈ ਰੋਲ ਮਾਡਲ ਹੈ। ਅਗਰ ਧੀਆਂ ਨੂੰ ਗੁਰੂ ਪਾਤਸ਼ਾਹ ਦੇ ਘਰ ਵਿੱਚ ਹੋਈਆਂ ਗੁਰੂ ਦੀਆਂ ਸਪੁੱਤਰੀਆਂ, ਗੁਰੂ ਦੀਆਂ ਭੈਣਾਂ, ਗੁਰੂ ਦੀਆਂ ਮਾਤਾਵਾਂ, ਉਹਨਾਂ ਸਿੱਖ ਬੀਬੀਆਂ ਦਾ ਇਤਿਹਾਸ ਬੱਚੀਆਂ ਦੇ ਅੰਦਰ ਨਹੀਂ ਪਰੋਵਾਂਗੇ ਤਾਂ ਸਾਡੀਆਂ ਬੱਚੀਆਂ ਐਕਟਰੈਸ ਤੋਂ ਪ੍ਰਭਾਵਿਤ ਹੋ ਕੇ ਉਹੇ ਜਿਹੇ ਕੱਪੜੇ ਪਾਉਣੇ, ਉਹੇ ਜਿਹਾ ਬਣਨਾ, ਗਾਉਣ ਵਾਲਿਆਂ ਤੋਂ ਪ੍ਰਭਾਵਿਤ ਹੋ ਕੇ। ਜਦੋਂ ਕੋਈ ਬੱਚੀ ਫੈਸ਼ਨ ਪ੍ਰਸਤੀ ਵਿੱਚ ਚਲੀ ਜਾਏਗੀ ਤਾਂ ਉਹਨੂੰ ਗੁਰੂ ਕਾ ਬਾਣਾ ਚੰਗਾ ਨਹੀਂ ਲੱਗੇਗਾ। ਰਿਸਰਚ ਕਰਕੇ ਦੇਖਣੀ। ਜਦੋਂ ਗੀਤ ਗਾਣਿਆਂ ਵੱਲ ਖਿੱਚੀ ਗਈ, ਉਹ ਫਿਲਮਾਂ ਵੱਲ ਖਿੱਚੀ ਗਈ, ਟੀਵੀ ਦੇਖਣ ਵੱਲ ਖਿੱਚੀ ਗਈ ਤਾਂ ਉਹਨੂੰ ਗੁਰੂ ਦਾ ਵਿਰਸਾ ਚੰਗਾ ਨਹੀਂ ਲੱਗੇਗਾ। ਇੱਦਾਂ ਕਹਿ ਲਓ ਕਿ ਸਾਡੇ ਕੋਲ ਬਹੁਤ ਕਮਾਲ ਦਾ ਖਜ਼ਾਨਾ ਹੈ। ਆਪਾਂ ਕੋਸ਼ਿਸ਼ ਕਰਾਂਗੇ 1 ਸਾਲ ਲਗਾਤਾਰ ਇਹ ਜਿਹੜੇ ਗੁਰਪੁਰਬ ਆਉਣਗੇ ਆਪਾਂ ਗੁਰਪੁਰਬ ਮਨਾਈ ਚੱਲਾਂਗੇ, ਤੇ ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਿ ਸਿੱਖ ਬੀਬੀਆਂ ਦਾ ਦਿਹਾੜਾ ਵੀ। ਤੇ ਮੇਰੇ ਮਨ 'ਚ ਐਸਾ ਵੀ ਆ ਰਿਹਾ ਸੀ ਕਿ ਸਤਿਗੁਰੂ ਰਹਿਮਤ ਕਰਨ, ਜੇ ਮੇਰਾ ਥੋੜਾ ਜਿਹਾ ਰੂਟੀਨ 2-4 ਮਹੀਨਿਆਂ ਬਾਅਦ ਸੈੱਟ ਹੁੰਦਾ ਦਿਸਿਆ, ਮੈਂ ਥੋੜਾ ਪਲਾਨ ਬਣਾ ਰਿਹਾ ਕਿ ਮੈਂ ਇਸ ਤਰ੍ਹਾਂ ਦੀ ਜਿਹੜੀ ਬੁਕਿੰਗ ਹੈ ਉਹਨੂੰ ਘੱਟ ਕਰਾਂ ਜਾਂ ਬੁਕਿੰਗ ਨੂੰ ਬੰਦ ਕਰਾਂ ਤੇ ਇਸ ਦੇ ਪਾਸੇ ਹੀ ਜ਼ਿਆਦਾ ਧਿਆਨ ਦੇਵਾਂ। ਤੇ ਹੋ ਸਕਦਾ, ਮੈਨੂੰ ਪੂਰਾ ਉਮੀਦ ਹੈ ਕਿ 2-3 ਮਹੀਨਿਆਂ ਵਿੱਚ ਤੁਹਾਡੇ ਅੰਦਰ ਵੀ ਟੇਸਟ ਇੰਨਾ ਡਿਵੈਲਪ ਹੋ ਜਾਏਗਾ, ਇੰਨੀ ਲਗਨ ਹੋ ਜਾਏਗੀ, ਸ਼ਾਇਦ ਆਪਾਂ ਹਫ਼ਤੇ 'ਚੋਂ 1 ਦੀ ਬਜਾਏ 2 ਕਲਾਸਾਂ ਕਰ ਲਈਏ। ਤੇ ਉਹਦੇ 'ਚ ਫਿਰ ਆਪਾਂ 1 ਕਲਾਸ ਦੇ ਵਿੱਚ ਸਿੱਖ ਬੀਬੀਆਂ, ਆਪਣੇ ਕੋਲੇ ਤਾਂ ਇੰਨਾ ਖਜ਼ਾਨਾ ਹੈ ਜਿਹੜਾ ਕਦੀ ਮੁੱਕਣ ਵਾਲਾ ਹੀ ਨਹੀਂ ਹੈ। ਤਾਂ ਕਦੀ ਸੋਚਣਾ ਕਿ ਗੁਰੂ ਪਾਤਸ਼ਾਹ ਦੇ ਪਿੰਡ ਬਾਸਰ ਕੇ ਗਿੱਲਾਂ ਬੀਬੀ ਭਾਨੀ ਛੋਟੀ ਹੁੰਦੀ ਉੱਥੇ ਬਚਪਨ ਬਿਤਾਉਂਦੀ ਹੈ ਤੇ ਗੋਇੰਦਵਾਲ ਸਾਹਿਬ ਵਿਆਹੀ ਜਾਂਦੀ ਹੈ ਤੇ ਗੋਇੰਦਵਾਲ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਗੋਦੀ ਖਿਡਾਉਂਦੀ ਹੈ। ਇੱਦਾਂ ਕਹਿ ਲਓ ਕਿ ਬਾਸਰ ਕੇ ਗਿੱਲਾਂ ਖੁਦ ਪਿਤਾ ਜੀ ਦੀ ਗੋਦੀ ਖੇਲਦੀ ਹੈ ਤੇ ਗੋਇੰਦਵਾਲ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੋਦੀ ਖਿਡਾਉਂਦੀ ਹੈ। ਆਹਾ, ਕਮਾਲ ਹੈ। ਇਸ ਤੋਂ ਇਲਾਵਾ ਇਹ ਸੀ ਗੁਰੂ ਸਾਹਿਬ ਦਾ ਪਰਿਵਾਰ ਤੇ ਗੁਰੂ ਪਾਤਸ਼ਾਹ ਦਾ, ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁਰਗੱਦੀ ਮਿਲਦੀ ਹੈ 1562 ਈਸਵੀ ਨੂੰ, 72 ਸਾਲ ਦੀ ਉਮਰ ਦੇ ਵਿੱਚ। 1552 ਨੂੰ ਤੇ ਗੁਰਗੱਦੀ ਮਿਲਦੀ ਹੈ ਸ਼੍ਰੀ ਖੰਡੂਰ ਸਾਹਿਬ। ਕੈਸਾ ਸਬੱਬ ਬਣਦਾ ਦੇਖੋ। ਗਰੋ ਅਪ ਹੋਏ ਨੇ, ਸਾਰੀ ਜ਼ਿੰਦਗੀ 60 ਸਾਲ ਦੀ ਉਮਰ ਬਿਤਾਈ ਹੈ ਬਾਸਰ ਕੇ ਪਿੰਡ ਵਿੱਚ। 60 ਸਾਲ ਦੀ ਉਮਰ ਦੇ ਵਿੱਚ ਜਦੋਂ ਪਤਾ ਲੱਗਿਆ ਗੁਰੂ ਤੋਂ ਬਿਨਾਂ ਜੀਵਨ ਅਧੂਰਾ ਹੈ ਤੇ ਗੁਰੂ ਧਾਰਨ ਕਰਦੇ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ। ਹੁਣ ਉਮਰ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਡਬਲ ਉਮਰ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ। ਤੇ ਕੁੜਮਾਚਾਰੀ ਦੇ ਵਿੱਚ ਆਪਾਂ ਗੁਰਪੁਰਬ ਗੁਰੂ ਅੰਗਦ ਦੇਵ ਜੀ ਦੇ ਜਦੋਂ ਜੀਵਨ ਵਿਚਾਰਿਆ ਸੀ ਉਦੋਂ ਦੇਖਿਆ ਸੀ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਜਿਹੜੀ ਬੇਟੀ ਹੈ ਬੀਬੀ ਅਮਰੋ, ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਰਾ ਦੇ ਬੇਟੇ ਨੂੰ ਵਿਆਹੀ ਹੋਈ ਸੀ। ਉਂਝ ਵੀ ਮੁੰਡੇ ਵਾਲੇ ਪਾਸਿਓਂ ਉਮਰ 'ਚ ਵੀ ਡਬਲ, ਪਰ ਉੱਥੇ ਜਾ ਕੇ ਸਿੱਖ ਬਣ ਕੇ ਸੇਵਾ ਕਰਦੇ ਨੇ। ਕਮਾਲ ਸੀ ਇਹ। ਸ਼ਰੀਕੇ ਦਾ ਕਿੰਨਾ ਪ੍ਰੈਸ਼ਰ ਬਿਲਡਅਪ ਹੋਏਗਾ। ਸ਼ਰੀਕਾ ਨਹੀਂ ਜਿਉਣ ਦਿੰਦਾ ਹੁੰਦਾ, ਛੋਟੀਆਂ ਛੋਟੀਆਂ ਗੱਲਾਂ ਤੇ ਤਾਨੇ ਮਾਰਦਾ ਹੁੰਦਾ। ਕੁੜਮਾਂ ਦੇ ਘਰ ਬੈਠੇ ਚੰਗੇ ਲੱਗਦੇ ਹੋ, ਪਤਾ ਨਹੀਂ ਕੀ ਕੁਝ ਕਹਿੰਦੇ ਹੋਣਗੇ। ਸ਼ਰੀਕੇ ਦੇ ਤਾਨੇ ਮਿਹਣੇ ਤਾਂ ਸਹਿਜ ਦੇ ਨਾਲ ਹੀ ਜ਼ਰੇ ਜਾਂਦੇ ਨੇ ਤੇ ਜ਼ਰ ਕੇ ਹੀ
ਪ੍ਰਾਪਤੀਆਂ ਹੁੰਦੀਆਂ ਨੇ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੁਰਗੱਦੀ ਜਿਹੜੀ ਹੈ 1552 ਨੂੰ ਖੰਡੂਰ ਸਾਹਿਬ ਵਿੱਚ ਮਿਲਦੀ ਹੈ। ਤੇ ਸਤਿਗੁਰੂ ਜੀ ਹੁਕਮ ਕਰਦੇ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਕਿ ਤੁਸੀਂ ਗੋਇੰਦਵਾਲ ਸਾਹਿਬ ਜਾਣਾ ਹੈ, ਸ਼ਹਿਰ ਬਸਾਉਣਾ ਹੈ, ਉੱਥੇ ਸਿੱਖੀ ਪ੍ਰਚਾਰ ਦਾ ਧੁਰਾ ਬਣਾਉਣਾ ਹੈ। ਤੇ ਗੁਰੂ ਪਾਤਸ਼ਾਹ ਗੋਇੰਦਵਾਲ ਸਾਹਿਬ ਸ਼ਹਿਰ ਬਸਾਉਂਦੇ ਨੇ। ਅੱਗੇ ਜਾ ਕੇ ਆਪਾਂ ਇਹ ਵੀ ਵਿਚਾਰਾਂਗੇ। ਕੁੱਲ ਉਮਰ 95 ਸਾਲ। ਹੁਣ ਇੱਕ ਨੁਕਤਾ ਹੋਰ ਤੁਹਾਡੇ ਧਿਆਨ 'ਚ ਲਿਆ ਦਿਆਂ। ਤੁਹਾਨੂੰ ਯਾਦ ਹੋਏਗਾ 10 ਗੁਰੂ ਸਾਹਿਬਾਨਾਂ ਵਿੱਚੋਂ ਸਭ ਤੋਂ ਘੱਟ ਉਮਰ ਕਿਸ ਗੁਰੂ ਸਾਹਿਬ ਦੀ? 8ਵੇਂ ਪਾਤਸ਼ਾਹ ਦੀ। ਹਾਂ ਰਮਨੀਕ ਦੱਸਣਾ ਚਾਹੁੰਦੀ ਬਿਨੀ ਪੈਗ ਤੋਂ। ਹਾਂ ਪੁੱਤ। ਗੁਰੂ ਹਰਕ੍ਰਿਸ਼ਨ ਜੀ। ਉਹ ਆਓ, ਬਹੁਤ ਅੱਛੇ ਮੇਰਾ ਸ਼ੇਰ, ਸ਼ਾਬਾਸ਼। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਭ ਤੋਂ ਛੋਟੀ ਉਮਰ। ਤੇ 10 ਗੁਰੂ ਸਾਹਿਬਾਨਾਂ ਚੋਂ ਸਭ ਤੋਂ ਵੱਡੀ ਉਮਰ ਗੁਰੂ ਅਮਰਦਾਸ ਪਾਤਸ਼ਾਹ ਦੀ। ਇਹ ਗੱਲਾਂ ਭਾਵੇਂ ਨਿੱਕੀਆਂ ਨਿੱਕੀਆਂ ਲੱਗਦੀਆਂ ਨੇ, ਪਰ ਜਦੋਂ ਇਹਨੂੰ ਅੰਦਰ ਸਮੋਨੇ ਆ ਨਾ, ਉਹਦਾ ਇੱਕ ਆਨੰਦ ਰਸ ਵੱਖਰਾ ਹੀ ਹੈ। ਸਭ ਤੋਂ ਵੱਡੀ ਉਮਰ ਗੁਰੂ ਸਾਹਿਬਾਨਾਂ ਵਿੱਚੋਂ ਦੇਖੋ, ਗੁਰੂ ਨਾਨਕ ਪਾਤਸ਼ਾਹ ਦੀ ਉਮਰ 70 ਸਾਲ ਦੀ। ਬਾਕੀ ਸਾਰੇ ਗੁਰੂ ਸਾਹਿਬਾਨਾਂ ਵਿੱਚੋਂ ਸਭ ਤੋਂ ਵੱਧ ਉਮਰ ਗੁਰੂ ਨਾਨਕ ਪਾਤਸ਼ਾਹ ਜੀ ਦੀ, ਪਰ ਉਹਨਾਂ ਤੋਂ ਵੀ ਵੱਧ ਉਮਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ। 95 ਸਾਲ ਉਹਨਾਂ ਨੇ ਸੰਸਾਰ ਦੇਖਿਆ, ਸੰਸਾਰ ਨੂੰ ਪਰਖਿਆ, ਜ਼ਿੰਦਗੀ 'ਚ ਹੰਢਾਇਆ ਤੇ ਸੰਸਾਰ ਦੀ ਬਾਜੀ ਜਿੱਤੀ। ਜੀਵਨ ਸਫਲ ਐਸਾ ਕਮਾਲ ਦਾ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜ਼ਿੰਦਗੀ ਦੇ 3 ਹਿੱਸੇ ਨੇ। ਇੱਕ ਹਿੱਸਾ 60 ਸਾਲ ਦੀ ਉਮਰ ਤੱਕ, ਜਦ ਕਿ ਧਰਮ ਦੇ ਕਰਮ ਵੀ ਕਰਦੇ ਸੀ, ਸੇਵਾ ਵੀ ਕਰਦੇ ਸੀ, ਪੁੰਨ ਦਾਨ ਵੀ ਕਰਦੇ ਸੀ, ਸੁਸਾਇਟੀ ਲਈ ਪਰਉਪਕਾਰ ਵੀ ਕਰਦੇ ਸੀ, ਪਰ ਇਹ ਖਿਆਲ ਨਹੀਂ ਸੀ ਕਿ ਗੁਰੂ ਵੀ ਧਾਰਨ ਕਰੀਦਾ ਹੈ। ਦੂਸਰਾ ਹਿੱਸਾ ਜਦੋਂ ਗੁਰੂ ਧਾਰਨ ਕੀਤਾ 12 ਸਾਲ, ਫਿਰ ਨਹੀਂ ਦੇਖਿਆ ਕੁਝ ਵੀ। ਜਿੰਨਾ ਚਿਰ ਲੋਕ ਲਾਜ ਵਿੱਚ ਫਸੇ ਹੋਵਾਂਗੇ, ਉਹਨਾਂ ਚਿਰ ਧਰਮ ਨੂੰ ਸਮਝਣਾ, ਜਿਹੜੀ ਪੰਜਾਬ ਦੀ ਕਹਾਵਤ ਹੈ, ਹਾਲੇ ਦਿੱਲੀ ਦੂਰ ਹੈ, ਧਰਮ ਨਹੀਂ ਸਮਝਿਆ ਜਾਏਗਾ। ਤੇ ਜਦੋਂ ਆਪਾਂ ਵਾਰਿਆ 12 ਸਾਲ, ਉਸ ਤੋਂ ਬਾਅਦ ਫਿਰ ਗੁਰੂ ਬਣਦੇ ਨੇ। ਆਖੋ ਵਾਹਿਗੁਰੂ। ਗੁਰੂ ਬਣਦੇ ਨੇ ਤਾਂ ਗੁਰਗੱਦੀ ਜਿਹੜੀ ਹੈ ਉਹ 22 ਸਾਲ ਲਗਾਤਾਰ ਗੁਰਗੱਦੀ ਦੀ ਜ਼ਿੰਮੇਵਾਰੀ ਨਿਭਾਉਂਦੇ ਨੇ। ਆਪਾਂ ਸਾਰੇ ਵੱਡੀ ਉਮਰ ਵਿੱਚ ਆ, ਸਾਡੇ 'ਚ ਬਹੁਤੇ ਐਸੇ ਨੇ ਜਿਹੜੇ 50 ਸਾਲ ਦੀ ਉਮਰ ਕ੍ਰਾਸ ਕਰ ਗਏ ਨੇ। ਸੋਚ ਕੇ ਦੇਖੋ, 72 ਸਾਲ ਦੀ ਉਮਰ ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਮਿਲਣੀ। ਜਿਹੜਾ ਦੁਨਿਆਵੀ ਮਨੁੱਖ ਹੈ ਨਾ, ਸੰਸਾਰਿਕ ਜੀਵਨ ਵਾਲਾ, ਉਹਨੂੰ ਗੁਰਬਾਣੀ ਪਤਾ ਕੀ ਕਹਿੰਦੀ ਹੈ? 60 ਪੇ ਬੁਢੇਪਾ ਆਵੈ, 17 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੈ, 90 ਕਾ ਸੇ ਜਾਸਣੀ, ਮੂਲ ਨਾ ਜਾਣਾ ਅਪਵਲ। ਪਰ ਇੱਥੇ 72 ਸਾਲ ਦੀ ਉਮਰ ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਸ਼ੁਰੂ ਹੁੰਦੀ ਹੈ। ਅੱਜ ਸਮਾਂ ਨਹੀਂ ਹੈ ਜਦੋਂ ਗੋਇੰਦਵਾਲ ਸ਼ਹਿਰ ਬਸਾਉਣਾ, ਉਥੋਂ ਦਾ ਗੋਇੰਦਾ ਜਿਹੜਾ ਆਪਣੇ ਆਪ ਨੂੰ ਪਿੰਡ ਦਾ ਮਾਲਕ ਮੰਨਦਾ ਸੀ, ਘਰ ਬਣਾਉਣੇ ਰਾਤੇ ਰਾਤ ਉਹਨੇ ਢਾਹ ਜਾਣੇ। ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਦੀ, ਕਿੰਨੇ ਕਿੰਨੇ ਚੈਲੰਜ ਦੇ ਵਿੱਚੋਂ ਦੀ ਗੁਰੂ ਪਾਤਸ਼ਾਹ ਲੰਘਦੇ ਨੇ ਤੇ 95 ਸਾਲ ਦੀ ਉਮਰ ਤੱਕ ਕਮਾਲ ਕਰਦੇ ਨੇ। ਉਹਨਾਂ ਦੀ ਕੰਟਰੀਬਿਊਸ਼ਨਸ ਜਿਹੜੀ ਆਪਾਂ ਲਾਸਟ ਦੇ ਉੱਪਰ ਡਿਸਕਸ ਕਰਾਂਗੇ। ਤਾਂ ਸਭ ਤੋਂ ਵੱਧ ਉਮਰ 95 ਸਾਲ ਦੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ। 22 ਸਾਲ ਗੁਰਗੱਦੀ ਦੀ ਜ਼ਿੰਮੇਵਾਰੀ ਨਿਭਾਉਂਦੇ ਨੇ ਤੇ 1574 ਈਸਵੀ ਨੂੰ ਜੋਤੀ ਜੋਤ ਸਮਾ ਜਾਂਦੇ ਨੇ। ਜਾਣੀ 100 ਸਾਲ ਪੂਰੇ ਹੋਣ 'ਚ 5 ਸਾਲ ਥੋੜੇ ਰਹਿੰਦੇ ਨੇ, 5 ਤੋਂ ਵੀ ਕੁਝ ਮਹੀਨੇ ਘੱਟ। ਇੱਕ ਪੂਰੀ ਸਦੀ ਇਸ ਸੰਸਾਰ ਵਿੱਚ ਕੌਤਕ ਕਰਦੇ ਨੇ ਤੇ ਜੋਤੀ ਜੋਤ ਸਮਾਉਂਦੇ ਨੇ ਗੋਇੰਦਵਾਲ ਸਾਹਿਬ। ਇਹ ਇੱਕ ਕੈਸਾ ਕਮਾਲ ਦਾ ਕੌਤਕ ਹੈ। ਪ੍ਰਕਾਸ਼ ਹੁੰਦਾ ਹੈ ਬਾਸਰ ਕੇ ਗਿੱਲਾਂ, ਗੁਰਗੱਦੀ ਮਿਲਦੀ ਹੈ ਖੰਡੂਰ ਸਾਹਿਬ ਤੇ ਗੁਰਗੱਦੀ ਦੀ ਜ਼ਿੰਮੇਵਾਰੀ ਨਿਭਾਉਂਦੇ ਨੇ ਗੋਇੰਦਵਾਲ ਸਾਹਿਬ ਤੇ ਜੋਤੀ ਜੋਤ ਸਮਾ ਜਾਂਦੇ ਨੇ ਗੋਇੰਦਵਾਲ ਸਾਹਿਬ। ਇਹ ਸੀ ਗੁਰੂ ਪਾਤਸ਼ਾਹ ਦੇ ਜੀਵਨ ਬਾਰੇ, ਗੁਰੂ ਪਾਤਸ਼ਾਹ ਦੇ ਪਰਿਵਾਰ ਬਾਰੇ। ਉਸ ਤੋਂ ਬਾਅਦ ਹੈ ਗੁਰੂ ਪਾਤਸ਼ਾਹ ਜੀ ਦੀ ਰਚੀ ਹੋਈ ਗੁਰਬਾਣੀ ਦਾ ਵੇਰਵਾ। ਅੱਜ ਮੈਂ ਬੱਚਿਆਂ ਨਾਲ ਵੀ 1:30 ਵਜੇ ਦੀ ਕਲਾਸ ਸਾਂਝਾ ਕੀਤਾ ਸੀ। 18 ਰਾਗ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਰਤੇ ਨੇ। 270 ਸ਼ਬਦ ਨੇ ਗੁਰਬਾਣੀ 'ਚ ਉਚਾਰਨ ਕੀਤੇ 18 ਰਾਗਾਂ ਵਿੱਚ। ਤੇ ਮੈਂ ਤੁਹਾਡੇ ਨੋਟਿਸ 'ਚ ਲਿਆ ਦਿਆਂ, ਇਹ ਬਹੁਤ ਇਸ ਟੌਪਿਕ ਨੂੰ
बहुत घट जिहड़ा है हाईलाइट किया गया। गुरु अमरदास पातशाह जी बा कमाल कीर्तन करया करदे सन। तुसीं अमृतसर साहब सारे ही गए हो ना, उत्थे सिख अजायब घर भी आपां सारे गए हैं, पर मैं फिर दोहरा दियां क्योंकि साडी साइकोलॉजिकली वीकनेस है, असी क्वांटिटी ते ज़्यादा ध्यान दिंदे हैं ते फिर क्वांटिटी करके छेती करो जी, छेती छेती देख लो। उत्थे म्यूजियम भी काफ़ी बड़ा है सिख अजायब घर, ਉਹਦੇ ਵੱਖ-ਵੱਖ ਜਿਹੜੇ ਹੈ ਵੱਡੇ ਵੱਡੇ ਰੂਮ ਨੇ ਜਿਹੜੇ ਉਹਦੇ ਪੜਾਅ ਨੇ, ਤੇ ਫਿਰ ਆਪਾਂ ਕੀ ਕਰਦੇ ਹਾਂ ਛੇਤੀ ਛੇਤੀ ਚੱਲੋ। ਤੇ ਤੁਹਾਨੂੰ ਯਾਦ ਹੋਏਗਾ ਉੱਥੇ ਇੱਕ ਸਾਜ਼ ਪਿਆ ਜਿਹੜੇ ਬਾਰੇ ਕਿਹਾ ਜਾਂਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੀ ਇਹਨੂੰ ਇਜਾਦ ਕੀਤਾ ਸੀ, ਤਾਊਸ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਤਾਊਸ। ਹੁਣ ਸੋਚ ਕੇ ਦੇਖੋ ਥੋੜਾ ਜਿਹਾ, ਭਾਵੇਂ ਇਹਨਾਂ ਗੱਲਾਂ ਨੂੰ ਉਭਾਰਿਆ ਨਹੀਂ ਗਿਆ, ਕਿਸੇ ਦੇ ਘਰ ਵਿੱਚ ਤੁਸੀਂ ਜਾਓ ਉਹਨਾਂ ਦੇ ਬਾਜਾ ਪਿਆ ਹੋਵੇ, ਤਬਲਾ ਪਿਆ ਹੋਵੇ, ਤਾਂ ਸਾਨੂੰ ਇੱਕ ਗੱਲ ਦੀ ਤਾਂ ਸੋਝੀ ਆ ਜਾਂਦੀ ਹੈ ਕਿ ਇਹਨਾਂ ਦੇ ਘਰ ਵਿੱਚ ਕੋਈ ਨਾ ਕੋਈ ਕੀਰਤਨ ਕਰਨ ਵਾਲਾ ਹੈ, ਤਾਂਹੀਓ ਤੇ ਸਾਜ਼ ਪਿਆ। ਕੋਈ ਸਾਜ਼ ਇਜਾਦ ਕਰਦਾ ਹੋਵੇ ਔਰ ਉਹ ਸਾਜ਼ ਮਿਊਜ਼ੀਅਮ ਦੇ ਵਿੱਚ ਪਿਆ ਹੋਵੇ। ਅੱਜ ਅਸੀਂ ਜਾਂਦੇ ਹਾਂ, ਗੁਰੂ ਅਮਰਦਾਸ ਪਾਤਸ਼ਾਹ ਜੀ ਬਾ ਕਮਾਲ ਕੀਰਤਨ ਕਰਿਆ ਕਰਦੇ ਸਨ। ਜਦੋਂ ਵੀ ਅੱਜ ਤੋਂ ਬਾਅਦ ਤੁਹਾਡਾ ਮੌਕਾ ਮਿਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜਾਣ ਦਾ, ਤੇ ਉੱਥੇ ਸਿੱਖ ਅਜਾਇਬ ਘਰ ਵਿੱਚ ਜਾਓ, 5 ਮਿੰਟ ਜ਼ਰੂਰ ਲਾਇਓ ਉੱਥੇ ਤਾਊਸ ਦੇ ਕੋਲ। ਉਹਦੇ ਤਾਊਸ ਦੇ ਮਹਿਸੂਸ ਕਰਕੇ ਦੇਖਿਓ, ਇੱਥੇ ਜੇ ਗੁਰੂ ਪਾਤਸ਼ਾਹ ਦੀਆਂ ਉਂਗਲਾਂ ਟੱਚ ਹੁੰਦੀਆਂ ਹੋਣਗੀਆਂ, ਇੱਥੋਂ ਆਵਾਜ਼ ਨਿਕਲਦੀ ਹੋਏਗੀ, ਇੱਥੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਉਹ 18 ਰਾਗਾਂ ਵਿੱਚ ਸ਼ਬਦ ਗਾਉਂਦੇ ਹੋਣਗੇ, ਤੇ ਜਿਹੜਾ ਅਸੀਂ ਕਹਿੰਦੇ ਨਾ ਅੰਮ੍ਰਿਤ ਦੀ ਬਾਰਿਸ਼ ਹੁੰਦੀ, ਸੱਚੀ ਫਿਰ ਹਿਰਦਿਆਂ ਤੇ ਅੰਮ੍ਰਿਤ ਦੀ ਬਾਰਿਸ਼ ਹੁੰਦੀ ਹੋਏਗੀ। ਆਪਾਂ ਦੇਖਦੇ ਹਾਂ ਕੋਈ ਵੀ ਗੁਰੂ ਕਾ ਪਿਆਰਾ ਗੁਰਸਿੱਖ ਰੱਬ ਦੇ ਪਿਆਰ ਵਿੱਚ ਜਦੋਂ ਭਿੱਜਦਾ ਹੈ, ਗੁਰੂ ਦੇ ਪਿਆਰ ਵਿੱਚ ਭਿੱਜਦਾ ਹੈ, ਤੇ ਬਚਨਾਂ ਦੇ ਵਿੱਚ ਰਾਸਤਾ ਭਰਦਾ ਹੀ ਭਰਦਾ ਹੈ। ਤੇ ਜਦੋਂ ਗੁਰੂ ਪਾਤਸ਼ਾਹ ਆਪ ਕੀਰਤਨ ਕਰਦੇ ਹੋਣਗੇ, ਉਹ ਕਮਾਲ ਹੀ ਹੋਏਗੀ। ਮੇਰਾ ਖਿਆਲ ਹੈ ਤੁਸੀਂ ਸਹਿਮਤ ਹੋਵੋਗੇ। ਬੱਚਿਆਂ ਦੇ ਮਨ ਵਿੱਚ ਇਹ ਗੱਲਾਂ ਭਰ ਕੇ ਜੇ ਆਪਾਂ ਲੈ ਕੇ ਜਾਈਏ, ਇੱਥੋਂ ਮੈਂਟਲੀ ਪ੍ਰਿਪੇਅਰ ਕਰਕੇ ਜਾਈਏ। ਮੇਰੇ ਤੋਂ ਜੇ ਜ਼ਿੰਦਗੀ ਵਿੱਚ ਨਾ ਸੁਪਨਾ ਪੂਰਾ ਹੋਇਆ, ਮੈਂ ਬੱਚਿਆਂ ਦੇ ਅੰਦਰ ਜ਼ਰੂਰ ਭਰ ਦੇਣਾ। ਇੱਕ ਦਿਨ ਐਸਾ ਆਏਗਾ ਜਾਂ ਸਾਰੇ ਪਰਿਵਾਰ ਮਿਲ ਕੇ ਪੁੱਛਣਗੇ ਏਅਰਲਾਈਨ ਵਾਲਿਆਂ ਨੂੰ, ਤੁਹਾਡੇ ਕੋਲ ਕਿੰਨੀਆਂ ਸੀਟਾਂ ਨੇ? ਸਾਰੀਆਂ ਅਸੀਂ ਬਾਏ ਕਰਦੇ ਹਾਂ। ਬੋਲੋ ਡਿਸਕਾਊਂਟ ਕੀ ਦਿੰਦੇ ਹੋ? ਸ਼ਾਇਦ ਡਿਸਕਾਊਂਟ ਵੀ ਦੇਣਗੇ ਉਹ। ਕਮਾਲ ਹੀ ਹੋਏਗੀ। ਫਿਰ ਜੇ ਕਿਤੇ ਸਾਰੇ ਪਰਿਵਾਰ ਇੱਦਾਂ ਯਾਤਰਾ ਦੀ ਭਾਵਨਾ ਨਾਲ ਜਹਾਜ਼ ਵਿੱਚ ਜਾਣਗੇ ਨਾ, ਤੇ ਮੈਨੂੰ ਇਹ ਲੱਗਦੀ ਹੈ ਜਹਾਜ਼ ਨਹੀਂ ਹੋਏਗਾ, ਉਹ ਜਾਂਦਿਆਂ ਜਾਂਦਿਆਂ ਪ੍ਰਭਾਤ ਫੇਰੀ ਹੋਏਗੀ। ਔਰ ਸ਼ਾਇਦ ਉਹ ਦੁਨੀਆ ਦੀ ਪਹਿਲੀ ਪ੍ਰਭਾਤ ਫੇਰੀ ਹੋਏਗੀ ਜਿਹੜੀ ਆਕਾਸ਼ ਵਿੱਚ ਉੱਡਦਿਆਂ ਹੋਇਆਂ ਘੰਟਿਆਂ ਬੱਧੀ ਚੱਲੇਗੀ। ਸ਼ਾਇਦ ਅਸੀਂ ਐਸਾ ਵੀ ਪ੍ਰਬੰਧ ਕਰ ਲੈਣ ਕਿ ਇੱਕ ਛੋਟੀ ਜਿਹੀ ਡਿਵਾਈਸ ਹੋਵੇ, ਜਾਂਦਿਆਂ ਜਿਹੜੇ ਅਸਥਾਨਾਂ ਦੇ ਦਰਸ਼ਨ ਕਰਨੇ ਨੇ ਉਹ ਅਸਥਾਨ ਉੱਥੇ ਪਹਿਲਾਂ ਵਿਜ਼ੂਅਲਾਈਜ਼ ਵੀਡੀਓ ਦਿਖਾਈ ਜਾਵੇ। ਫਿਰ ਇੰਡੀਆ ਪਹੁੰਚ ਕੇ ਤਾਂ ਪ੍ਰਬੰਧ ਹੋ ਹੀ ਜਾਏਗਾ। ਉੱਥੇ AC ਬੱਸ ਕਰਵਾਈ ਜਾਵੇ, ਜੇ ਗਰਮੀਆਂ ਨੇ ਮੌਸਮ ਮੁਤਾਬਕ ਵਧੀਆ ਲਗਜ਼ਰੀ ਬੱਸ ਕਰਾਈ ਜਾਵੇ। ਉਹਦੇ TV ਦੇ ਵਿੱਚ ਜਦੋਂ ਅਸੀਂ ਖੰਡੂਰ ਸਾਹਿਬ ਜਾਣਾ ਹੈ, ਖੰਡੂਰ ਸਾਹਿਬ ਬਾਰੇ ਲੈਕਚਰ ਸਾਰੀ ਗੱਲ ਪਹਿਲਾਂ ਇੱਥੇ ਬੱਚਿਆਂ ਅੰਦਰ ਪਰੋਈ ਜਾਵੇ, ਫਿਰ ਉੱਥੇ ਵੀਡੀਓ ਵਿੱਚ ਦਿਖਾਈ ਜਾਵੇ। ਫਿਰ ਉਤਰਦਿਆਂ ਸੱਚ ਜਾਣਿਓ ਬੱਚੇ ਕੈਨੇਡਾ ਭੁੱਲ ਜਾਣਗੇ। ਉਸ ਵੇਲੇ ਉਹਨਾਂ ਨੂੰ ਮਹਿਸੂਸ ਹੋਏਗਾ ਅਸੀਂ ਬਾਸਰ ਕੇ ਗਿੱਲਾਂ, ਖੰਡੂਰ ਸਾਹਿਬ, ਗੋਇੰਦਵਾਲ ਸਾਹਿਬ ਉਸ ਮਾਹੌਲ ਵਿੱਚ ਫਿਰ ਰਹੇ ਹਾਂ ਜਦੋਂ ਗੁਰੂ ਪਾਤਸ਼ਾਹ ਆਪ ਹੁੰਦੇ ਸੀ। ਮੇਰੇ ਯਾਦ ਹੈ ਇੱਕ ਵਿਦਵਾਨ ਸੱਜਣ ਨੇ ਕਿਹਾ ਸੀ, ਕਹਿੰਦੇ ਇਤਿਹਾਸ ਵਿੱਚ ਖੋ ਜਾਣਾ ਤਦ ਹੁੰਦਾ ਹੈ ਜਦੋਂ ਆਪਣੇ ਆਪ ਨੂੰ ਉਹਨਾਂ ਹਾਲਾਤਾਂ ਵਿੱਚ ਲੈ ਜਾਓ, ਉਹਨੇ ਸਾਲ ਪਿੱਛੇ ਲੈ ਜਾਓ ਤੇ ਮਹਿਸੂਸ ਕਰੋ ਮੈਂ ਉਸ ਵੇਲੇ ਜਿਉ ਰਿਹਾ। ਇਹ ਚੀਜ਼ਾਂ ਸਾਡੇ ਅੰਦਰ ਭਰਦੀਆਂ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 18 ਰਾਗਾਂ ਦੇ ਵਿੱਚ 270 ਸ਼ਬਦ ਉਚਾਰਨ ਕੀਤੇ ਨੇ। ਉਹਨਾਂ 270 ਸ਼ਬਦਾਂ ਦੀ ਵੀ ਅੱਗੇ ਅਲੱਗ ਡਿਟੇਲ ਹੈ। ਉਹਦੇ ਵਿੱਚ 172 ਸ਼ਬਦ ਨੇ, 79 ਅਸ਼ਟਪਦੀਆਂ ਨੇ ਤੇ 19 ਛੰਤ ਨੇ। ਸ਼ਬਦ ਜਿਹੜੇ ਹੁੰਦੇ ਨੇ, ਇਹ ਵੀ ਮੈਂ ਥੋੜਾ ਜਿਹਾ ਵਿਸਥਾਰ ਕਰ ਦੇਵਾਂ। ਸ਼ਬਦ ਜਿਹੜੇ ਨੇ ਉਹ 2-2 ਪਦਿਆਂ ਦੇ ਵੀ ਹੁੰਦੇ ਨੇ। ਉਹਦਾ ਟਾਈਟਲ ਕਈ ਵਾਰੀ 2 ਪਦੇ ਦੇ ਰੂਪ ਵਿੱਚ ਹੁੰਦਾ ਹੈ। 3-3 ਪਦਿਆਂ ਦੇ ਵੀ ਹੁੰਦੇ ਨੇ, ਉਹਦਾ ਟਾਈਟਲ ਤਿਪਦੇ ਦੇ ਰੂਪ ਵਿੱਚ ਹੁੰਦਾ ਹੈ। 4 ਪਦਿਆਂ ਦੇ ਸ਼ਬਦ ਵੀ ਹੁੰਦੇ ਆ, ਉਹਦਾ ਟਾਈਟਲ ਚੌਪਦੇ ਦੇ ਰੂਪ ਵਿੱਚ ਹੁੰਦਾ ਹੈ। ਤੇ 5 ਪਦੇ ਦੇ ਵਾਲੇ ਸ਼ਬਦ ਵੀ ਹੁੰਦੇ ਆ, ਉਹਦਾ ਰੂਪ ਪੰਚਪਦੇ, ਉਹਦਾ ਟਾਈਟਲ ਹੁੰਦਾ ਹੈ। ਫਿਰ ਸ਼ਬਦ ਦਾ ਇੱਕ ਹੋਰ ਰੂਪ ਹੁੰਦਾ ਹੈ, ਉਹ ਹੁੰਦਾ ਇੱਕ ਤੁਕਾ।
ਇੱਕ ਤੁਕਾ ਕਈ ਵਾਰੀ ਇੱਕ ਪਦੇ 'ਚ ਇੱਕ ਪੰਕਤੀ ਹੁੰਦੀ ਹੈ, ਕਈ ਵਾਰੀ ਅੱਧੀਆਂ ਅੱਧੀਆਂ ਦੋ ਪੰਕਤੀਆਂ ਜੋੜ ਕੇ ਵੀ ਉਹਨੂੰ ਇੱਕ ਤੁਕਾ ਕਹਿੰਦੇ ਨੇ। ਦੋ ਪੰਕਤੀਆਂ ਵਿੱਚ ਇੱਕ ਗੱਲ ਕਹੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਇਹ ਹੋ ਗਏ ਨੇ ਸ਼ਬਦ ਜੀ, ਪੰਚਪਦਾ, ਦੋ ਪਦੇ, ਤੇ ਪਦੇ, ਚੌਪਦੇ। ਫਿਰ ਹੁੰਦੀ ਹੈ ਜੀ ਅਸ਼ਟਪਦੀ। ਅਸ਼ਟਪਦੀ ਜਿਹੜੀ ਹੈ ਉਹ ਆਮ ਤੌਰ ਤੇ 8 ਪਦਿਆਂ ਦੀ ਹੁੰਦੀ ਹੈ, ਪਰ ਗੁਰਬਾਣੀ ਦੇ ਅੰਦਰ ਵੱਧ ਘੱਟ ਪਦੇ ਵੀ ਆਏ ਨੇ। 10-10 ਪਦਿਆਂ ਦੀਆਂ ਜਿਹੜੀਆਂ ਅਸ਼ਟਪਦੀਆਂ ਵੀ ਨੇ। ਇੱਕ ਅਸ਼ਟਪਦੀ ਦੇ ਵਿੱਚ ਮੇਰੇ ਖਿਆਲ 'ਚ ਸ਼ਾਇਦ 30-31 ਦੇ ਕਰੀਬ ਵੀ ਪਦੇ ਹੈਗੇ ਨੇ। ਇੱਦਾਂ ਵੀ ਅਸ਼ਟਪਦੀਆਂ ਹੈਗੀਆਂ ਨੇ, ਪਰ ਉਂਝ ਅਸ਼ਟਪਦੀ 8 ਪਦਿਆਂ ਵਾਲੀ ਨੂੰ ਅਸ਼ਟਪਦੀ ਕਹਿੰਦੇ ਨੇ। ਪਰ ਇਹ ਮਾਈਂਡ ਵਿੱਚ ਰੱਖਣਾ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੀਆਂ ਅਸ਼ਟਪਦੀਆਂ ਨੇ ਉਹ ਵੱਧ ਪਦਿਆਂ ਵਾਲੀਆਂ ਵੀ ਹਨ। ਹਾਂ, 8 ਪਦਿਆਂ ਤੋਂ ਘੱਟ ਨਹੀਂ ਹੈ, ਇਹ ਯਾਦ ਰੱਖਿਓ। 8 ਪਦਿਆਂ ਤੋਂ ਘੱਟ ਨਹੀਂ ਹੈ। ਜਿਹੜੀ ਸਭ ਤੋਂ ਲੰਬੀ ਬਾਣੀ ਸੁਖਮਨੀ ਸਾਹਿਬ ਜੀ ਦੀ ਹੈ, ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ, ਉਹਦੇ ਵਿੱਚ ਪ੍ਰੋਪਰ ਹੀ 8-8 ਪਦਿਆਂ ਦੀ ਗਿਣਤੀ ਹੈ ਪੂਰੀ। ਤੇ ਹਰ ਪਦੇ ਦੇ ਅੰਦਰ 10-10 ਪੰਕਤੀਆਂ ਨੇ। ਉਹ ਇੱਕ ਪ੍ਰੋਪਰ ਰੂਪ ਵਿੱਚ ਜਿਹੜਾ ਹੈ ਉਹ ਇੱਕ ਪੂਰਾ ਜਿਹੜਾ ਉਹਨੂੰ ਕਹਿ ਲਓ ਵੀ ਇੱਕ ਸਕੈਚ ਬਣਾਇਆ ਹੋਇਆ ਹੈ ਕਿ 2-2 ਪਹਿਲਾਂ ਸ਼ਲੋਕ ਹੈ, ਫਿਰ 10-10 ਪੰਕਤੀਆਂ ਦਾ ਇੱਕ ਪਦਾ ਹੈ, ਤੇ 8-8 ਜਿਹੜੇ ਪਦਿਆਂ ਦੀ ਉਹ ਅਸ਼ਟਪਦੀ ਹੈ। 24 ਅਸ਼ਟਪਦੀਆਂ ਤੇ 24 ਸ਼ਲੋਕ ਨੇ। ਉਸ ਤੋਂ ਬਾਅਦ ਹੈ ਜੀ ਛੰਤ। ਛੰਤ ਜਿਹੜਾ ਹੁੰਦਾ ਇਹ ਵੀ ਮਾਈਂਡ 'ਚ ਕਰ ਲਿਓ। ਉਹਦੇ ਇੱਕ ਪਦੇ ਦੇ ਵਿੱਚ 6 ਪੰਕਤੀਆਂ ਹੁੰਦੀਆਂ ਨੇ ਜੀ, ਉਹਨੂੰ ਛੰਤ ਕਹਿੰਦੇ ਨੇ। ਇੱਕ ਪਦੇ ਦੇ ਵਿੱਚ 6 ਪੰਕਤੀਆਂ। ਤਾਂ ਇਸ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 172 ਸ਼ਬਦ, 79 ਅਸ਼ਟਪਦੀਆਂ ਤੇ 19 ਛੰਤ ਜਿਹੜੇ ਨੇ 18 ਰਾਗਾਂ ਦੇ ਵਿੱਚ ਟੋਟਲ 270 ਸ਼ਬਦ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇਹ ਖਜ਼ਾਨਾ ਪਿਆ ਹੈ। ਗੁਰੂ ਪਾਤਸ਼ਾਹ ਨੂੰ ਪਾਇਆ ਇਹ ਲਗਾਤਾਰ ਆਪਣੀ ਕਲਾਸ 2 ਸਾਲ ਚੱਲਦੀ ਰਹੀ। 2 ਸਾਲਾਂ ਦੇ ਵਿੱਚ ਤੁਸੀਂ ਖੁਦ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਜੋਗੇ ਹੋ ਜਾਓਗੇ। ਤੇ ਫਿਰ ਆਪਾਂ ਐਸੇ ਪਲਾਨ ਵੀ ਬਣ ਸਕਦੇ ਨੇ ਕਿ ਗੁਰੂ ਪਾਤਸ਼ਾਹ ਦੇ ਗੁਰਪੁਰਬ ਤੋਂ ਪਹਿਲਾਂ ਆਪਾਂ ਐਸਾ ਰੱਖੀਏ ਕਿ ਹਫ਼ਤੇ 'ਚ 3-3 ਕਲਾਸਾਂ ਹੋਣ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਰੇ ਸ਼ਬਦਾਂ ਦੇ ਨਹੀਂ ਤੇ ਕਨਸੈਪਟ ਦੇ ਦੀਦਾਰ ਕਰ ਸਕੀਏ। ਫਿਰ ਮੇਰਾ ਆਪਣਾ ਵਿਸ਼ਵਾਸ ਹੈ, ਜਿਉਂ-ਜਿਉਂ ਅਸੀਂ ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹਦੇ ਆ ਨਾ ਜੀ, ਤਾਂ ਫਿਰ ਇੱਕ ਐਸੀ ਕਿਰਪਾ ਵੀ ਹੁੰਦੀ ਹੈ ਕਿ ਜਦੋਂ ਅਸੀਂ ਰਾਗੀ ਸਿੰਘਾਂ ਤੋਂ ਕੀਰਤਨ ਸੁਣਦੇ ਆ ਨਾ ਜੀ, ਸ਼ਬਦ ਦੀ ਸ਼ੈਲੀ ਤੋਂ ਪਤਾ ਲੱਗ ਜਾਂਦਾ ਕਿਹੜੇ ਗੁਰੂ ਸਾਹਿਬ ਦਾ ਸ਼ਬਦ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਗੱਲ ਕਹਿਣ ਦਾ ਤਰੀਕਾ ਹੋਰ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਦਾ ਨਿਵੇਕਲਾ ਹੀ ਹੈ, ਉਹ ਤਾਂ 2 ਪੰਕਤੀਆਂ 'ਚ ਹੀ ਗੱਲ ਕਹਿ ਦਿੰਦੇ ਨੇ ਕਿਉਂਕਿ ਇਕੱਲੇ ਸ਼ਲੋਕ ਨੇ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਤਰੀਕਾ ਉਸ ਤੋਂ ਵੱਖਰਾ ਹੈ। ਚੌਥੇ ਪਾਤਸ਼ਾਹ ਦਾ ਤਰੀਕਾ ਵੱਖਰਾ ਹੈ, ਉਹ ਬੈਰਾਗ ਦੇ ਸ਼ਬਦ ਜ਼ਿਆਦਾ ਨੇ। ਪੰਚਮ ਪਾਤਸ਼ਾਹ ਦੇ ਵਿੱਚ ਸ਼ਬਦਾਂ ਵਿੱਚ ਦੁਨਿਆਵੀ ਉਦਾਹਰਣਾਂ ਕਮਾਲ ਦੀਆਂ ਨੇ, ਦੁਨਿਆਵੀ ਕਨਸੈਪਟ ਕਮਾਲ ਦੇ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਅਸੀਂ ਕਹਿੰਦੇ ਬਾਣੀ ਬੈਰਾਗ ਦੀ ਹੈ, ਮੈਂ ਕਹਾਂਗਾ ਤਿਆਗ ਦੀ ਹੈ। ਤਿਆਗ ਜਜ਼ਬਾ ਭਰਦੀ ਹੈ ਗੁਰਬਾਣੀ। ਇਸ ਤਰ੍ਹਾਂ ਹਰ ਗੁਰੂ ਸਾਹਿਬ ਦੀ ਆਪਣੀ ਆਪਣੀ ਸ਼ੈਲੀ ਹੈ। ਜਿਉਂ-ਜਿਉਂ ਅਸੀਂ ਗੁਰਬਾਣੀ ਨੂੰ ਸਮਝਾਂਗੇ, ਜ਼ਿੰਦਗੀ 'ਚ ਜਿਉਵਾਂਗੇ, ਫਿਰ ਐਸਾ ਵੀ ਕਿਰਪਾ ਹੁੰਦੀ ਹੈ। ਤੁਸੀਂ ਇਤਿਹਾਸ ਵਿੱਚੋਂ ਦੇਖਿਆ ਹੋਵੇਗਾ, ਇੱਕ ਬੜਾ ਕਮਾਲ ਦਾ ਕੌਤਕ ਹੈ। ਪੰਚਮ ਪਾਤਸ਼ਾਹ ਵੇਲੇ ਭਾਈ ਗੁਰਦਾਸ ਜੀ ਸੰਗਤ ਵਿੱਚ ਬੈਠੇ ਨੇ। ਭਾਈ ਗੁਰਦਾਸ ਜੀ ਬੜੇ ਵਿਦਵਾਨ ਨੇ ਤੇ ਉਸ ਵੇਲੇ ਕਿਸੇ ਨੇ ਕਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਵੀ ਗੁਰਬਾਣੀ ਦਾ ਸ਼ਬਦ ਸੁਣਾਉਣਾ ਚਾਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਸੁਣਾ ਬਈ। ਹੁਣ ਉਹ ਜਿਹੜਾ ਸ਼ਬਦ ਸੀ ਉਹਦੇ ਵਿੱਚ ਨਾਨਕ ਸ਼ਬਦ ਤਾਂ ਆਇਆ ਸੀ, ਤੇ ਜਦੋਂ ਨਾਨਕ ਸ਼ਬਦ ਆਇਆ ਸਾਰੇ ਸੀਸ ਨਿਵਾਉਂਦੇ ਵੀ ਗੁਰਬਾਣੀ ਦਾ ਸ਼ਬਦ ਹੈ। ਤੇ ਭਾਈ ਗੁਰਦਾਸ ਜੀ ਬੈਠਿਆ ਉਹਨਾਂ ਨੇ ਨਾਹ ਵਿੱਚ ਸਿਰ ਹਿਲਾ ਦਿੱਤਾ। ਬੈਠੇ ਨੇ, ਸੁਣੀ ਜਾਂਦੇ ਨੇ, ਨਾਹ ਵਿੱਚ ਸਿਰ ਹਿਲਾਈ ਜਾਂਦੇ ਨੇ, ਬਾਕੀ ਝੂਮੀ ਜਾਂਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਾਣੀ ਜਾਣ ਸਨ, ਸਾਨੂੰ ਸਿਖਾਉਣ ਵਾਸਤੇ ਭਾਈ ਗੁਰਦਾਸ ਜੀ ਨੂੰ ਕਹਿੰਦੇ ਨੇ, ਤੁਸੀਂ ਸਿਰ ਕਿਉਂ ਹਿਲਾ ਰਹੇ ਹੋ, ਨਾ ਕਿਉਂ ਕਰ ਰਹੇ ਹੋ? ਕਹਿਣ ਲੱਗੇ, ਜੀ ਇਹ ਮੇਰੇ ਗੁਰੂ ਦਾ ਸ਼ਬਦ ਨਹੀਂ ਆਖੋ ਵਾਹਿਗੁਰੂ। ਸਤਿਗੁਰੂ ਜੀ ਨਹੀਂ ਹੈ। ਭਾਈ ਗੁਰਦਾਸ ਜੀ ਨੂੰ ਗੁਰੂ ਪਾਤਸ਼ਾਹ ਪੁੱਛਦੇ ਨੇ, ਭਾਈ ਗੁਰਦਾਸ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ? ਕਹਿਣ ਲੱਗੇ, ਜੀ ਜਿਹੜੇ ਸ਼ਬਦ ਵਿੱਚ ਕਨਸੈਪਟ ਗੱਲ ਕਹੀ ਗਈ ਹੈ, ਇਹ ਮੇਰੇ ਗੁਰੂ ਪਾਤਸ਼ਾਹ ਦੀ ਸ਼ੈਲੀ ਹੋਈ ਨਹੀਂ ਹੈ, ਗੁਰੂ ਸਾਹਿਬ ਦਾ ਤਰੀਕਾ ਹੀ ਨਹੀਂ ਹੈ, ਮੈਨੂੰ ਉਹ ਚੀਜ਼ ਪਿੱਛੋਂ ਰੜਕੀ ਨਹੀਂ ਰਹੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰਦਾਸ ਫਿਰ ਆਹ ਕਾਰਜ ਵੀ ਕਰਨਾ ਪਵੇਗਾ। ਅੱਜ ਤਾਂ ਨਖੇੜੇ ਹੋ ਜਾਣਗੇ, ਅੱਜ ਤੇ ਨਖੇੜਿਆਂ ਨੂੰ ਸਮਝਣ ਵਾਲੇ ਗੁਰਸਿੱਖ ਵੀ ਹਨ। ਆਉਣ ਵਾਲੇ ਸਮੇਂ ਦੇ ਵਿੱਚ
ਇਹ ਨਖੇੜੇ ਕਰਨ ਵਾਲੇ ਕਿਤੇ ਘਟ ਨਾ ਜਾਣ, ਤੇ ਫਿਰ ਆਦ ਬੀੜ ਲਿਖਾਉਣੀ ਸ਼ੁਰੂ ਕੀਤੀ। ਸੋਚ ਕੇ ਦੇਖੋ, ਜੇ ਗੁਰੂ ਪਾਤਸ਼ਾਹ ਬੀੜ ਨਾ ਲਿਖਵਾ ਕੇ ਜਾਂਦੇ, ਅੱਜ ਹਾਲ ਕੀ ਹੋਣਾ ਸੀ। ਅੱਜ ਸ਼ੋਕਾਜ਼ ਡੈਮੋਕ੍ਰੇਸੀ ਦੇ ਵਿੱਚ, ਅੱਜ ਧੜੇਬੰਦੀਆਂ ਦੇ ਵਿੱਚ ਅਸੀਂ ਜਿਉਣ ਜੋਗੇ ਨਹੀਂ ਸੀ ਰਹਿਣਾ। ਸਤਿਗੁਰੂ ਸੱਚੇ ਪਾਤਸ਼ਾਹ ਦੀ ਇੱਕ ਬਹੁਤ ਵੱਡੀ ਦੇਣ ਉਸ ਵੇਲੇ ਸਾਹਮਣੇ ਆਈ ਸੀ, ਜਦੋਂ ਭਾਈ ਗੁਰਦਾਸ ਜੀ ਨੇ ਕਿਹਾ ਸੀ, ਇਹ ਮੇਰੇ ਗੁਰੂ ਪਾਤਸ਼ਾਹ ਦਾ ਤਰੀਕਾ ਨਹੀਂ ਹੈ ਗੱਲ ਕਹਿਣ ਦਾ। ਤੇ ਸੱਚ ਜਾਣਿਓ, ਜਦੋਂ ਗੁਰਬਾਣੀ ਨੂੰ ਜਿਉਵਾਂਗੇ ਤਾਂ ਸਾਨੂੰ ਇਹ ਵੀ ਸਮਝ ਆਉਣ ਲੱਗ ਜਾਏਗੀ, ਸ਼ਬਦ ਦੀ ਸ਼ੈਲੀ ਤੋਂ ਪਤਾ ਲੱਗ ਜਾਏਗਾ। ਮੈਨੂੰ ਪਿੱਛੇ ਜਿਹਾ ਕਿਸੇ ਨੇ ਇੱਕ ਮੈਸੇਜ ਭੇਜਿਆ, ਉਹ 2 ਪੰਕਤੀਆਂ ਸਨ ਇਤਿਹਾਸ ਦੇ ਵਿੱਚੋਂ, ਮੈਨੂੰ ਕਹਿਣ ਲੱਗੇ ਲਿਖੀਆਂ ਕਿਹਦੀਆਂ ਨੇ। ਮੈਂ ਉਹਨਾਂ ਨੂੰ ਕਿਹਾ ਮੈਨੂੰ ਉਂਝ ਤੇ ਪਤਾ ਨਹੀਂ ਹੈ, ਪਰ ਸ਼ੈਲੀ ਲੱਗ ਰਹੀ ਹੈ ਸ਼ਾਇਦ ਕਵੀ ਸੰਤੋਖ ਸਿੰਘ ਦੀਆਂ ਨੇ, ਕਿਉਂਕਿ ਆਪਾਂ ਨੂੰ ਸ਼ੈਲੀ, ਜਿਹੜੇ ਕਵੀਆਂ ਨੂੰ ਜ਼ਿਆਦਾ ਸੁਣਦੇ ਨੇ ਉਹਨਾਂ ਨੂੰ ਕਵੀ ਦੀਆਂ ਪੰਕਤੀਆਂ ਚੋਂ ਪਤਾ ਲੱਗ ਜਾਂਦਾ ਹੈ ਫਲਾਣੇ ਕਵੀ ਦੀ ਰਚਨਾ ਲੱਗ ਰਹੀ ਹੈ। ਜਿਵੇਂ ਰਾਹਤ ਅੰਦੋਰੀ ਹੁਣੇ ਵਿਚਾਰੇ ਚੜਾਈ ਕੀਤੇ ਨੇ ਪਿਛਲੇ ਮਹੀਨਿਆਂ, ਕੁਝ ਕੁ ਮਹੀਨੇ ਪਹਿਲਾਂ, ਉਹਨਾਂ ਦੀ ਸ਼ੈਲੀ ਬੜੀ ਕਮਾਲ ਦੀ ਸੀ। ਉਹ ਬੜੀਆਂ ਗੁੱਝੀਆਂ ਰਮਜਾਂ ਗੱਲਾਂ ਕਹਿੰਦੇ ਹੁੰਦੇ ਸੀ। ਉਹ ਆਪਣੇ ਵਿਰੋਧੀਆਂ ਨੂੰ ਕਹਿੰਦੇ ਸੀ, ਬੋਲਤੇ ਹੈ ਬੋਲਤੇ ਹੈ ਬੋਲਣੇ ਦੋ, ਉਨਕੇ ਮੂੰਹ ਮੇ ਹਮਾਰੀ ਜ਼ੁਬਾਨ ਥੋੜੀ ਹੈ। ਤਾਂ ਜਿਨ੍ਹਾਂ ਨੇ ਉਹਨਾਂ ਨੂੰ ਸੁਣਿਆ, ਉਹ ਇੱਕ ਇੱਕ ਪੰਕਤੀ ਤੋਂ ਪਤਾ ਲੱਗ ਜਾਂਦਾ ਹੈ ਰਾਹਤ ਅੰਦੋਰੀ ਜੀ ਦੀ ਪੰਕਤੀ ਹੈ। ਤੁਸੀਂ ਦੇਖੋਗੇ ਬੱਚੇ, ਨੌਜਵਾਨ ਗਾਣਿਆਂ ਤੋਂ ਪ੍ਰਭਾਵਿਤ ਹੁੰਦੇ ਨੇ। ਉਹ ਗਾਣਿਆਂ ਦੀ ਕੋਈ ਟਿਊਨ ਜਿਹੜੀ ਹੈ ਬਣਾ ਦੇਵੇ, ਜਿਵੇਂ ਆਮ ਤੌਰ ਤੇ ਕੀਰਤਨ ਵੀ ਜਿਹੜਾ ਟਿਊਨਾਂ ਵੱਲ ਨੂੰ ਖਿੱਚਿਆ ਗਿਆ, ਉਹ ਟਿਊਨ ਤੋਂ ਸਮਝ ਜਾਂਦੇ ਨੇ ਫਲਾਣੇ ਗਾਣੇ ਦੀ ਟਿਊਨ ਹੈ। ਤੇ ਫਿਰ ਗੁਰੂ ਕਾ ਗੁਰਸਿੱਖ ਕਿਉਂ ਨਹੀਂ ਸਮਝੇਗਾ ਕਿ ਆ ਤੇ ਮੇਰੇ ਫਲਾਣੇ ਗੁਰੂ ਸਾਹਿਬ ਦੀ ਸ਼ੈਲੀ ਹੈ। ਤਾਂ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਰਚਨਾ ਇਸ ਤਰੀਕੇ ਨਾਲ ਸਾਡੇ ਸਨਮੁਖ ਹੈ। ਉਸ ਤੋਂ ਬਾਅਦ ਅਗਲਾ ਹੈ ਜੀ ਕੰਟਰੀਬਿਊਸ਼ਨ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੁਝ ਵਿਸ਼ੇਸ਼ ਕਾਰਜ ਕੀਤੇ ਨੇ, ਜਿਹੜੇ ਕਾਰਜ ਰਹਿੰਦੀ ਦੁਨੀਆ ਤੱਕ ਯਾਦ ਰਹਿਣਗੇ। ਉਹਨਾਂ ਵਿੱਚੋਂ ਸਭ ਤੋਂ ਪਹਿਲਾ ਕਾਰਜ ਹੈ ਜੀ, ਉਹਨਾਂ ਨੇ ਗੁਰਬਾਣੀ ਦੇ ਪ੍ਰਚਾਰ ਨੂੰ ਜਿਹੜਾ ਸੈਂਟਰਲਾਈਜ਼ ਕੀਤਾ ਸੀ, ਉਹ ਅੱਜ ਕੌਮ ਦੇ ਅੰਦਰ ਬੜੀ ਵੱਡੀ ਘਾਟ ਰੜਕ ਰਹੀ ਹੈ। ਸਾਡੇ ਜਿਹੜੇ ਸੈਂਟਰਲ ਇੰਸਟੀਟਿਊਸ਼ਨਸ ਨੇ, ਜਿੱਥੋਂ ਸਭ ਕੁਝ ਸੈਂਟਰਲਾਈਜੇਸ਼ਨ ਹੋਣੀ ਸੀ, ਉਹ ਜਿਹੜੇ ਨੇ ਉਹ ਡਰਟੀ ਪੋਲਿਟਿਕਸ ਦੀ ਮੁੱਠੀ ਵਿੱਚ ਆ ਚੁੱਕੇ ਨੇ, ਉਹ ਏਜੰਸੀਆਂ ਦੀ ਮੁੱਠੀ ਵਿੱਚ ਆ ਚੁੱਕੇ ਨੇ, ਉਹ ਤਾਣਾ ਬਾਣਾ ਉਲਝ ਚੁੱਕਿਆ ਹੈ। ਅਸੀਂ ਅੱਜ ਇੱਕ ਸ਼ਹਿਰ ਵਿੱਚ ਪ੍ਰਚਾਰ ਕਰਨ ਵਾਸਤੇ ਵੀ ਸੈਂਟਰਲਾਈਜ਼ ਨਹੀਂ ਕਰ ਸਕੇ। ਅਸੀਂ ਇੱਕ ਸ਼ਹਿਰ ਦੇ ਸਾਊਥ ਵਾਲੇ ਪਾਸੇ ਕੀ ਕਰਨਾ ਹੈ, ਅਸੀਂ ਈਸਟ ਵਾਲੇ ਪਾਸੇ ਕੀ ਕਰਨਾ ਹੈ, ਵੈਸਟ ਵਾਲੇ ਪਾਸੇ ਕੀ ਕਰਨਾ ਹੈ, ਸਾਡੇ ਕੋਲੇ ਪਲਾਨ ਹੀ ਕੋਈ ਨਹੀਂ। ਅਸੀਂ ਬਜ਼ੁਰਗਾਂ ਲਈ ਕੀ ਕਰਨਾ ਹੈ, ਨੌਜਵਾਨਾਂ ਲਈ ਕੀ ਕਰਨਾ ਹੈ, ਟੀਨਏਜਰ ਵਾਸਤੇ ਕੀ ਕਰਨਾ ਹੈ, ਛੋਟੇ ਬੱਚਿਆਂ ਵਾਸਤੇ, ਨੰਨੀ ਫੁਲਵਾੜੀ ਵਾਸਤੇ ਕੀ ਕਰਨਾ ਹੈ, ਸਾਡੇ ਕੋਲੇ ਪਲਾਨ ਨਹੀਂ ਹੈ। ਕਾਸ਼ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਸ ਵੇਲੇ ਦੇ ਇਹ ਕੌਤਕ ਆਪਣੇ ਜ਼ਿਹਨ ਵਿੱਚ ਵਸਾਈਏ। ਉਹਨਾਂ ਨੇ 22 ਪ੍ਰਚਾਰ ਸੈਂਟਰ ਪੈਦਾ ਕੀਤੇ, 52 ਸਬ ਸੈਂਟਰ ਪੈਦਾ ਕੀਤੇ। ਪ੍ਰਚਾਰ ਨੂੰ ਮੰਜੀਆਂ ਤੇ ਸਬ ਸੈਂਟਰ ਜਿਹੜੇ ਸਨ, ਮੇਨ ਸੈਂਟਰ ਜਿਹੜੇ ਸੀ ਉਹਨਾਂ ਨੂੰ ਮੰਜੀਆਂ 22 ਸੀ ਸੈਂਟਰ ਜਿਹੜੇ ਮੇਨ ਸੈਂਟਰ ਬਣਾਏ, ਤੇ ਜਿਹੜੇ ਸਬ ਸੈਂਟਰ ਬਣਾਏ ਸੀ ਉਹਨਾਂ ਨੂੰ ਪੀੜੇ ਕਿਹਾ ਜਾਂਦਾ ਸੀ। ਇਹ ਵੀ ਮੈਂ ਜਿਹੜਾ ਹੈ ਥੋੜਾ ਸਪਸ਼ਟ ਕਰ ਦੇਵਾਂ, ਇੱਕ ਥੋੜਾ ਜਿਹਾ ਇੱਕ ਨਿਜ਼ਮ ਲਿਖਿਆ ਗਿਆ ਸੀ। ਆਪਾਂ ਦੇਖਦੇ ਹਾਂ ਜਦੋਂ ਕਿਤੇ ਕਿਸੇ ਵੀ ਬੁਲਾਰੇ ਨੇ ਬੋਲਣਾ ਹੋਵੇ ਤਾਂ ਆਮ ਤੌਰ ਤੇ ਕੀ ਕੀਤਾ ਜਾਂਦਾ ਕਿ ਜਿਹੜੀ ਆਡੀਅנס ਹੁੰਦੀ ਹੈ ਨਾ, ਉਹ ਆਡੀਅנס ਨੂੰ ਫੇਸ ਟੂ ਫੇਸ ਆਈ ਕੰਟੈਂਟ ਬਣ ਸਕੇ, ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੁੰਦਾ ਹੈ। ਜੇ ਤੇ ਸੰਗਤ ਬੈਠੀ ਹੈ ਥੱਲੇ ਚੌਂਕੜੇ ਮਾਰ ਕੇ, ਤਾਂ ਥੋੜੀ ਜੀ ਉੱਚੀ ਸਟੇਜ ਲਾਈ ਜਾਂਦੀ ਹੈ ਤਾਂ ਕਿ ਸਾਰਿਆਂ ਦਾ ਧਿਆਨ ਜਿਹੜਾ ਹੈ ਉਹ ਇੱਕ ਦੂਸਰੇ ਵੱਲ ਜਾਵੇ। ਬੁਲਾਰਾ ਬੋਲਣ ਵਾਲਾ ਕੱਲੇ ਕੱਲੇ ਦੀ ਬਾਡੀ ਲੈਂਗੁਏਜ ਨੂੰ ਵੀ ਨਾਲ ਪੜ੍ਹਦਾ ਜਾਵੇ, ਤੇ ਜਿਹੜੇ ਸੁਣਨ ਵਾਲੇ ਨੇ ਉਹ ਬੁਲਾਰੇ ਨੂੰ ਦੇਖ ਸਕਣ। ਜਾਂ ਫਿਰ ਖੜ ਕੇ ਜਿਹੜਾ ਹੈ ਬੁਲਾਰਾ ਬੋਲਦਾ ਹੁੰਦਾ ਸੈਮੀਨਾਰਸ ਦੇ ਵਿੱਚ। ਤੇ ਗੁਰੂ ਪਾਤਸ਼ਾਹ ਨੇ ਉਸ ਵੇਲੇ ਜਿਹੜੇ 22 ਮੇਨ ਸੈਂਟਰ ਬਣਾਏ ਸੀ, ਉਹਨਾਂ ਨੂੰ ਉਹਨਾਂ ਜ਼ਮਾਨਿਆਂ 'ਚ ਸਟੇਜਾਂ ਕਿਤੇ ਹੁੰਦੀਆਂ ਸੀ, ਜਿਹੜੀਆਂ ਪਿੰਡ ਵਿੱਚ ਮੰਜੀਆਂ ਹੁੰਦੀਆਂ ਸੀ ਨਾ, ਛੋਟੀ ਮੰਜੀ, ਉਹਨੂੰ ਸਟੇਜ ਵਜੋਂ ਜਿਹੜਾ ਵਰਤਿਆ ਜਾਂਦਾ ਸੀ। ਉਹਦੇ ਤੇ ਇੱਕ ਕੱਪੜਾ ਵਿਛਾ ਕੇ ਉਹਦੇ ਤੇ ਬੈਠ ਕੇ ਉਹ ਪ੍ਰਚਾਰ ਕਰਿਆ ਕਰਦੇ ਸਨ, ਕਿਉਂਕਿ ਆਦ ਬੀੜ ਉਸ ਵੇਲੇ ਹੋਂਦ ਵਿੱਚ ਨਹੀਂ ਸੀ ਆਈ, ਉਸ ਵੇਲੇ ਗੁਰਬਾਣੀ ਪ੍ਰਕਾਸ਼ ਨਹੀਂ ਸੀ ਹੁੰਦੀ। ਤੇ ਪ੍ਰਚਾਰਕ ਜਿਹੜਾ ਸੀ ਉਹ ਛੋਟੀ ਮੰਜੀ ਦੇ ਉੱਪਰ ਬੈਠਦਾ ਹੁੰਦਾ ਸੀ, ਸਾਹਮਣੇ ਸੰਗਤ ਬੈਠਦੀ ਸੀ ਤੇ ਉਹ ਪ੍ਰਚਾਰ ਕਰਦਾ ਸੀ। ਫਿਰ ਇੱਕ ਇੱਕ ਪ੍ਰਚਾਰ ਦੇ ਨਾਲ ਅੱਗੋਂ ਸਬ ਸੈਂਟਰ ਜਿਹੜੇ ਅਟੈਚ ਕੀਤੇ ਸਨ।
ਉਹ ਜਿਹੜੇ ਪ੍ਰਚਾਰ ਸੈਂਟਰ ਦੇ ਵਿੱਚ ਮੇਨ ਪ੍ਰਚਾਰਕ ਸਨ, ਉਹ ਜਿਹੜੇ ਸਬ ਸੈਂਟਰਾਂ ਦੇ ਇੰਚਾਰਜ ਸੀ ਉਹਨਾਂ ਨੂੰ ਗਾਈਡ ਵੀ ਕਰਦੇ ਸੀ ਕਿ ਗੁਰੂ ਪਾਤਸ਼ਾਹ ਦਾ ਆਹ ਹੁਕਮ ਆਇਆ ਹੈ, ਇਸ ਚੀਜ਼ ਨੂੰ ਲੋਕਾਂ ਵਿੱਚ ਪ੍ਰਚਾਰਨਾ ਹੈ। ਤੇ ਉਹ ਆਪਸ ਵਿੱਚ ਤਾਲਮੇਲ ਵੀ ਹੁੰਦਾ ਸੀ ਮੇਨ ਪ੍ਰਚਾਰ ਸੈਂਟਰ ਦੇ ਨਾਲ, ਤੇ ਨਾਲ ਨਾਲ ਉਹ ਜਿਹੜਾ ਉੱਥੋਂ ਦੀਆਂ ਜਿਹੜੀਆਂ ਲੋੜਾਂ ਸੀ ਉਹ ਕਿਵੇਂ ਹੱਲ ਹੋਣ, ਉੱਥੋਂ ਦਾ ਦਸਵੰਧ ਉੱਥੇ ਪਹੁੰਚਾਇਆ ਜਾਵੇ, ਇਹ ਸਾਰਾ ਇੱਕ ਪੂਰਾ ਸੈਂਟਰਲਾਈਜ਼ ਕੀਤਾ ਗਿਆ ਸੀ। ਤੇ ਜਿਹੜੇ ਸਬ ਸੈਂਟਰ ਸਨ ਉਹਦੀ ਇੱਕ ਨਿਸ਼ਾਨੀ ਰਹਿ ਜਾਵੇ ਕਿ ਜਿਹੜੇ ਸਬ ਸੈਂਟਰ ਸੀ ਉਹ ਪਿੰਡਾਂ ਦੇ ਵਿੱਚ, ਇੱਕ ਹੁੰਦਾ ਸੀ ਮੰਜਾ ਜੀ, ਆਪਾਂ ਸਾਰੇ ਜਾਣਦੇ ਹਾਂ, ਇੱਕ ਹੁੰਦੀ ਸੀ ਮੰਜੀ, ਮੰਜੀ ਛੋਟੀ ਹੁੰਦੀ ਸੀ, ਇੱਕ ਪੀੜੀ ਹੁੰਦੀ ਸੀ ਬਿਲਕੁਲ ਥੱਲੇ, ਇੱਕ ਪੀੜਾ ਹੁੰਦਾ ਸੀ। ਜਿਵੇਂ ਅੱਜ ਦਰਬਾਰ ਸਾਹਿਬ, ਆਪਣੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ ਵਾਸਤੇ ਜਿਵੇਂ ਪੀੜਾ ਸਾਹਿਬ ਹੁੰਦਾ ਹੈ, ਇਸ ਤਰ੍ਹਾਂ ਦਾ ਆਪਾਂ ਦੇਖਦੇ ਪਿੰਡਾਂ ਦੇ ਵਿੱਚ ਉਹ ਜਿਹੜਾ ਪੀੜਾ ਜਿਹੜਾ ਸੀ ਮੰਜੇ ਨਾਲੋਂ ਨੀਵਾਂ ਹੁੰਦਾ ਸੀ ਤੇ ਪੀੜੀ ਨਾਲੋਂ ਉੱਚਾ ਹੁੰਦਾ ਸੀ, ਤੇ ਉਹ ਪੀੜੀ ਨਾਲੋਂ ਥੋੜਾ ਵੱਡਾ ਹੁੰਦਾ ਸੀ ਤੇ ਮੰਜੀ ਨਾਲੋਂ ਛੋਟਾ ਹੁੰਦਾ ਸੀ, ਤੇ ਉਹਦੇ ਤੇ ਬੈਠ ਕੇ ਉਹ ਜਿਹੜੇ ਪ੍ਰਚਾਰ ਕਰਿਆ ਕਰਦੇ ਸਨ, ਜਿਸ ਲਈ ਨਾਮ ਹੀ ਪੈ ਗਿਆ ਸੀ ਮੰਜੀਆਂ ਤੇ ਪੀੜੇ। ਉਂਝ ਜਿਹੜਾ ਪ੍ਰੋਪਰ ਨਾਮ ਹੈ ਉਹ ਹੈ ਸੈਂਟਰਸ ਤੇ ਸਬ ਸੈਂਟਰਸ। ਇਹ 22 ਸੈਂਟਰਸ ਬਣਾਏ ਸਨ ਤੇ ਇੱਕ ਇੱਕ ਪ੍ਰਚਾਰਕ ਨਿਯੁਕਤ ਕੀਤਾ ਸੀ, ਪਰ ਟੋਟਲ ਪ੍ਰਚਾਰਕ ਜਿਹੜੇ 23 ਸਨ। ਪਤਾ ਜੀ ਕਿਉਂ? ਕਿਉਂਕਿ ਇੱਕ ਸੈਂਟਰ ਐਸਾ ਸੀ ਜਿੱਥੇ ਪਤੀ ਤੇ ਪਤਨੀ ਦੋਨਾਂ ਨੂੰ ਹੀ ਪ੍ਰਚਾਰਕ ਥਾਪਿਆ ਗਿਆ ਸੀ, ਉਹ ਦੋਨੋਂ ਹੀ ਮੰਜੀਦਾਰ ਉਹਨਾਂ ਨੂੰ ਕਿਹਾ ਜਾਂਦਾ ਸੀ। ਤੇ ਕਮਾਲ ਦੀ ਗੱਲ ਹੈ ਜੀ, ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਔਰਤ ਬਾਹਰ ਨਿਕਲਦੀ ਘੁੰਡ ਕੱਢ ਕੇ, ਉਹਨਾਂ ਜ਼ਮਾਨਿਆਂ ਦੇ ਵਿੱਚ 3 ਇੰਚਾਰਜ ਬੀਬੀਆਂ ਸਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ ਬੀਬੀਆਂ ਨੂੰ। ਫਿਰ ਹੁਣ ਇਹ ਵੀ ਨੋਟ ਕਰਿਓ, ਮੇਰਾ ਖਿਆਲ ਹੈ ਅੱਜ ਬਜ਼ੁਰਗ ਮਾਵਾਂ ਦੇ ਜੀਵਨ ਆਪਾਂ ਦੇਖੀਏ ਨਾ, ਜਿਹੜੀਆਂ ਵਿਚਾਰੀਆਂ ਬੀਬੀਆਂ ਹੁੰਦੀਆਂ ਨੇ ਨਾ ਜੀ, ਇਹਨਾਂ ਦਾ ਫਿਜ਼ੀਕਲੀ ਦਾਇਰਾ ਉਨਾ ਨਹੀਂ ਹੁੰਦਾ ਜਿੰਨਾ ਬੰਦਿਆਂ ਦਾ ਹੁੰਦਾ ਹੈ। ਅੱਜ ਤਾਂ ਚਲੋ ਜ਼ਮਾਨਾ ਬਦਲ ਗਿਆ, ਅੱਜ ਤੇ ਸਾਡੀਆਂ ਧੀਆਂ ਭੈਣਾਂ ਕਾਲਜ ਯੂਨੀਵਰਸਿਟੀ ਜਾਂਦੀਆਂ ਨੇ। ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਬਜ਼ੁਰਗ ਮਾਵਾਂ ਹੁੰਦੀਆਂ ਸੀ ਜਾਂ ਬੀਬੀਆਂ ਹੁੰਦੀਆਂ, ਪਿੰਡ ਪਿੰਡ 'ਚ ਹੀ ਵਿਚਾਰੀਆਂ ਰਹਿੰਦੀਆਂ ਸੀ, ਸਾਰੀ ਜ਼ਿੰਦਗੀ ਪਿੰਡ 'ਚ ਕੱਢ ਦੇਣੀ, ਵਿਆਹ ਹੋ ਜਾਣਾ, ਮੁੜ ਕੇ ਸਹੁਰੇ ਕੱਢ ਦੇਣੀ। ਠੀਕ ਹੈ ਜੀ। ਫਿਰ ਜੇ ਕਿਤੇ 20-25 ਪਿੰਡ ਛੱਡ ਕੇ, ਜਾਣੀ ਕਹਿੰਦੇ ਨੇ 50 ਪਿੰਡ ਬਾਅਦ ਇਲਾਕਾ ਬਦਲ ਜਾਂਦਾ ਸੀ, ਬੋਲੀ ਬਦਲ ਜਾਂਦੀ ਸੀ। ਤੇ ਜਦੋਂ ਗੁਰੂ ਪਾਤਸ਼ਾਹ ਉਹਨਾਂ ਬੀਬੀਆਂ ਨੂੰ ਭੇਜਦੇ ਨੇ, ਕਿੰਨੀ ਜ਼ਰੂਰਤ ਹੁੰਦੀ ਹੋਏਗੀ ਉੱਥੇ ਪ੍ਰਚਾਰ ਕਰਨ ਦੀ, ਗੁਰੂ ਦੇ ਸੰਦੇਸ਼ ਪਹੁੰਚਾਉਣ ਦੀ। ਤੇ ਉਹ ਬੀਬੀਆਂ ਐਦਾਂ ਥੋੜ੍ਹੀ ਹੋਏਗਾ ਵੀ ਇਹਦੀ ਡਿਊਟੀ ਲਾ ਦਿਓ, ਇਹਦੀ ਡਿਊਟੀ ਲਾ ਦਿਓ। ਉਹਨਾਂ ਦੇ ਅੰਦਰ ਉਹਨਾਂ ਦੇ ਜੀਵਨ ਨੂੰ ਦੇਖਿਆ, ਉਹਨਾਂ ਦੀ ਸੋਚ ਨੂੰ ਦੇਖਿਆ। ਫਿਰ ਇਹ ਵੀ ਗੱਲ ਕਲੀਅਰ ਹੈ ਕਿ ਪ੍ਰਚਾਰਕ ਉਸ ਨੂੰ ਲਾਇਆ ਜਾਂਦਾ ਹੋਏਗਾ ਜਿਹੜਾ ਗੱਲ ਨੂੰ ਕਨਵਿੰਸ ਕਰ ਸਕਦਾ ਹੋਵੇ, ਜਿਹੜਾ ਗੁਰੂ ਪਾਤਸ਼ਾਹ ਦੇ ਕਨਸੈਪਟ ਨੂੰ ਕਲੀਅਰ ਕਰ ਸਕਦਾ ਹੋਵੇ, ਲੋਕਾਂ ਦੇ ਮਨਾਂ 'ਚ ਵਸਾ ਸਕਦਾ ਹੋਵੇ। ਉਹਨਾਂ 'ਚੋਂ 3 ਬੀਬੀਆਂ ਜਿਹੜੀਆਂ ਸੀ ਉਹ 22 ਮੰਜੀਆਂ ਦੇ ਵਿੱਚੋਂ ਪ੍ਰਚਾਰ ਦੀਆਂ ਇੰਚਾਰਜ ਸਨ। ਇਹ ਸਾਡੇ ਸਾਹਮਣੇ ਅੱਜ ਚੈਲੰਜ ਹੈ ਕਿ ਅੱਜ ਅਸੀਂ ਪ੍ਰਚਾਰ ਨੂੰ ਜੇ ਸ਼ਹਿਰ ਵਿੱਚ ਸੈਂਟਰਲਾਈਜ਼ ਨਹੀਂ ਕਰ ਸਕਦੇ ਤਾਂ ਅਸੀਂ ਘੱਟੋ ਘੱਟ ਆਪਣੇ ਘਰਾਂ ਵਿੱਚ ਸੈਂਟਰਲਾਈਜ਼ ਕਰੀਏ। ਘਰਾਂ ਦੇ ਵਿੱਚ ਤਾਂ ਪਲੈਨਿੰਗ ਬਣੇ, ਘਰਾਂ 'ਚ ਬਣੇਗੀ, ਸ਼ਾਇਦ ਅੱਗੋਂ ਸਮਾਜ ਵਿੱਚ ਵੀ ਆਵੇ। ਇਹ ਕੰਟਰੀਬਿਊਸ਼ਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੀ। ਉਸ ਤੋਂ ਬਾਅਦ ਦੂਸਰਾ ਸੀ ਜੀ, ਉਸ ਵੇਲੇ ਸੁਸਾਇਟੀ ਦੇ ਵਿੱਚ 2 ਚੀਜ਼ਾਂ ਜਿਹੜੀਆਂ ਟ੍ਰੈਡੀਸ਼ਨ ਚੱਲ ਰਹੀਆਂ ਸੀ, ਇੱਕ ਤੇ ਘੁੰਡ ਕੱਢਣਾ, ਦੂਸਰਾ ਸੀ ਜੇ ਕਿਸੇ ਬੀਬੀ ਦਾ ਅਨਫੋਰਚੂਨੇਟਲੀ ਹਸਬੈਂਡ ਦੀ ਡੈਥ ਹੋ ਜਾਂਦੀ ਹੈ ਤਾਂ ਉਹਦਾ ਜਦੋਂ ਸੰਸਕਾਰ ਹੁੰਦਾ ਹੈ ਤੇ ਉਹ ਬੀਬੀ ਨੂੰ ਕਿਹਾ ਜਾਂਦਾ ਸੀ ਕਿ ਤੈਨੂੰ ਹੁਣ ਜਿਉਣ ਦਾ ਅਧਿਕਾਰ ਨਹੀਂ ਰਿਹਾ, ਤੈਨੂੰ ਮਰਨਾ ਹੀ ਪਵੇਗਾ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਨੇ, ਕਹਿੰਦੇ ਬ੍ਰਿਟਿਸ਼ ਗੌਰਮੈਂਟ ਨੇ ਇੱਕ ਵਾਰੀ ਸੋਚਿਆ ਸੀ ਕਿ ਉੱਥੇ ਇੰਡੀਆ ਦੇ ਵਿੱਚ ਜਿਹੜੀ ਇਹ ਸਤੀ ਪ੍ਰਥਾ ਹੈ ਇਹਨੂੰ ਬੰਦ ਕੀਤਾ ਜਾਵੇ, ਕਿਉਂਕਿ ਹਿਊਮਨ ਰਾਈਟਸ ਦੇ ਉਲਟ ਹੈ। ਉੱਥੇ ਜਿਹੜਾ ਗਵਰਨਰ ਸੀ, ਉਸ ਗਵਰਨਰ ਨੇ ਕਹਿੰਦੇ ਲਿਖ ਕੇ ਦਿੱਤਾ ਸੀ ਕਿ ਤੁਸੀਂ ਕਾਨੂੰਨ ਭਾਵੇਂ ਬਣਾ ਦਿਓ ਪਰ ਲਾਗੂ ਨਾ ਕਰਿਓ, ਕਿਉਂਕਿ ਲੋਕਾਂ ਨੇ ਭੜਕ ਜਾਣਾ ਹੈ, ਲੋਕਾਂ ਦਾ ਵਿਰੋਧ ਹੋਏਗਾ। ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਨਾ, ਇਹ ਸੋਸ਼ਲ ਪ੍ਰੈਸ਼ਰ ਤੋਂ ਜਿਹੜਾ ਬੜਾ ਡਰਦੀਆਂ ਹੁੰਦੀਆਂ ਨੇ, ਕਿਉਂਕਿ ਲੋਕਾਂ ਦਾ ਪ੍ਰੈਸ਼ਰ ਬਿਲਡਅਪ ਹੁੰਦਾ, ਉਹ ਤੋਂ ਬੜਾ ਡਰਦੇ ਹੁੰਦੇ ਨੇ। ਤੇ ਗੁਰੂ ਪਾਤਸ਼ਾਹ ਦਾ ਤਰੀਕਾ ਕੀ ਸੀ ਜਿਹੜਾ ਅੱਜ ਵੀ ਸਾਡੇ ਸਾਹਮਣੇ ਹੈ, ਉਹ ਇਹ ਕਿ ਪਹਿਲਾਂ ਲੋਕਾਂ ਦੇ ਮਨਾਂ ਵਿੱਚ ਬਿਠਾਓ, ਜੇ ਮਨ ਵਿੱਚੋਂ ਕੋਈ ਚੀਜ਼ ਕੱਢ ਦਿੱਤੀ ਬਾਹਰ ਆਪੇ ਨਿਕਲ ਜਾਏਗੀ। ਜਿਹੜੀ ਚੀਜ਼ ਪਾਉਣੀ ਚਾਹੁੰਦੇ ਹੋ ਉਹ ਮਨ ਵਿੱਚ ਪਾਓ। ਅੱਜ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੇ ਤੇ ਨੌਜਵਾਨਾਂ ਦੇ ਅੰਦਰ ਉਹਨਾਂ ਦੇ ਜ਼ਿਹਨ ਵਿੱਚ ਗੁਰਦੁਆਰਾ ਬਣੇ।
ਜਿਹੜੀ ਸਮੱਸਿਆ ਹੈ ਨਾ, ਬੱਚੇ ਗੁਰਦੁਆਰੇ ਨਹੀਂ ਜਾ ਰਹੇ ਜੀ, ਬੱਚੇ ਗੁਰਬਾਣੀ ਨਹੀਂ ਪੜ੍ਹ ਰਹੇ ਜੀ, ਬੱਚੇ ਸਿੱਖੀ ਤੋਂ ਦੂਰ ਜਾ ਰਹੇ ਨੇ, ਉਹਨਾਂ ਦੇ ਜ਼ਿਹਨ ਵਿੱਚ ਪਾਉਣੀ ਪਵੇਗੀ। ਤੇ ਗੁਰੂ ਪਾਤਸ਼ਾਹ ਨੇ ਉਸ ਵੇਲੇ ਦੇਖੋ ਇੱਕ ਕਮਾਲ ਦਾ ਪੈਂਤਰਾ ਖੇਡਿਆ। ਉਹ ਬੜੀ ਕਮਾਲ ਦਾ ਕੌਤਕ ਸੀ, ਜਿਹਨੂੰ ਅਸੀਂ ਕਹਿੰਦੇ ਆ ਕਿ ਇੱਕ ਰਾਣੀ ਆਉਂਦੀ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਰਾਣੀਆਂ ਵੀ ਘੁੰਡ ਕੱਢਦੀਆਂ ਸਨ, ਤੇ ਸ਼ਾਇਦ ਸਤਿਗੁਰੂ ਸੱਚੇ ਪਾਤਸ਼ਾਹ ਦਾ ਇਹ ਨਿਸ਼ਾਨਾ ਸੀ ਕਿ ਜੇ ਅੱਜ ਲੋਕਾਂ ਦੇ ਸਾਹਮਣੇ ਰਾਣੀ ਬਦਲ ਜਾਂਦੀ ਹੈ, ਤੇ ਰਾਣੀ ਲੋਕਾਂ ਦੇ ਲਈ ਰੋਲ ਮਾਡਲ ਹੈ। ਆਪਾਂ ਦੇਖਦੇ ਹਾਂ ਸਾਡੇ ਨੌਜਵਾਨਾਂ ਦੇ ਲਈ ਜਦੋਂ ਕੋਈ ਐਕਟਰ ਰੋਲ ਮਾਡਲ ਹੁੰਦਾ ਨਾ, ਜਾਂ ਕੋਈ ਸਿੰਗਰ ਰੋਲ ਮਾਡਲ ਹੁੰਦਾ, ਤੇ ਉਹ ਜੇ ਕਿਤੇ ਪਾਟੀ ਪੈਂਟ ਪਾ ਲਵੇ ਨਾ, ਤੇ ਪਾਟੀ ਪੈਂਟ ਦੀਆਂ ਫੈਕਟਰੀਆਂ ਚੱਲਣ ਲੱਗ ਜਾਂਦੀਆਂ ਨੇ, ਸਾਰੇ ਪਾਉਣ ਲੱਗ ਜਾਂਦੇ ਨੇ, ਕਿਉਂਕਿ ਰੋਲ ਮਾਡਲ ਨੂੰ ਹਰ ਕੋਈ ਫੋਲੋ ਕਰਦਾ। ਤੇ ਰਾਜਿਆਂ ਵੱਲ ਧਿਆਨ ਸਾਰਿਆਂ ਦਾ ਜਾਂਦਾ ਸੀ, ਤੇ ਰਾਣੀਆਂ ਵੀ ਘੁੰਡ ਕੱਢਦੀਆਂ ਹੁੰਦੀਆਂ ਸੀ। ਤੇ ਜਦੋਂ ਰਾਣੀ ਮੱਥਾ ਟੇਕਣ ਲੱਗੀ ਹੈ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਧੀਆਂ ਕਦੀ ਬਾਪ ਤੋਂ ਮੂੰਹ ਨਹੀਂ ਢੱਕਦੀਆਂ ਹੁੰਦੀਆਂ। ਬਸ ਸ਼ਰਧਾ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਪਿਤਾ ਸਮਝ ਕੇ ਤਾਂ ਮੱਥਾ ਟੇਕਣ ਲੱਗੀ ਸੀ। ਤੇ ਸੱਚ ਜਾਣੇ, ਜਦੋਂ ਧੀ ਨੂੰ ਕਿਤੇ ਬਾਪ ਚੇਤੇ ਕਰਵਾਇਆ ਜਾਵੇ, ਤੇ ਬਾਪ ਹਿਰਦੇ 'ਚ ਵਸ ਜਾਵੇ, ਧੀ ਦਾ ਹਿਰਦਾ ਉਛਲ ਜਾਂਦਾ ਹੈ। ਤੇ ਉਹ ਰਾਣੀ ਉਸ ਵੇਲੇ ਤੋਂ ਘੁੰਡ ਕੱਢਣੋਂ ਹਟਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖਾਂ ਨੂੰ ਹੁਕਮ ਕਰਦੇ ਨੇ, ਇੱਕ ਘੁੰਡ ਕੱਢਣ ਦੀ ਪ੍ਰਥਾ ਗੁਰੂ ਪਾਤਸ਼ਾਹ ਨੇ ਬੰਦ ਕੀਤੀ। ਤੇ ਸਤੀ ਪ੍ਰਥਾ ਬਾਰੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤਾ, ਸਤੀਆਂ ਇਹ ਨਾ ਆਖੀਆਂ ਜੇ ਮੜਿਆਂ ਲੱਗ ਜਲਾਨ। ਕਹਿੰਦੇ ਕਿਉਂ ਬਈ, ਉਹਦਾ ਜੇ ਉਹਦੇ ਹਸਬੈਂਡ ਦੀ ਡੈਥ ਹੋ ਗਈ ਹੈ, ਉਹਨੂੰ ਕਿਉਂ ਚਿਖਾ ਤੇ ਜਾਣਾ ਪਵੇ? ਕਹਿੰਦੇ ਜੀ ਜ਼ਮਾਨਾ ਖਰਾਬ ਹੈ, ਜ਼ਮਾਨੇ ਨੇ ਇਹਨੂੰ ਜਿਉਣ ਨਹੀਂ ਦੇਣਾ, ਜ਼ਮਾਨਾ ਇਹਦੇ ਰੂਪ ਤੇ ਨਜ਼ਰ ਰੱਖੇਗਾ, ਇਹਦੇ ਨਾਲ ਮਿਸਬਿਹੇਵ ਕਰੇਗਾ। ਉਹ ਕਹਿਣ ਲੱਗੇ ਫਿਰ ਜ਼ਮਾਨਾ ਸੜੇ ਨਾ, ਇਹ ਕਿਉਂ ਸੜੇ ਵਿਚਾਰੀ? ਫਿਰ ਜੇ ਇਦਾਂ ਹੀ ਹੈ ਤਾਂ ਜ਼ਮਾਨੇ ਨੂੰ ਸਾੜੋ। ਕਹਿਣ ਲੱਗੇ ਜਿਹੜੀ ਬੀਬੀ ਆਪਣੇ ਅੰਦਰੋਂ ਮਜ਼ਬੂਤ ਹੋਏਗੀ, ਉਹਦੇ ਲਈ ਜ਼ਮਾਨਾ ਕੁਝ ਨਹੀਂ ਕਰ ਸਕੇਗਾ। ਸਤਿਗੁਰੂ ਜੀ ਨੇ ਬੀਬੀਆਂ ਦੇ ਅੰਦਰ ਇਹ ਜੁਰਤ ਭਰੀ ਕਿ ਇਹ ਤਾਂ ਰੱਬ ਦਾ ਭਾਣਾ ਹੁੰਦਾ ਹੈ, ਜੇ ਕਿਤੇ ਐਸਾ ਅਨਫੋਰਚੂਨੇਟਲੀ ਬਦਲ ਵੀ ਜਾਂਦਾ ਹੈ, ਜੇ ਰੱਬ ਨਾ ਕਰੇ ਕਿਤੇ ਪਤਨੀ ਤੋਂ ਪਹਿਲਾਂ ਪਤੀ ਐਕਸਪਾਇਰ ਹੋ ਜਾਂਦਾ ਹੈ, ਤੇ ਪਤਨੀ ਪਿਤਾ ਵਾਲਾ ਰੋਲ ਵੀ ਨਿਭਾ ਸਕਦੀ ਹੈ। ਬਹੁਤ ਸਾਰੇ ਥਾਵਾਂ ਤੇ ਨਿਭਾਉਂਦੀਆਂ ਨੇ ਬੀਬੀਆਂ, ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਹੈ। ਤਾਂ ਦੂਸਰੀ ਕੰਟਰੀਬਿਊਸ਼ਨ ਸੀ। ਵੈਸੇ ਵੀ ਦੇਖਿਆ ਜਾਵੇ ਤਾਂ ਘਰਾਂ ਦੇ ਵਿੱਚ ਪਤੀ ਪਤਨੀ ਦੋਨੋਂ ਘਰ ਚਲਾਉਂਦੇ ਨੇ, ਪਰ ਆਪਾਂ ਦੇਖਦੇ ਹਾਂ ਬਹੁਤ ਘਰਾਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ, ਗੁਰਸਿੱਖੀ ਨਾਲ ਜੋੜਨ ਵਾਸਤੇ ਪਤੀ ਵੇਸਲੇ ਹੁੰਦੇ ਨੇ, ਪਤਨੀ ਬਹੁਤ ਕੁਝ ਕਰ ਜਾਂਦੀ ਹੈ। ਕਿਉਂਕਿ ਮਾਂ ਦਾ ਰੋਲ ਇੱਕ ਵੱਖਰਾ ਰੋਲ ਹੈ, ਭੈਣ ਦਾ ਰੋਲ ਇੱਕ ਵੱਖਰਾ ਰੋਲ ਹੈ, ਮਾਂ ਦਾ ਧੀ ਦਾ ਰੋਲ ਵੀ ਇੱਕ ਵੱਖਰਾ ਰੋਲ ਹੈ। ਘਰ ਦੇ ਵਿੱਚ ਮਾਂ, ਭੈਣ ਤੇ ਧੀ ਤੇ ਪਤਨੀ, ਇਹ ਚਾਰ ਔਰਤ ਦੇ ਰੂਪ ਨੇ ਜਿਹੜੇ ਘਰ ਨੂੰ ਸਵਰਗ ਬਣਾ ਸਕਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਘੁੰਡ ਕੱਢਣ ਦੀ ਪ੍ਰਥਾ ਤੇ ਸਤੀ ਪ੍ਰਥਾ ਜਿਹੜੀ ਹੈ ਉਹ ਬੰਦ ਕੀਤੀ। ਇਹ ਗੁਰੂ ਅਮਰਦਾਸ ਪਾਤਸ਼ਾਹ ਦੀ ਦੇਣ ਹੈ। ਤੀਸਰਾ ਕਾਰਜ ਜੀ, ਗੋਇੰਦਵਾਲ ਸਾਹਿਬ ਸ਼ਹਿਰ ਵਸਾਇਆ। ਇਹ ਜਿਹੜਾ ਸ਼ਹਿਰ ਵਸਾਇਆ ਸੀ, ਇਹਦੇ ਵਿੱਚ ਇੱਕ ਬੜੀ ਕਮਾਲ ਦੀ ਟੈਕਨੀਕ ਸੀ। ਉਹ ਕਿਹੜੀ? ਦੇਖੋ, ਇੱਕ ਸ਼ਹਿਰ ਵਸਾਇਆ ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ। ਉਹ ਕਿਵੇਂ ਵਸਾਇਆ? ਉਹਨਾਂ ਨੇ ਜ਼ਮੀਨ ਖਰੀਦੀ, ਖੇਤੀ ਸ਼ੁਰੂ ਕੀਤੀ। ਇਹ ਵੀ ਨੁਕਤਾ ਮੈਂ ਆਪ ਜੀ ਨਾਲ ਸ਼ੇਅਰ ਕਰ ਲਵਾਂ। ਰਾਏ ਬੁਲਾਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਿਹੜੀ ਖੇਤੀ ਦਿੱਤੀ ਸੀ, ਉਹ ਜਿਹੜੀ ਜ਼ਮੀਨ ਦਿੱਤੀ ਸੀ ਰਾਏ ਬੁਲਾਰ ਨੇ, ਉਹਦੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਖੇਤੀ ਨਹੀਂ ਕੀਤੀ। ਰਾਏ ਬੁਲਾਰ ਨੇ ਪੂਰੀ ਜੰਗੀਰ ਦਿੱਤੀ ਸੀ, ਜ਼ਮੀਨ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਲਵਾਈ ਸੀ ਸ਼ਰਧਾ ਵਿੱਚ, ਸਤਿਗੁਰਾਂ ਉਹਦੇ ਤੇ ਖੇਤੀ ਨਹੀਂ ਕੀਤੀ। ਕਰਤਾਰਪੁਰ ਸਾਹਿਬ ਦੇ ਵਿੱਚ ਜ਼ਮੀਨ ਖਰੀਦ ਕੇ ਉਹਦੇ ਤੇ ਖੇਤੀ ਕੀਤੀ। ਖੇਤੀ ਕਰਦਿਆਂ ਕਰਦਿਆਂ ਹੌਲੀ ਹੌਲੀ ਲੋਕ ਬਸਣੇ ਸ਼ੁਰੂ ਹੋ ਗਏ ਤੇ ਉੱਥੇ ਸ਼ਹਿਰ ਬਸ ਗਿਆ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਉੱਥੇ ਪਹਿਲਾਂ ਪਿੰਡ ਬਸਿਆ ਹੋਇਆ ਸੀ, ਉੱਥੇ ਸ਼ੁਰੂ ਕੀਤਾ, ਰੌਣਕਾਂ ਬਣੀਆਂ, ਸੰਗਤਾਂ ਬਸਣ ਲੱਗ ਗਈਆਂ, ਉਹ ਪਿੰਡ ਵਿੱਚ ਵਾਧਾ ਹੋ ਗਿਆ। ਪਰ ਜਿਹੜਾ ਗੋਇੰਦਵਾਲ ਸਾਹਿਬ ਸੀ, ਇਹ ਪ੍ਰੀ ਪਲਾਨਡ ਵਸਾਇਆ ਸੀ। ਗੁਰੂ ਪਾਤਸ਼ਾਹ ਨੇ ਪਤਾ ਕੀ ਕਿਹਾ ਸੀ? ਕਹਿੰਦੇ ਭਾਈ ਜਿਹੜਾ ਵੀ ਕੋਈ ਵੀ ਕੰਮ ਕਰਦਾ ਇੱਥੇ ਆਓ। ਕੋਈ ਦਰਜੀ ਦਾ ਕੰਮ ਕਰਦਾ ਉਹ ਆ ਜਾਓ, ਕੋਈ ਉਸਾਰੀ ਦਾ ਕੰਮ ਕਰਦਾ, ਲੱਕੜੀ ਦਾ ਕੰਮ ਕਰਦਾ। ਸਤਿਗੁਰਾਂ ਨੇ 2 ਸੱਦੇ ਦਿੱਤੇ ਸੀ, ਆ ਕੇ ਪਹਿਲਾਂ ਆਪਣਾ ਘਰ ਬਣਾਓ, ਸਾਰੀ ਸੰਗਤ ਤੁਹਾਡਾ ਸਹਿਯੋਗ ਦੇਗੀ, ਪਹਿਲਾਂ ਤੁਹਾਨੂੰ ਰਹਿਣ ਨੂੰ ਘਰ ਮਿਲੇਗਾ, ਫਿਰ ਜਿੰਨੀ ਸੰਗਤ ਇੱਥੇ ਆ ਰਹੀ ਹੈ ਉਹਨਾਂ ਦੇ ਤੁਸੀਂ ਕੰਮ ਕਰੋ, ਤੁਹਾਡਾ ਰੁਜ਼ਗਾਰ ਚੱਲੇਗਾ। ਰਹਿਣ ਨੂੰ ਘਰ ਫਰੀ, ਰੁਜ਼ਗਾਰ ਦੇ ਓਪਰਚੁਨਿਟੀ ਮਿਲ ਗਈ, ਤੇ ਨਾਲ ਦੋਨੋਂ ਟਾਈਮ ਗੁਰੂ ਪਾਤਸ਼ਾਹ ਦੇ ਬਚਨ ਸੰਗਤ ਮਿਲਣ ਲੱਗ ਗਈ।
इस तरीके नाल गुरु पातशाह ने ये गोइंदवाल साहब शहर बसाया, जिन्हों सिੱਖੀ प्रचार का धुरा मन्निया। भावें ये शब्द वरते जाते हैं गोइंदवाल सिੱਖੀ का धुरा, एक्चुअली सिੱਖੀ प्रचार का धुरा है, क्योंकि इथों सेंटर्स ते सब सेंटर्स जिहड़े है वो निश्चित किए गए। तीसरा, उन्हां समयां दे विच वाटर सिस्टम नहीं सी हुंदा, पिंडां दे विच जिहड़े खूह सन वो बहुत घट पिंडां दे विच सन, छप्पड़ां दा युग सी। जे खूह किते बनदे सी तां जिहड़े गरीब सी विचारे, जिन्हां नूं शोकाज नीवीं जात वाले सी, उन्हां नूं कहंदे सी तुसीं इस खूह तो पानी नहीं भर सकदे, तुसीं अपना अलग बनाओ, तुहानूं छोटा बनाउणा पवेगा तां कि साडी हौमे बनी रहे, असीं क्या करांगे, साडा खूह ते तुहाडी खूही। इदां उन्हां नूं जिहड़ा है मैंटली टॉर्चर किया जाता सी। ते एक जिहड़ी है वो रेसिज्म बहुत सी, कास्टिज्म जिहड़ा सी, उच्ची जात नीवीं जात। ते सतगुरु सच्चे पातशाह ने कमाल की, ये जिहड़ी बौली साहब बनाई, एक ते कह दिता कि सारे शहर दे विच जो भी कोई, चाहे कोई गरीब है, चाहे किसी नूं उच्ची जात दा, किसी नूं नीवीं जात दा कहंदे ने, इत्थे सारे रब दे पिता, रब दे पुत्तर, रब दीआं धीआं हां, सारे इत्थों ही पानी वरतणगे, इत्थों ही इशनान करनगे, इत्थों ही पानी पीण नूं मिलेगा, इत्थों ही लंगर बनेगा। सारियां दे अंदर नाले तां ऊच नीच मेट दित्ती, ते नाले बड़ी भारी लोड़ सी, क्योंकि गोइंदवाल साहब जिहड़ा शहर है दरिया के किनारे ते सी, ते दरियावां दा पानी पीण योग नहीं हुंदा। ते उत्थे बहुत डूंगी बौली पुटाई गई सी, जिथों पानी ये पीण योग स्वच्छ पानी निकलदा सी। इत्थे शायद अज दे बच्चे ना समझ सकन, एक गल आपां नूं जरूर बच्चों नूं दसनी पवेगी। पुरातन समयां दे विच जिहड़े खूह हुंदे सी ना जी, उन्हां नूं लोक पूजदे हुंदे सी, उहदे ते जुत्ती लैके नहीं सी चढ़दे, क्योंकि यही पानी पीना है, इसे पानी का लंगर बनना है, ते उह पानी नूं बहुत संभाल के रखिया जांदा सी। मैनूं तां इदां लगदा है कि शायद अज टूटी का भी उन्ना ध्यान नहीं रखिया जांदा जिन्ना उस वेले खूहां दे पानी का रखिया जांदा हुंदा सी। बहुत स्वच्छ हुंदा सी। आपां देखदे पिंडां दे विच कड़ाह प्रसाद दी देग बनाउणी, कहना जी खूह का पानी लैके आओ, फिर नलकियां का पानी शुरू होया। तो ये गुरु पातशाह ने उत्थे केवल पानी की सहूलत ही नहीं, लोगों के अंदरों ऊच नीच ते बराबरी का संदेश भी दिता। उस तो अगला कारज गुरु पातशाह का पंगत ते संगत। पंगत दे अर्थ है लंगर ते सेवा, संगत दे अर्थ है गुरु पातशाह के बचनों विचों गुरु ज्ञान का खजाना समझना, अपनी जिंदगी च परोना, ते अपने ध्यान करके गुरु के उपदेशों लई आपा वार देना, ते रब की याद विच जिउणा। ते सतगुरु जी ने प्रथा इन्नी परपक्क की सी। इहदे च एक बड़ी कमाल की रमज सी, जिहड़ा शब्द इतिहासक स्रोत विच आउंदा, पहला पंगत पाछा संगत। इहदे विच एक रमज सी, जिहड़ा बंदा भुख लगी हुई है ते संगत विच बेचारा बैठा है, ते भूखे भगत ना की जाए माला अपनी ली जाए, उहदा ध्यान बार बार भुख वल जाएगा। सतगुरु जी कहंदे सी पहला प्यारे लंगर छक के तृप्त हो जाओ, तुहाडा ध्यान इधर उधर ना होवे, उदों बाद गुरु दे दर ते बैठो। बादशाह आउंदा है, अकबर बादशाह। हुण सतगुरु जी एक तां उहनूं गल कहंदे ने पहला पंगत विच, फिर दूसरी गल कहंदे ने वो एक राजा सी कि तैनूं थले बैठ के छकना पवेगा। कहंदे ने कि अकबर कहंदा है कि जो मैनूं अज रस आया है कदी नहीं आउणा, ते गुरु पातशाह नूं जंगीर देनी चाहुंदा है, लंगर तो इतना प्रसन्न हुंदा है। कहंदा सतगुरु सच्चे पातशाह जी मैं जंगीर नाम लवा दिना ताकि ये लंगर दे विच खर्चे की कदी घाट ना आवे। ते सतगुरां शब्द वरतिया सी, गुरु घरां दे प्रचार दे अते लंगरां दे खर्चे कदी जंगीरां नाल नहीं चलदे, ये गुरसिखां दी शरधा नाल चलदे ने, और ये अज चलते हुए सारिया ने देख लए ने। ये गुरु अमरदास पातशाह जी ने गोइंदवाल साहब कौतक बरताया सी। उस तो बाद है जी, जदों असी गुरु पातशाह के सारे जीवन नूं पढ़ांगे, ये तो आपां एक ब्रीफ जा अज विचारिया है। गुरु पातशाह के अनंत प्यारे गुरसिख होए ने, जिन्ने परिवार इस वेले तुसीं इस ऑनलाइन परिवार ऑनलाइन क्लास का आनंद मान रहे हो, मैं एक बेनती करा, भाई गुरदास जी दीआं वारां दे विचों 11वीं वार है, उहदी 13वीं पौड़ी तो लैके 31वीं पौड़ी तक 19 पौड़ियां ने जी, जिहदे च 6 गुरु साहिबानां दे प्रसिद्ध गुरसिखां दे नाम ने।
ਜ਼ਿੰਦਗੀ ਦੇ ਵਿੱਚ ਉਹਨਾਂ ਦੀਆਂ ਸਾਖੀਆਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ। ਤੁਸੀਂ ਅਰਦਾਸ ਕਰੋ ਮੇਰਾ ਸੁਪਨਾ ਪੂਰਾ ਹੋ ਜਾਵੇ। ਮੈਂ ਉਹ ਹਰ ਗੁਰਸਿੱਖ ਦੀ ਸਾਖੀ ਰਿਕਾਰਡ ਕਰਕੇ YouTube ਦੇ ਉੱਪਰ ਸਰਵਰ ਦੇ ਉੱਪਰ ਪਾਉਣੀ ਹੈ। ਹਾਲੇ ਥੋੜਾ ਜਿਹਾ ਮੇਰਾ ਧਿਆਨ ਜਿਹੜਾ ਉਹ ਅਰਥਾਂ ਸਮੇਤ ਜਿਹੜਾ ਸਹਿਜ ਪਾਠ ਚੱਲ ਰਿਹਾ ਉਹਦੀ ਰਿਕਾਰਡਿੰਗ ਵੱਲ ਹੈ। ਔਰ ਮੇਰੀ ਰਿਕਾਰਡਿੰਗ ਜਿਹੜੀ ਹੈ, ਹੋਰ ਜਿਹੜੇ ਕਾਰਜ ਨੇ ਉਹ ਆ ਬੁਕਿੰਗ ਕਰਕੇ ਰੁਕੇ ਹੋਏ ਨੇ, ਕਿਉਂਕਿ ਮੈਂ ਤਾਂ 1 ਮਹੀਨੇ ਦੀ ਬੁਕਿੰਗ ਇੱਥੇ ਕਰਕੇ ਤੇ 1 ਮਹੀਨੇ ਦੀ ਸਰੀ ਜਾ ਕੇ ਉਸ ਤੋਂ ਬਾਅਦ 4-5 ਮਹੀਨੇ ਉਧਰ ਧਿਆਨ ਦੇਣਾ ਸੀ, ਪਰ ਕੋਵਿਡ ਦੀ ਰਿਸਟ੍ਰਿਕਸ਼ਨ ਕਰਕੇ ਮੈਨੂੰ ਇੱਥੇ ਰੁਕਣਾ ਪੈ ਰਿਹਾ। ਪਰ ਮੇਰੇ ਕਾਫੀ ਕੰਮ ਜਿਹੜੇ ਨੇ ਉਹ ਰੁਕੇ ਹੋਏ ਨੇ। ਉਹਦੇ 'ਚ ਇੱਕ ਤਾਂ ਉਹਨਾਂ ਗੁਰਸਿੱਖਾਂ ਦੀਆਂ ਸਾਖੀਆਂ ਜਿਹੜੀਆਂ ਨੇ ਉਹ ਅੱਜ ਦੇ ਮਾਡਰਨ ਯੁੱਗ ਦੇ ਵਿੱਚ ਬੱਚਾ ਕਿਵੇਂ ਸਮਝ ਸਕੇ ਤੇ ਉਹਨੂੰ ਲਾਈਫ ਨਾਲ ਰੈਲੇਵੈਂਟ ਕਰਕੇ ਅਸੀਂ ਘਰਾਂ ਦੇ ਵਿੱਚ ਕਿਵੇਂ ਉਸ ਨੂੰ ਜਿਉਂ ਸਕੀਏ, ਕਿਵੇਂ ਸਾਡੇ ਅੰਦਰ ਉਹ ਜਜ਼ਬਾ ਭਰਿਆ ਜਾ ਸਕੇ, ਕਿਵੇਂ ਅਸੀਂ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਹੋ ਕੇ ਆਪਾ ਵਾਰ ਦੇਈਏ। ਉਹਨਾਂ ਸਾਖੀਆਂ ਨੂੰ ਵੀ ਰਿਕਾਰਡ ਕਰਨਾ ਹੈ ਤੇ ਹੋਰ ਵੀ ਬੜਾ ਖਜ਼ਾਨਾ ਹੈ ਜਿਹੜਾ ਕਰਨਾ ਹੈ। ਉਹਦੇ ਵਿੱਚੋਂ ਸਾਨੂੰ ਜ਼ਰੂਰ ਚਾਹੀਦਾ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਹਨਾਂ ਗੁਰਸਿੱਖਾਂ ਨੂੰ ਦੇਖੀਏ। ਸਤਿਗੁਰੂ ਜੀ ਨੇ ਉਹਨਾਂ ਨੂੰ ਅਨੰਨ ਪਿਆਰੇ ਕਿਉਂ ਕਿਹਾ ਸੀ, ਕਿਹੜਾ ਕਾਰਨ ਸੀ ਉਹਨਾਂ ਦੇ ਅੰਦਰ, ਉਹਨਾਂ ਦੀ ਜ਼ਿੰਦਗੀ 'ਚ ਕੀ ਸੀ ਜਿਹਦੇ ਤੋਂ ਗੁਰੂ ਪਾਤਸ਼ਾਹ ਖੁਸ਼ ਹੋਏ ਸਨ। ਤੇ ਉਹਦਾ ਸੂਖਮ ਜਿਹਾ ਇਸ਼ਾਰਾ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਲਿਖਿਆ ਹੈ। ਜਿਵੇਂ ਭਾਈ ਪਾਰੋ ਜੁਲਕਾ ਜੀ ਨੂੰ ਕਿਹਾ ਪਰਮਹੰਸ, ਬੜਾ ਕਮਾਲ ਦਾ ਕੌਤਕ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਰਸਿੱਖਾਂ ਦੇ ਜਿਹੜੇ ਕੌਤਕ ਨੇ, ਜਦੋਂ ਆਪਾਂ ਇਹ ਸਾਰੇ ਗੁਰਸਿੱਖਾਂ ਦੇ ਜੀਵਨ ਪੜ੍ਹਾਂਗੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਨੂੰ ਪੜ੍ਹਾਂਗੇ ਤਾਂ ਉਹਨਾਂ ਦੇ ਲਾਈਫ ਦੇ ਵਿੱਚੋਂ ਜਿਹੜਾ ਮੈਸੇਜ ਮਿਲਦਾ ਹੈ ਉਹ ਹੈ ਜੀ ਯੂਨੀਵਰਸਲ ਬ੍ਰਦਰਹੁੱਡ। ਆਪਾਂ ਜਿਨ੍ਹਾਂ ਦੇਸ਼ਾਂ ਵਿੱਚ ਜਿਉ ਰਹੇ ਹਾਂ, ਇੱਥੇ ਰੇਸਿਜ਼ਮ ਜਿਹੜਾ ਹੈ ਉਹਨੂੰ ਕ੍ਰਾਈਮ ਮੰਨਿਆ ਗਿਆ। ਇੱਥੇ ਤਾਂ ਹੁਣ ਆਉਣ ਵਾਲੇ ਸਮੇਂ 'ਚ ਤਾਂ ਹੁਣ ਇਹਨਾਂ ਨੇ ਜੈਂਡਰਸ ਦਾ ਕਾਲਮ ਵੀ ਚੱਕ ਦਿੱਤਾ ਹੈ ਕਿ ਮੇਲ ਫੀਮੇਲ ਵਾਲਾ ਜਿਹੜਾ ਕਾਲਮ ਹੈ ਉਹ ਵੀ ਨਹੀਂ ਰੱਖ ਰਹੇ ਇਹ, ਤਾਂ ਕਿ ਕੋਈ ਵੀ ਭਿੰਨ ਭੇਦ ਨਾ ਹੋਵੇ। ਤੇ ਇਹ ਭਿੰਨ ਭੇਦ ਮੇਰੇ ਗੁਰੂ ਪਾਤਸ਼ਾਹ ਨੇ ਮੁਕਾਇਆ ਸੀ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਭਾਈ। ਅਸੀਂ ਸਾਰੇ ਗੁਰੂ ਪਾਤਸ਼ਾਹ ਦੇ ਪੁੱਤਰ ਹਾਂ, ਸਾਰਿਆਂ ਦੇ ਅੰਦਰ ਰੱਬ ਦੀ ਜੋਤ ਹੈ। ਇਹ ਬਰਾਬਰੀ ਦਾ ਇੱਕ ਅਹਿਸਾਸ, ਯੂਨੀਵਰਸਲ ਬ੍ਰਦਰਹੁੱਡ, ਜਿਹੜਾ ਵੈਟੀਕਨ ਸਿਟੀ ਤੋਂ ਕ੍ਰਿਸਚੀਅਨਾਂ ਦੇ ਪੌਪ ਨੇ ਇੱਕ 64 ਮੈਸੇਜ ਲੈ ਕੇ, ਤੁਹਾਨੂੰ ਯਾਦ ਹੋਏਗਾ 2007 ਜਾਂ 8 ਦੇ ਆਸ-ਪਾਸ ਇਹਨਾਂ ਨੇ ਇੱਕ ਵਰਲਡ ਟ੍ਰਿਪ ਕੀਤਾ ਸੀ। ਜਿਹੜਾ ਕ੍ਰਿਸਚੀਅਨਾਂ ਦਾ ਟੌਪ ਮੋਸਟ ਪੌਪ ਹੈਗਾ, ਉਸਨੇ 64 ਉਹਨੇ ਜਿਹੜੇ ਟੌਪਿਕਸ ਜਿਹੜੇ ਲਏ ਸੀ ਉਹਨਾਂ ਵਿੱਚੋਂ ਇੱਕ ਸੀ ਯੂਨੀਵਰਸਲ ਬ੍ਰਦਰਹੁੱਡ। ਉਹਦੀ ਮੇਰੇ ਕੋਲ ਲਿਸਟ ਪਈ ਹੈ ਔਰ ਕਮਾਲ ਦੀ ਬਾਤ ਹੈ ਸਾਰੇ ਦੇ ਸਾਰੇ ਮੈਸੇਜ ਗੁਰੂ ਪਾਤਸ਼ਾਹ ਨੇ ਕਵਰ ਕੀਤੇ ਨੇ। ਕਾਸ਼ ਕਦੀ ਅਸੀਂ ਅੱਜ ਦੀ ਮਾਡਰਨ ਜੋ ਸਿਚੁਏਸ਼ਨ ਹੈ ਸਾਡੇ ਸਾਹਮਣੇ, ਇੱਥੋਂ ਦੀ ਸੋਸ਼ਲ ਸਿਚੁਏਸ਼ਨ ਹੈ, ਇੱਥੋਂ ਦੀ ਪੋਲੀਟੀਕਲ ਸਿਚੁਏਸ਼ਨ ਹੈ, ਉਸ ਸਾਰੀ ਸਿਚੁਏਸ਼ਨ ਨੂੰ ਸਮਝ ਕੇ, ਕਿਉਂਕਿ ਸਾਡੇ ਬੱਚਿਆਂ ਨੇ 8-8 ਘੰਟੇ ਸਕੂਲਾਂ ਵਿੱਚ ਰਹਿਣਾ ਹੈ। ਉਸ ਕਲਚਰ ਵਿੱਚ ਬਹੁਤ ਕੁਝ ਐਸਾ ਹੈ ਜਿਹੜਾ ਸਾਡੇ ਕਲਚਰ ਦੇ ਵਿੱਚ ਉਹ ਚੀਜ਼ਾਂ ਫਿੱਟ ਨਹੀਂ ਆਉਂਦੀਆਂ। ਇਹਨਾਂ ਦੇ ਕਲਚਰ ਵਿੱਚ ਤਾਂ ਕਹਿੰਦੇ ਨੇ 18 ਸਾਲ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ, ਪਰ ਸਾਡਾ ਕਲਚਰ ਕਹਿੰਦਾ ਨਹੀਂ, ਤੇਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੀ ਹਨ ਤੇ ਤੇਰੇ ਪਿਤਾ ਜਨਮ ਦੇਣ ਵਾਲੇ ਵੀ ਨੇ, ਤੇਰੀ ਮਾਂ ਜਨਮ ਦੇਣ ਵਾਲੀ ਵੀ ਹੈ, ਤੇਰੀ ਮਾਤਾ ਸਾਹਿਬ ਕੌਰ ਵੀ ਹੈ। ਤੂੰ ਸਾਰੀ ਜ਼ਿੰਦਗੀ ਆਪਣੇ ਮਾਪਿਆਂ ਦੀਆਂ ਅਸੀਸਾਂ ਲੁੱਟਣੀਆਂ ਨੇ, ਆਪਣੇ ਮਾਪਿਆਂ ਲਈ ਆਪਾ ਵਾਰਨਾ। ਸਾਡਾ ਥੋੜਾ ਜਿਹਾ ਫਰਕ ਹੈ ਔਰ ਉਹ ਗੁਰੂ ਦੇ ਵਿਰਸੇ ਵਿੱਚੋਂ ਪੂਰਾ ਹੋਏਗਾ। ਜੇ ਗੁਰੂ ਦਾ ਵਿਰਸਾ ਬੱਚਿਆਂ ਅੰਦਰ ਨਾ ਪਰੋਇਆ ਗਿਆ ਤੇ ਬੱਚੇ ਇਹਨਾਂ ਦੇਸ਼ਾਂ ਦੇ ਮਾਹੌਲ ਤੋਂ ਪ੍ਰਭਾਵਿਤ ਹੋ ਕੇ, ਤੁਸੀਂ ਸਾਰੇ ਜਾਣਦੇ ਹੋ ਆਸ-ਪਾਸ ਤੁਸੀਂ ਦੇਖ ਲੈਣਾ 24-25 ਸਾਲ ਤੋਂ ਬਾਅਦ ਕੀ ਹੋ ਰਿਹਾ ਹੈ। ਬਿਰਲੇ ਮਾਪੇ ਨੇ ਜਿਨ੍ਹਾਂ ਦੇ ਬੱਚੇ ਉਹਨਾਂ ਦੀ ਕਦਰ ਕਰਦੇ ਨੇ, ਤੇ ਮਾਪੇ ਉਹ ਕਾਮਯਾਬ ਨੇ ਜਦੋਂ ਬੱਚੇ ਨੂੰ ਆਵਾਜ਼ ਮਾਰਨ ਉਹ ਪਹਿਲੀ ਆਵਾਜ਼ ਤੇ ਕਵੇ ਹਾਂਜੀ ਪਿਤਾ ਜੀ, ਹਾਂਜੀ ਮੰਮੀ। ਇਹ ਚੀਜ਼ ਭਰਨ ਵਾਸਤੇ ਮੇਰੇ ਅੰਦਰ ਤੜਪ ਵੀ ਹੈ। ਕਲਾਸਾਂ ਵਿੱਚ ਮੈਂ ਕੋਸ਼ਿਸ਼ ਵੀ ਕਰ ਰਿਹਾ ਤੇ ਮੈਨੂੰ ਵਿਸ਼ਵਾਸ ਹੈ ਕਿ ਇਹਦਾ ਰਿਜ਼ਲਟ ਜ਼ਰੂਰ ਆਏਗਾ। ਐਸਾ ਨਹੀਂ ਹੈ ਕਿ ਇਹਦਾ ਰਿਜ਼ਲਟ ਨਾ ਆਵੇ, ਰਿਜ਼ਲਟ ਆਏਗਾ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ। ਇਹ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦੀ ਇੱਕ ਸੰਖੇਪ ਜੀ ਝਲਕ। ਆਪਣੇ ਕੋਲ 11 ਮਿੰਟ ਰਹਿ ਗਏ ਨੇ। ਮੈਂ ਚਾਹਾਂਗਾ ਕੋਈ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਹੈ ਉਹ ਵੀ ਕਰ ਸਕਦੇ ਹੋ। ਕੋਈ ਮਨ ਵਿੱਚ ਸਵਾਲ ਹੋਵੇ ਆਪਾਂ ਉਹ ਵੀ ਸ਼ੇਅਰ ਕਰ ਸਕਦੇ ਹਾਂ। ਤੁਸੀਂ ਕੁਝ ਦੱਸਣਾ ਚਾਹੋ ਉਹ ਵੀ ਦੱਸ ਸਕਦੇ ਹੋ।
मेरे ख्याल में सरदार जोगिंदर सिंह जी ढिल्लों कुछ कहना चाहते हैं अंकल जी। हाँ जी अंकल जी। हाँ जी भाई साहब, वाहे खालसा वाहिगुरू जी की फतेह। वाहिगुरू जी का खालसा वाहिगुरू जी की फतेह जी। बहुत कमाल, धन्नवाद ਪਹਿਲਾਂ ਤੁਹਾਡਾ ਬਹੁਤ ਧੰਨਵਾਦ। ਧੰਨਵਾਦ ਉਸ ਮਾਲਕ ਦਾ ਹੀ ਆ ਜਿਹਨਾਂ ਇੰਨਾ ਜੋ ਗਿਆਨ ਹੈ, ਇੰਨੀ ਜਿਹੜੀ ਆ ਜਾਣਕਾਰੀ ਅੱਜ ਮਿਲੀ ਹੈ, ਇਹ ਬੜੀ ਅਣਮੁੱਲੀ ਜਾਣਕਾਰੀ। ਵਾਕਿਆ ਹੀ ਅਸੀਂ ਤਾਂ ਸਿਰਫ ਛੋਟੇ ਹੁੰਦੇ, ਤੁਹਾਨੂੰ ਵੀ ਪਤਾ ਸਾਰਿਆਂ ਨੂੰ, ਉਹੋ ਹੀ ਉਹ ਗਾਗਰ ਵਾਲੀ ਗੱਲ ਸੁਣਾ ਕੇ ਜਾਂ ਦੂਜਾ ਗੁਰਬਾਣੀ ਦੀ ਵੀ ਗੱਲ ਨਹੀਂ ਹੋਈ ਕਿ ਗੁਰੂ ਸਾਹਿਬ ਨੇ ਕਿੰਨੀ ਬਾਣੀ ਉਚਾਰਨ ਕੀਤੀ ਜਾਂ ਕੀ ਆ, ਇਹਦੇ ਬਾਰੇ ਵੀ ਕਦੀ ਕੋਈ ਕਦੀ ਵੀ ਅਜੇ ਵੀ ਬਹੁਤ ਇਹ ਗੱਲਾਂ ਜਿਹੜੀਆਂ ਚੱਲ ਰਹੀਆਂ, ਜਿਹੜੀਆਂ ਕਿ ਬੜੀਆਂ ਹੀ ਦੇਖੋ ਗੁਰੂ ਦਾ ਜੀਵਨ ਕਿੰਨਾ ਉਹਨਾਂ ਦੇ, ਜੇ ਅਜੇ ਤੁਸੀਂ ਤਾਂ ਬੜੇ ਸ਼ੌਰ ਦੇ ਵਿੱਚ ਇਹ ਵਿਸਤਾਰ ਦੇ ਵਿੱਚ ਦੱਸਣਾ ਹੋਵੇ ਤੇ ਮੇਰਾ ਖਿਆਲ ਆ ਬਹੁਤ ਲੰਬਾ ਟਾਈਮ ਚਾਹੀਦਾ। ਖੈਰ ਬਹੁਤ ਕੁਛ ਜਿਹੜਾ ਇਹਦੇ ਵਿੱਚ ਜਾਣਕਾਰੀ ਜਿਹੜੀ ਮਿਲੀ ਆ ਤੇ ਬੜਾ ਧੰਨਵਾਦ। ਇੱਕ ਗੱਲ ਮੇਰੇ ਮਨ ਚ ਆਉਂਦੀ ਹੈ ਕਿ ਕੀ ਅਸੀਂ ਗੁਰੂ ਦਾ ਗੁਰਪੁਰਬ ਮਨਾਉਂਦੇ ਹਾਂ? ਕਿ ਮਨਾਉਣਾ ਸ਼ਬਦ ਜੋ ਹੈ ਇਹ ਢੁਕਵਾਂ ਸ਼ਬਦ ਹੈ ਕਿਉਂਕਿ ਰੁੱਸੇ ਨੂੰ ਮਨਾਉਣਾ, ਜਾਂ ਕੋਈ ਕੀ ਇਹ ਸ਼ਬਦ ਬਾਰੇ ਕੋਈ ਆਪਾਂ ਕੋਈ ਹੋਰ ਢੁਕਵਾਂ ਸ਼ਬਦ ਕੋਈ ਹੋ ਸਕਦਾ ਹੈ ਕਿ ਜਿਹੜਾ ਇਹਦੇ ਬਾਰੇ ਕੋਈ ਹੋਵੇ? ਹਾਂਜੀ ਅੰਕਲ ਜੀ, ਇਹਦੇ ਚ ਇੱਕ ਤਾਂ ਜੋ ਭਾਈ ਗੁਰਦਾਸ ਜੀ ਉਹਨਾਂ ਨੇ ਸ਼ਬਦ ਵਰਤਿਆ, ਉਹ ਤਾਂ ਉਹਨਾਂ ਨੇ ਇਸ ਤਰ੍ਹਾਂ ਵਰਤਿਆ ਕਿ ਬਲਿਹਾਰੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਜੇ ਆਪਾਂ ਗੁਰਪੁਰਬ ਮਨਾਉਣਾ ਸ਼ਬਦ ਵਰਤਣਾ ਤਾਂ ਮੇਰਾ ਖਿਆਲ ਹੈ ਸਾਨੂੰ ਥੋੜੀ ਜਿਹੀ ਵਿਆਖਿਆ ਚਾਹੀਦੀ ਹੈ, ਉਹ ਇਹ ਕਿ ਅਸੀਂ ਗੁਰਪੁਰਬ ਰਾਹੀਂ ਮਨ ਨੂੰ ਮਨਾਉਣਾ ਹੈ। ਕਿਉਂਕਿ ਮਨ ਸਾਡਾ ਰੁੱਸਿਆ ਹੋਇਆ, ਗੁਰਪੁਰਬ ਨਹੀਂ ਰੁੱਸਿਆ। ਗੁਰਪੁਰਬ ਰਾਹੀਂ ਅਸੀਂ ਮਨ ਨੂੰ ਮਨਾਉਣਾ, ਉਸੇ ਸ਼ਬਦ ਦੀ ਵਿਆਖਿਆ ਜਿਹੜੀ ਅਸੀਂ ਅੰਦਰ ਪਰੋ ਦਈਏ। ਕਿਉਂਕਿ ਕੁਝ ਸ਼ਬਦ ਐਸੇ ਹੁੰਦੇ ਨੇ ਜੀ ਜਿਹੜੇ ਪੈਟ ਬਣ ਜਾਂਦੇ ਨੇ ਤੇ ਉਹ ਆਪਣੀ ਮਿਸਾਲ ਆਪ ਬਣ ਜਾਂਦੇ ਨੇ, ਪਰ ਨਾਲ ਨਾਲ ਜਿਹੜਾ ਕਈ ਵਾਰੀ ਸਮੇਂ ਮੁਤਾਬਕ ਡੈਫੀਨੇਸ਼ਨ ਚੇਂਜ ਹੋ ਜਾਂਦੀ ਹੈ। ਮੈਂ ਇੱਕ ਉਦਾਹਰਨ ਦੇਵਾਂ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਕੋਈ ਵੀ ਪੁੱਛਦਾ ਸੀ ਤੂੰ ਕੌਣ, ਤੇ ਗੁਰੂ ਪਾਤਸ਼ਾਹ ਸਹਿਜੇ ਇੱਕ ਜਵਾਬ ਦਿੰਦੇ ਸੀ, ਮੈਂ ਨਿਰੰਕਾਰੀ, ਮੈਂ ਨਿਰੰਕਾਰ ਦਾ ਨਿਰੰਕਾਰੀ। ਪਰ ਇੱਕ ਹਾਲਾਤ ਆਏ 1978 ਦੇ ਵਿੱਚ, ਚਾਹੇ ਉਹ ਡਰਟੀ ਪੋਲਿਟਿਕਸ ਵਿੱਚੋਂ ਨਿਕਲੇ, ਚਾਹੇ ਉਹ ਗੌਰਮੈਂਟ ਦੀ ਪ੍ਰੀ ਪਲਾਨਡ ਉਸ ਵਿੱਚੋਂ ਨਿਕਲੇ, ਤਾਂ ਉਹ ਇੱਕ ਨਕਲੀ ਨਿਰੰਕਾਰੀ ਬਣਾ ਕੇ ਉਭਾਰ ਦਿੱਤਾ ਗਿਆ, ਉਸ ਸੰਸਥਾ ਨੂੰ ਉਭਾਰ ਦਿੱਤਾ ਗਿਆ। ਤੇ ਉਹਦੇ ਨਾਲ ਇੱਕ ਡੈਫੀਨੇਸ਼ਨ ਚੇਂਜ ਹੋ ਗਈ ਕਿ ਅੱਜ ਬੰਦਾ ਆਪਣੇ ਆਪ ਨੂੰ ਨਿਰੰਕਾਰੀ ਕਹਿਣ ਤੋਂ ਸੋਚਦਾ, ਜੇ ਮੈਂ ਕਹਾਂਗਾ ਮੈਂ ਨਿਰੰਕਾਰੀ ਹਾਂ ਤੇ ਕਿਤੇ ਆਏ ਨਾ ਸੋਚਣ ਪਤਾ ਨਹੀਂ ਉਹ ਨਿਰੰਕਾਰੀ ਹੈ। ਇਸੇ ਤਰ੍ਹਾਂ ਇੱਕ ਸ਼ਬਦ ਸੀ ਸੱਚਾ ਸੌਦਾ। ਸੱਚਾ ਸੌਦਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਸ ਕਮਾਲ ਦੇ ਕੌਤਕ ਵਿੱਚੋਂ ਕੀਤਾ ਸੀ। ਉਹ ਕੌਤਕ ਵੀ ਆਪਾਂ ਕਿਸੇ ਦਿਨ ਵਿਚਾਰਾਂਗੇ। ਉਸ ਕੌਤਕ ਵਿੱਚ ਵੀ ਬੜੀਆਂ ਰਮਜ਼ਾਂ ਨੇ, ਤੇ ਉਹ ਜਿਹੜੀਆਂ ਰਮਜ਼ਾਂ ਨਹੀਂ ਉਭਾਰੀਆਂ ਗਈਆਂ, ਤਾਂ ਉਹ ਸੱਚਾ ਸੌਦਾ ਫਿਰ ਕਿਸੇ ਨੇ ਜਿਹੜਾ ਸ਼ਬਦ ਵਰਤਿਆ, ਆਪਾਂ ਦੇਖਦੇ ਹਾਂ ਕੌਮ ਨੂੰ ਅੱਜ ਫਿਰ ਉਲਝਾਇਆ ਜਾ ਰਿਹਾ। ਠੀਕ ਹੈ ਜੀ, ਉਹ ਜਿਸ ਤਰੀਕੇ ਨਾਲ ਉਲਝਾਇਆ ਜਾ ਰਿਹਾ, ਜਿਸ ਤਰੀਕੇ ਨਾਲ ਚੁਸਤ ਚਲਾਕੀ ਵਿੱਚੋਂ ਨਿਕਲਿਆ ਹੋਇਆ, ਉਹ ਸੱਚਾ ਸੌਦਾ ਨਹੀਂ, ਨਿਰਾ ਝੂਠਾ ਸੌਦਾ ਹੈ। ਪਰ ਇਹ ਗੱਲ ਵੱਖਰੀ ਹੈ, ਕੌਮ ਦੇ ਅੰਦਰ ਏਕਤਾ ਨਹੀਂ ਹੈ, ਕੌਮ ਦੇ ਅੰਦਰ ਪਲਾਨ ਨਹੀਂ ਹੈ, ਕੌਮ ਨੂੰ ਦੁਸ਼ਮਣ ਦੀ ਪਹਿਚਾਣ ਨਹੀਂ ਹੈ, ਕੌਮ ਦੇ ਅੰਦਰ ਦੁਸ਼ਮਣ ਦੇ ਨਾਲ ਲੜਨ ਵਾਸਤੇ ਪਲੈਨਿੰਗ ਕੋਈ ਨਹੀਂ ਹੈ। ਅਸੀਂ ਤੇ ਆਪਸ ਵਿੱਚ ਉਲਝੇ ਹੋਏ ਹਾਂ, ਭਰਾ ਮਾਰੂ ਜੰਗ ਵਿੱਚ ਉਲਝੇ ਹੋਏ ਹਾਂ। ਤੇ ਇਸ ਜਿਹੜਾ ਇਹ ਕੌਤਕ ਚੱਲਿਆ, ਆ ਜੋ ਕੁਝ ਵੀ ਹੋਇਆ, ਇਸ ਵਰਤਾਰੇ ਨੇ ਵੀ ਸੱਚਾ ਸੌਦਾ ਸ਼ਬਦ ਜਿਹੜਾ ਹੈ ਉਹ ਅੱਜ ਉਹਦੀ ਡੈਫੀਨੇਸ਼ਨ ਇੱਕ ਕਨਫਿਊਜ਼ਨ ਵਾਲੀ ਪੈਦਾ ਕਰ ਦਿੱਤੀ। ਇਸੇ ਤਰ੍ਹਾਂ ਗੁਰਪੁਰਬ ਦੀ ਜਿਹੜੀ ਡੈਫੀਨੇਸ਼ਨ ਹੈ, ਉਹ ਡੈਫੀਨੇਸ਼ਨ ਇਹੀ ਸੀ ਕਿ ਗੁਰ ਸਰੂਪ ਕਿਹੜਾ ਹੈ? ਗੁਰਬਾਣੀ ਦੇ ਉਪਦੇਸ਼। ਉਹ ਉਪਦੇਸ਼ ਨੂੰ ਮੰਨਣ ਤੋਂ ਮਨ ਰੁੱਸਿਆ ਹੋਇਆ ਹੈ। ਠੀਕ ਹੈ ਜੀ। ਪੁਰਬ ਕਿਹੜਾ ਹੈ? ਜਿਸ ਪੁਰਬ ਦੇ ਉੱਪਰ ਗੁਰੂ ਪਾਤਸ਼ਾਹ ਨੇ ਕੁਛ ਨਾ ਕੁਛ ਕੀਤਾ ਹੈ, ਉਹ ਪੁਰਬ ਦੇ ਸਮੇਂ ਤੇ ਅਸੀਂ ਗੁਰ ਸਰੂਪ ਨਾਲ ਜੁੜਨ ਵਾਲੇ ਮਨ ਨੂੰ ਮਨਾਉਣਾ ਹੈ। ਇਹ ਡੈਫੀਨੇਸ਼ਨ ਹੀ ਆਪਾਂ ਨੂੰ ਉਭਾਰਨੀ ਪਵੇਗੀ। ਸ਼ਬਦ ਭਾਵੇਂ ਉਹੀ ਰਹਿ ਜਾਵੇ, ਜਦੋਂ ਵੀ ਗੁਰਪੁਰਬ ਮਨ ਵਿੱਚ ਆਵੇ ਤਾਂ ਉਦੋਂ ਪਤਾ ਲੱਗ ਜਾਵੇ ਗੁਰਪੁਰਬ ਵਾਲੇ ਦਿਨ ਅਸੀਂ ਆਪਣੇ ਮਨ ਨੂੰ ਮਨਾਉਣਾ ਹੈ। ਧੰਨਵਾਦ। ਹਾਂਜੀ, ਹੋਰ ਕੋਈ ਦੂਸਰੇ ਅੰਕਲ ਜੀ? ਸਰਦਾਰ ਜੋਗਿੰਦਰ ਸਿੰਘ ਜੀ ਦਿਆਲ, ਮਾਈਕ ਆਨ ਕਰ ਲਓ ਜੀ, ਮਾਈਕ ਆਨ ਕਰ ਲਓ। ਮਾਈਕ ਤੁਹਾਡਾ ਬੰਦ ਹੈ ਜੀ ਅੰਕਲ ਜੀ, ਮਾਈਕ ਬੰਦ ਹੈ। ਹਾਂਜੀ ਚੱਲਿਆ ਜੀ। ਹਾਂਜੀ, ਤੁਹਾਡੀ ਵੀਡੀਓ ਬੰਦ ਹੋ ਗਈ। ਠੀਕ ਹੁੰਦਾ, ਤੁਸੀਂ ਚੱਲ ਪਿਆ। ਮਾਈਕ ਵੀ ਬੰਦ ਹੈ, ਵੀਡੀਓ ਵੀ ਬੰਦ ਹੈ। ਹਾਂ ਹੁਣ ਚੱਲ ਪਿਆ ਜੀ।
ਵੀਡੀਓ ਚੱਲ ਪਈ ਪਰ ਮਾਈਕ ਬੰਦ ਹੈ ਜੀ ਹਲੇ। ਹੋ ਗਿਆ, ਚੱਲ ਪਿਆ ਜੀ। ਹਾਂਜੀ ਹਾਂਜੀ, ਜਿਹੜੇ ਮੇਰੀ ਰਿਸਪੈਕਟ ਸਾਰੇ ਗੁਰੂਆਂ ਵਾਸਤੇ ਬਹੁਤ ਆ, ਪਰ ਜਿਹੜੀ ਟਾਈਮ ਟੂ ਟਾਈਮ ਮੇਰੇ ਮਨ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਪ੍ਰਤੀ ਜੋ ਭਾਵਨਾ ਆ ਉਹ ਬਹੁਤ ਬਾਰ-ਬਾਰ ਮੈਨੂੰ ਟੁੰਬਦੀ ਰਹਿੰਦੀ ਆ। ਇੱਕ ਤਾਂ ਜਿੱਥੇ ਉਹਨਾਂ ਨੇ ਗੁਰੂ ਦੀ ਜਾ ਕੇ ਸੇਵਾ ਕੀਤੀ ਉਹ ਕੁੜਮਦਾਰੀ ਚੋਂ ਸੀਗੇ ਜੀ। ਵਾਹਿਗੁਰੂ। ਦੂਸਰੀ ਉਮਰ ਦਾ ਲਹਿਜਾ ਜੀ ਉਹਨਾਂ ਦਾ। ਤੀਸਰਾ 12 ਸਾਲ ਸੇਵਾ ਕਰਨੀ, ਉਹ ਵੀ ਪੜਾ ਕਾਫੀ ਲੰਮਾ, ਮੇਰੇ ਖਿਆਲ 2-3 ਘੰਟਾ ਤੁਰ ਕੇ ਸਹਿਜੇ ਲੱਗਦੇ ਹੋਣਗੇ ਮਨ ਹਾਂਜੀ। ਫਿਰ ਉੱਥੇ ਰਹਿਣਾ ਕੁੜਮਾਂ 'ਚ, ਉਸ ਸਮੇਂ ਸਮਾਜ ਦੀਆਂ ਗੱਲਾਂ ਬਾਤਾਂ ਜਿਹੜੀਆਂ ਬਹੁਤ ਤਿੱਖੀਆਂ ਉਹਨਾਂ ਨੂੰ ਸੁਣਨੀਆਂ ਵੀ ਪੈਂਦੀਆਂ ਹੋਣਗੀਆਂ ਜੀ। ਫਿਰ ਤੁਸੀਂ ਦੱਸਿਆ ਉਹਨਾਂ ਨੇ ਗੁਰਬਾਣੀ ਦੇ ਲਈ ਉਹਨਾਂ ਨੇ ਮੰਜੀਆਂ ਪੀੜੇ ਸਥਾਪਿਤ ਕੀਤੇ। ਹਾਂਜੀ, ਇਹ ਵੀ ਬੜੀ ਵੱਡੀ ਕੋਸ਼ਿਸ਼ ਆ। ਦੂਸਰਾ ਫਿਰ ਸਮਾਜ ਦੇ ਪ੍ਰਤੀ ਵੀ ਉਹਨਾਂ ਨੇ, ਜਾਂ ਘੁੰਡ ਦੀ ਪ੍ਰਥਾ ਲਾ ਲਓ ਜਾਂ ਸਤੀ ਦੀ, ਇਹਦਾ ਵੀ ਸਮਾਜ ਨੇ ਵਿਰੋਧ, ਇਹ ਤੋਂ ਸੁਧਾਰਨ ਲਈ ਸਮਾਜ ਵਿਰੋਧ ਬਹੁਤ ਕੀਤਾ ਹੋਊਗਾ, ਉਹਨਾਂ ਨੂੰ ਵੀ ਬਹੁਤ ਗੱਲਾਂ ਸੁਣਨੀਆਂ ਪੈਣਗੀਆਂ। ਦੂਸਰੀ ਜਿਹੜੀ ਇੱਕ ਗੱਲ ਤੁਸੀਂ ਕੀਤੀ ਆ ਵੀ ਜਿਹੜੀ ਜਾਤ ਪਾਤ ਦਾ, ਉੱਚੀ ਜਾਤੀ ਵਾਲੇ ਨੀਵੀਂ ਨੂੰ ਜਾਂ ਪਾਣੀ ਦੇ ਕਿਸੇ ਵੇਲੇ ਵੀ ਕਿਸੇ ਵੀ ਫੈਸਿਲਿਟੀ ਦੀ ਨਹੀਂ ਉਹਨਾਂ ਨੂੰ ਸਹੂਲਤ ਸੀ ਤੇ ਉਹਨਾਂ ਨੇ ਬੌਲੀ ਸਾਹਿਬ ਬਣਾਈ। ਉਹ ਬਣਾ ਕੇ ਇਹਨਾਂ ਨੇ ਕਿਹਾ ਵੀ ਚਾਹੇ A ਹੋਵੇ ਚਾਹੇ B ਹੋਵੇ, ਸਰਕ ਨੂੰ ਇਹਦੇ ਚੋਂ ਹੈਗਾ। ਤੇ ਸੰਗਤ ਪੰਗਤ ਦਾ ਵੀ ਇਹ ਇਹਨਾਂ ਨੇ ਵੀ ਤੁਸੀਂ ਇੱਕੋ ਹੀ ਲੈਵਲ ਦੇ, ਕੋਈ ਪ੍ਰਮਾਤਮਾ ਦੇ ਜੋ ਜੀਵੀ ਪੈਦਾ ਕੀਤਾ ਹੈ ਉਹ ਉੱਚਾ ਨੀਵਾਂ ਨਹੀਂ ਹੈ, ਇੱਕੋ ਹੀ ਆਪਾਂ ਸਾਰੇ ਉਸ ਪ੍ਰਮਾਤਮਾ ਦੇ ਬੱਚੇ ਹਾਂ ਤੇ ਸਾਨੂੰ ਇੱਕੋ ਹੀ ਸੋਚ ਦੇ ਹਿਸਾਬ ਨਾਲ ਚੱਲਣਾ ਚਾਹੀਦਾ। ਬਹੁਤ ਉਹਨਾਂ ਨੇ ਤੇ ਸਭ ਤੋਂ ਲੰਮੀ ਇਹਨਾਂ ਦੀ ਉਮਰ ਹੋਈ ਹੈ ਤਾਂ ਤੁਸੀਂ ਦੱਸਦੇ ਵੀ 70-72 ਤੋਂ ਆਪਾਂ ਕਹਿੰਦੇ ਵੀ ਨਹੀਂ ਸਮਝ, ਪਰ ਇਹਨਾਂ ਨੇ ਕਿੰਨਾ ਕੁਛ ਲਿਖਿਆ, ਕਿੰਨਾ ਕੁਛ ਸੁਧਾਰ ਕੀਤਾ ਇਹਨਾਂ ਨੇ। ਮੇਰੀ ਬਹੁਤ ਹੀ ਇਹਨਾਂ ਪ੍ਰਤੀ ਸ਼ਰਧਾ ਰਹਿੰਦੀ ਆ ਤੇ ਮੇਰੀ ਸ਼ਰਧਾ ਨੂੰ ਕਾਇਮ ਕਰਨ ਲਈ ਥੋੜਾ ਜਿਹਾ ਹੋਰ ਪਾਓ ਤਾਂ ਕਿ ਮੇਰੀ ਸ਼ਰਧਾ ਸਦਾ ਹੀ ਬਣੀ ਰਹੇ। ਵਾਹਿਗੁਰੂ ਵਾਹਿਗੁਰੂ। ਇੱਦਾਂ ਹੀ ਬਣੀ ਜਾਣੀ ਹੈ ਅੰਕਲ ਜੀ। ਜਿਉਂ-ਜਿਉਂ ਅਸੀਂ ਗੁਰੂ ਕੀਆਂ ਬਾਤਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਹਾਂ ਤੇ ਕੋਸ਼ਿਸ਼ ਹੋਵੇ ਸਤਿਗੁਰੂ ਰਹਿਮਤ ਕਰਨ, ਜਿੱਥੇ ਦੋ ਸਿੱਖ ਆਪਸ ਵਿੱਚ ਬੈਠੇ ਹੋਣ, ਗੁਰੂ ਦੀ ਗੱਲ ਨਾ ਚੱਲੇ, ਗੁਰੂ ਪੰਥ ਦੀ ਗੱਲ ਨਾ ਚੱਲੇ, ਫਿਰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਸਿੱਖ ਕੀ ਹੁੰਦਾ ਹੈ। ਪੁਰਾਤਨ ਸਮਿਆਂ ਦੇ ਵਿੱਚ ਜਦੋਂ ਕੱਚੇ ਰਸਤੇ ਹੁੰਦੇ ਸੀ, ਕੱਚੇ ਰਸਤਿਆਂ 'ਚ ਆਪਾਂ ਦੇਖਦੇ ਸੀ ਕੋਈ ਵਿਅਕਤੀ ਨਾਲ ਮਿਲ ਗਿਆ, ਕਹਿੰਦੇ ਸੀ ਚਲੋ ਸਫ਼ਰ ਸੌਖਾ ਹੋ ਜਾਏਗਾ, ਜਾਨੀ ਗੱਲਾਂ ਬਾਤਾਂ ਕਰਦੇ ਜਾਵਾਂਗੇ ਪਤਾ ਨਹੀਂ ਲੱਗੇਗਾ। ਪਰ ਉਹ ਗੁਰਸਿੱਖਾਂ ਦੇ ਅੰਦਰ ਕੈਸੀ ਭਾਵਨਾ ਹੁੰਦੀ ਸੀ, ਕਹਿੰਦੇ ਹੁੰਦੇ ਸੀ ਜਾਂ ਗੁਰੂ ਦੀ ਗੱਲ ਸੁਣ ਲੈ ਜਾਂ ਸੁਣਾ ਦੇ। ਕਿਆ ਬਾਤ ਹੈ। ਹੁਣ ਆਨੰਦ ਤੇ ਤਦ ਬਣੇਗਾ ਜੇ ਅਸੀਂ ਬੱਚਿਆਂ 'ਚ ਮਿਹਨਤ ਕਰੀਏ। ਵਿਆਹ ਹੁੰਦਾ ਹੋਵੇ ਕਿਸੇ ਦਾ, ਤੁਸੀਂ ਦੇਖੋਗੇ ਵਿਆਹ ਦੇ ਵਿੱਚ 4 ਗੁਰਸਿੱਖ ਅੰਮ੍ਰਿਤਧਾਰੀ ਇਕੱਠੇ ਹੋ ਗਏ ਕਿਸੇ ਦੇ ਵਿਆਹ 'ਚ, 4 ਅੰਮ੍ਰਿਤਧਾਰੀ ਜੇ ਉੱਥੇ ਵਿਆਹ ਦੇ ਵਿੱਚ ਗੁਰੂ ਦੀ ਗੱਲ ਕਰਕੇ ਅੰਮ੍ਰਿਤ ਦਾ ਰਸ ਨਹੀਂ ਮਾਣ ਰਹੇ ਤਾਂ ਫਿਰ ਅੰਮ੍ਰਿਤਧਾਰੀ ਕੀ ਹੁੰਦਾ ਹੈ? ਇਹ ਅੱਜ ਸਾਨੂੰ ਸੋਚਣਾ ਪਵੇਗਾ। ਜੇ 4 ਅੰਮ੍ਰਿਤਧਾਰੀ ਗੁਰਸਿੱਖ 2 ਘੰਟੇ ਬੈਠੇ ਨੇ, ਚਲੋ ਕਾਰੋਬਾਰ ਦੀ ਗੱਲ ਕਰ ਲਈ, ਪਰਿਵਾਰ ਦੀ ਗੱਲ ਕਰ ਲਈ, ਪਰ ਗੁਰੂ ਦੀ ਗੱਲ ਕੋਈ, ਗੁਰੂ ਪੰਥ ਦੀ ਗੱਲ, ਉਹਦੇ 'ਚ ਇੱਕ ਨਿਯਮ ਹੋਵੇ ਕਿ ਗੁਰੂ ਦੀ ਗੱਲ 4 ਅੰਮ੍ਰਿਤਧਾਰੀ ਗੁਰਸਿੱਖ ਇਕੱਠੇ ਹੁੰਦੇ ਨੇ, ਗੱਲਾਂ ਕਰ ਰਹੇ ਨੇ, ਕਿ ਉਹਨਾਂ 'ਚ ਕੋਈ ਐਸੀ ਗੱਲ ਨਹੀਂ ਹੋਈ ਜਿਹੜੀ ਦੂਸਰੇ ਨੂੰ ਸਿੱਖਣ ਨੂੰ ਮਿਲਦੀ ਹੋਵੇ ਤੇ ਉਹਦੇ 'ਚ ਅੰਮ੍ਰਿਤ ਰਸ ਮਾਣਿਆ ਹੋਵੇ। ਤੇ ਜੇ ਇਸ ਤਰ੍ਹਾਂ ਦੀ ਰੁਚੀ ਨਹੀਂ, ਇਸ ਤਰ੍ਹਾਂ ਦਾ ਸਾਡੇ ਅੰਦਰ ਜਜ਼ਬਾ ਨਹੀਂ, ਤੇ ਫਿਰ ਬੈਠ ਕੇ ਵੀ ਕੀ ਕਰਨਾ ਹੈ, ਫਿਰ ਮਿਲ ਕੇ ਵੀ ਕੀ ਕਰਨਾ ਹੈ? ਫਿਰ ਤੇ ਆਪਣੇ ਗੁਰੂ ਨੂੰ ਮਿਲ ਕੇ ਰਹੀਏ, ਵਾਹਿਗੁਰੂ ਜੀ ਨੂੰ ਮਿਲ ਕੇ ਰਹੀਏ। ਇਹ ਜਜ਼ਬਾ ਸੱਚ ਜਾਣਿਓ ਜਿੰਨਾ ਬਚਪਨ ਤੋਂ ਭਰਿਆ ਜਾਏਗਾ, ਟੀਨੇਜ ਤੋਂ ਭਰਿਆ ਜਾਏਗਾ, ਇਹ ਜਵਾਨੀ ਵਿੱਚ ਪਰਪੱਕ ਹੁੰਦਾ ਜਾਏਗਾ। ਔਰ ਇਹ ਚਾਹੀਦਾ ਅੱਜ ਜਿੱਥੇ ਵੀ ਗੁਰਸਿੱਖ ਮਿਲਣ। ਇੱਕ ਮੇਰੇ ਪੰਕਤੀਆਂ ਨੇ ਜਿਹਨ 'ਚ ਆਈਆਂ, ਉਹ ਹੈ ਕਵੀ ਦੀਆਂ ਪੰਕਤੀਆਂ ਨੇ, ਮਿਲਣ ਵੇਲੇ ਹਰ ਬੰਦਾ ਪੁੱਛਦਾ ਹੈ ਤੇਰਾ ਮਿੱਤਰਾਰ ਪਰਿਵਾਰ ਕਿੰਨਾ। ਆਹ ਟੌਪਿਕ ਚੱਲਦੇ ਨੇ। ਮਿਲਣ ਵੇਲੇ ਹਰ ਬੰਦਾ ਪੁੱਛਦਾ ਹੈ ਤੇਰਾ ਮਿੱਤਰਾਰ ਪਰਿਵਾਰ ਕਿੰਨਾ, ਕਿੰਨਾ ਮਾਲ ਮੱਤਾ, ਕਿੰਨੀ ਗਾਈ ਮੋਝੀ, ਭੋਏ ਭਾਂਡਾ ਤੇ ਘਰ-ਬਾਰ ਕਿੰਨਾ। ਪਰ ਇਹ ਨਾ ਪੁੱਛਦਾ ਹੈ ਕੋਈ ਯਾਰ ਪੰਛੀ ਕਿ ਤੇਰਾ ਸਤਿਗੁਰੂ ਦੇ ਨਾਲ ਪਿਆਰ ਕਿੰਨਾ। ਗੁਰੂ ਦੀ ਗੱਲ ਹੋਵੇ, ਉਹਦੇ ਚੋਂ ਅੰਮ੍ਰਿਤਮਈ ਰਸ ਮਾਣਿਆ ਜਾਵੇ, ਤਦ ਤੇ ਅਸੀਂ ਅੰਮ੍ਰਿਤਧਾਰੀ ਹਾਂ।
ਜੇ ਸਾਨੂੰ ਅੰਮ੍ਰਿਤਮਈ ਰਸ ਮਾਣਨ ਦਾ ਜਜ਼ਬਾ ਕੋਈ ਨਹੀਂ, ਅੰਮ੍ਰਿਤਮਈ ਰਸ ਮਾਣਨ ਦੀ ਰੁਚੀ ਕੋਈ ਨਹੀਂ, ਅੰਮ੍ਰਿਤਮਈ ਰਸ ਮਾਣਨ ਦਾ ਸਾਡੇ ਅੰਦਰ ਉਹ ਖਿੱਚ ਕੋਈ ਨਹੀਂ, ਤੇ ਫਿਰ ਸੱਚ ਜਾਣਿਓ ਅਸੀਂ ਬਾਹਰੋਂ ਅੰਮ੍ਰਿਤ ਧਾਰੀ ਤਾਂ ਹਾਂ, ਅੰਦਰੋਂ ਬਣਨ ਵਿੱਚ ਹਾਲੇ ਕੋਈ ਨਾ ਕੋਈ ਘਾਟ ਹੈ। ਇਹ ਵੀ ਇੱਕ ਅਟਲ ਸਚਾਈ ਹੈ ਜੀ, ਸਾਈਕੋਲੋਜੀਕਲੀ ਪੁਆਇੰਟ ਹੈ। ਜੇ ਅਸੀਂ ਹਰ ਥਾਂ ਤੇ ਗੁਰੂ ਦੀ, ਗੁਰੂ ਪੰਥ ਦੀ ਗੱਲ ਕਰਾਂਗੇ, ਸਾਡੇ ਅੰਦਰ ਜਜ਼ਬਾ ਹੋਰ ਭਰੇਗਾ। ਜਿਉਂ-ਜਿਉਂ ਜਜ਼ਬਾ ਭਰਦਾ ਜਾਏਗਾ, ਤਿਉਂ-ਤਿਉਂ ਆਪਾ ਵਾਰਨ ਦੀ ਸਾਡੇ ਅੰਦਰ ਇੱਕ ਭਾਵਨਾ ਆਏਗੀ, ਤੇ ਆਪਾ ਵਾਰਨ ਦੇ ਵਿੱਚ ਸਾਡੇ ਅੰਦਰ ਇੱਕ ਇਹ ਚੀਜ਼ ਹੋਵੇ ਕਿ ਇਹਦਾ ਫਾਇਦਾ ਨੁਕਸਾਨ ਇਹ ਚੀਜ਼ਾਂ ਪਾਸੇ ਰੱਖਣੀਆਂ ਪੈਣਗੀਆਂ। ਫਾਇਦਾ ਹੋਵੇ ਨਾ ਹੋਵੇ, ਨੁਕਸਾਨ ਝੱਲਣਾ ਪਵੇ, ਕੋਈ ਗੱਲ ਨਹੀਂ, ਪਰ ਇਹ ਸਾਡਾ ਫਰਜ਼ ਹੈ ਕਿ ਅਸੀਂ ਗੁਰੂ ਦੇ ਲਈ ਕੁਝ ਤੁਰੀਏ। ਭੈਣ ਸੁਖਜਿੰਦਰ ਕੌਰ, ਤੁਸੀਂ ਕੁਝ ਕਹਿਣਾ ਚਾਹੋਗੇ ਭੈਣਾ? ਓਕੇ, ਹਾਂਜੀ, ਮਾਈਕ ਔਨ ਕਰ ਲਓ। ਖਾਲਸਾ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮੇਰੇ ਸਾਰੇ ਪਰਿਵਾਰ ਨੂੰ ਸਪੈਸ਼ਲੀ ਜਿਹੜੇ ਸਿੱਖ ਕਲਾਸਾਂ ਉਹਨਾਂ ਸਾਰਿਆਂ ਲਈ ਬੇਨਤੀ ਹੋਈ ਆ, ਉਹ ਆਪਾਂ ਸਾਰੇ ਰਲ ਮਿਲ ਕੇ ਵੀ ਇਹ ਪਾਲਣ ਕਰੀਏ ਵੀ ਜਿਵੇਂ ਆਪਾਂ ਦਸਵੰਧ ਦੇਣ ਦਾ, ਗੁਰਗਿਆਨ ਖਜ਼ਾਨਾ ਵੰਡਣ ਲਈ ਭਾਈ ਸਾਹਿਬ ਦੀ ਮਦਦ ਕਰੀਏ। ਜਿਵੇਂ ਮੈਂ ਪਾਲਣ ਕੀਤਾ ਵੀ ਮੇਰਾ ਪਰਿਵਾਰ ਹਰ ਮਹੀਨੇ ਫਿਕਸ ਵੀ $50 ਦਿਆ ਕਰੂਗਾ। ਵੀ ਇਹ ਜਦੋਂ ਵੀ ਇਸ ਤਰੀਕੇ ਨਾਲ ਵੀ ਆਪਾਂ ਆਪਦੇ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਜੋੜ ਸਕਦੇ ਹਾਂ। ਦੂਜਾ ਵੀ ਜਿਵੇਂ ਭਾਈ ਸਾਹਿਬ ਆਪਣਾ ਟਾਈਮ ਕੱਢ ਕੇ ਇੰਨਾ ਆਪਣੇ ਲਈ ਕਰ ਰਹੇ ਆ, ਵੀ ਆਪਾਂ ਵੀ ਇਹਨਾਂ ਦੀ ਮਦਦ ਕਰੀਏ। ਤੇ ਆਈ ਹੋਪ ਤੁਸੀਂ ਸਾਰੇ ਜਣੇ ਇਸ ਚੀਜ਼ ਨਾਲ ਸਹਿਮਤ ਹੋਵੋਗੇ। ਮੇਰੀ ਇੰਨੀ ਹੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸੁਖਜਿੰਦਰ ਭੈਣਾ ਤੁਹਾਡਾ। ਸਰਦਾਰ ਜੋਗਿੰਦਰ ਸਿੰਘ ਜੀ ਢਿੱਲੋਂ ਅੰਕਲ ਜੀ ਕੁਝ ਕਹਿਣਾ ਚਾਹੁੰਦੇ? ਹਾਂਜੀ ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਸੀ, ਪਹਿਲਾਂ ਵੀ ਇੱਕ ਬੀਬੀ ਜੀ ਨੇ ਗੱਲ ਕੀਤੀ ਸੀ, ਤੇ ਦੇਖੋ ਹੈ ਤਾਂ ਗੁਰੂ ਮਾਲਕ ਦਾ ਹੀ ਸਾਰਾ ਕੁਛ ਹੈ ਬਹੁਤ, ਪਰ ਇਹਨਾਂ ਦੀਆਂ ਗੱਲਾਂ ਜਿਹੜਾ ਤੁਸੀਂ ਸਮਾਂ ਜਿਹੜਾ ਇਹਨਾਂ ਦਿੰਦੇ ਆ, ਇਹ ਬਹੁਤ ਵੱਡੀ ਗੱਲ ਆ। ਕਿ ਇਹਦੇ ਲਈ ਮੈਂ ਕੋਸ਼ਿਸ਼ ਕੀਤੀ ਸੀ ਤੁਹਾਡੇ ਗੁਰਗਿਆਨ TV ਵਾਲੇ ਦੇ ਕਾਲ ਪੇ ਤੇ ਪਾਲ ਪੇ, ਪਰ ਉਹ ਗਿਆ ਨਹੀਂ, ਥਰੂ ਨਹੀਂ ਹੋ ਰਿਹਾ। ਤੇ ਉਹਦੇ ਲਈ ਕੀ ਹੋਰ ਕੋਈ ਤੁਹਾਡਾ? ਹਾਂਜੀ, ਤੁਹਾਨੂੰ ਟ੍ਰਾਂਸਫਰ ਵਾਸਤੇ ਅਸੀਂ ਈਮੇਲ ਭੇਜ ਦੇਵਾਂਗੇ ਜੀ। ਗੁਰਗਿਆਨ ਲਰਨਿੰਗ ਸੈਂਟਰ ਜੀ ਦੇ ਥਰੂ ਅਸੀਂ ਇਹ ਐਕਟੀਵਿਟੀਜ਼ ਕਰਦੇ ਆ, ਤੇ ਉਹ ਮੈਂ ਕੱਲੇ ਦੇ WhatsApp ਦੇ ਉੱਪਰ ਤੁਹਾਡੇ ਭੇਜ ਦਿਆਂਗੇ, ਤੁਹਾਡੇ ਜਿਹੜੇ ਚਾਹੁੰਦੇ ਆ। ਤੇ ਉਹਦੇ 'ਚ ਜੋ ਕੁਛ ਵੀ ਡਾਕਟਰ ਸਾਹਿਬ ਹੋਰੀ ਆਲਰੇਡੀ ਆਪਾਂ ਨੂੰ ਜਿਹੜਾ ਹੈ ਉਹ ਲਰਨਿੰਗ ਸੈਂਟਰ ਵਾਸਤੇ ਡਾਕਟਰ ਸ਼ਿੰਦਰ ਸਿੰਘ ਜੀ ਹੋਰੀ ਜਿਹੜੇ ਨੇ ਕਲਾਸ ਵਿੱਚ ਨੇ, ਉਹ ਤਕਰੀਬਨ $100 ਇਹਨਾਂ ਦਾ ਜਿਹੜਾ ਹੈ ਉਹ ਆਉਂਦਾ ਹੈ ਕਲਾਸ ਦੇ ਵਿੱਚ। ਇਹ ਐਸਟਾਬਿਨ ਦੇ ਵਿੱਚ ਰਹਿੰਦੇ ਨੇ ਜੀ, ਤੁਸੀਂ ਸਕਰੀਨ ਤੋਂ ਦੇਖ ਰਹੇ ਹੋ। ਔਰ ਇਹ ਬਾਰਡਰ ਦੇ ਉੱਪਰ ਜਿਹੜਾ ਐਸਟਾਬਿਨ ਵਾਲਾ ਅਮਰੀਕਾ ਦਾ ਬਾਰਡਰ ਹੈ, ਉਹਦੇ 'ਚ ਇਹ ਡਾਕਟਰ ਨੇ, ਵੈਟਰਨਰੀ ਡਾਕਟਰ ਨਹੀਂ, ਫੈਡਰਲ ਦੀ ਜੌਬ ਹੈ ਇਹਨਾਂ ਦੀ। ਸਸਕੈਚਵਨ ਦੇ ਇੰਚਾਰਜ ਨੇ ਪੂਰੇ। ਜਿੰਨੇ ਵੀ ਐਨੀਮਲਸ ਜਿਹੜੇ ਨੇ ਅਮਰੀਕਾ ਤੋਂ ਕੈਨੇਡਾ ਐਂਟਰ ਹੁੰਦੇ ਨੇ, ਕੈਨੇਡਾ ਤੋਂ ਅਮਰੀਕਾ ਜਾਂਦੇ ਨੇ, ਉਹ ਇਹਨਾਂ ਦੇ ਸਾਈਨ ਜਿਹੜੇ ਹੁੰਦੇ ਨੇ ਉਸ ਤੋਂ ਬਾਅਦ ਹੀ ਉਹ ਐਂਟਰ ਕਰ ਸਕਦੇ ਨੇ। ਸਸਕੈਚਵਨ ਦੇ ਵਿੱਚ ਜਿਤਨੇ ਇਹ ਨੇ ਫੈਡਰਲ ਦੇ ਡਿਪਾਰਟਮੈਂਟ ਦੇ 25 ਦੇ ਕਰੀਬ ਸ਼ਾਇਦ ਡਾਕਟਰ ਨੇ, ਉਹ ਸਾਰੇ ਇਹਨਾਂ ਦੇ ਅੰਡਰ ਨੇ। ਤੇ ਔਰ $100 ਇਹ ਵੀ ਜਿਹੜਾ ਹੈ ਉਹ ਸੇਵਾ ਭੇਜ ਰਹੇ ਨੇ। ਤੇ ਤੁਹਾਡਾ ਧੰਨਵਾਦ ਜੀ। ਜਿਹੜੇ ਵੀ ਕਰਨਾ ਚਾਹਣਗੇ, ਚਲੋ ਉਹਦੇ ਨਾਲ ਥੋੜਾ ਹੋਰ ਸੌਖਾ ਹੋ ਜਾਏਗਾ। ਤੇ ਸਤਿਗੁਰੂ ਬਿਲਕੁਲ ਜੀ, ਬਿਲਕੁਲ ਇਹ ਚਾਹੀਦਾ। ਇਹ ਤਾਂ ਤੁਸੀਂ ਜੋ ਉਹ ਪ੍ਰੋਗਰਾਮ ਜਿੰਨੇ ਇਹ ਹੋਰ ਸਾਰੂ ਹੋ ਸਕਦੇ, ਬੜਾ ਕੁਛ ਇਹਦੇ ਵਿੱਚ ਜੋ ਵੀ ਆਪਾਂ ਇਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹ ਪੁਆਇੰਟ ਰੱਖਿਆ ਜੀ। ਧੰਨਵਾਦ ਜੀ। ਤੁਹਾਡੇ ਚੋਂ ਜਿਹੜੇ ਵੀ ਚਾਹਣਗੇ ਜੀ, ਬੱਚੇ ਜਿਨ੍ਹਾਂ ਦੇ ਹੈਗੇ ਨੇ ਉਹ ਤਕਰੀਬਨ ਭੇਜ ਹੀ ਰਹੇ ਨੇ, ਤੇ ਬਾਕੀ ਜਿਹੜੇ ਵੀ ਚਾਹਣਗੇ ਉਹ ਮੈਨੂੰ ਆਪਣੇ WhatsApp ਦੇ ਉੱਪਰ, ਮੇਰੇ WhatsApp ਦੇ ਉੱਪਰ ਇੱਕ ਵਾਰੀ ਭੇਜ ਦੇਣਾ ਤੁਸੀਂ ਮੈਸੇਜ, ਫਿਰ ਤੁਹਾਨੂੰ ਈਮੇਲ ਜਿਹੜੀ ਹੈ ਉਹ ਭੇਜ ਦਿੱਤੀ ਜਾਏਗੀ ਟ੍ਰਾਂਸਫਰ ਵਾਸਤੇ ਜੀ। ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ। ਹੁਣ ਆਪਾਂ ਜਾਣੀ ਮੰਡੇ ਨੂੰ ਨਾਈਟ ਯਾਦ ਰੱਖਣਾ ਹੈਗਾ, ਕਿ ਮੰਡੇ ਵਾਲੇ ਦਿਨ ਸਾਨੂੰ ਯਾਦ ਰਹਿ ਜਾਵੇ ਕਿ ਕੱਲ ਨੂੰ ਗੁਰਪੁਰਬ ਆਉਣਾ ਹੈ, ਟਿਊਜ਼ਡੇ ਨੂੰ, ਤੇ ਉੱਠਦੇ ਹੀ ਵਧਾਈਆਂ ਦਈਏ। ਤੇ ਇੱਕ ਆਪਾਂ ਸਾਰੇ ਇੱਦਾਂ ਕਰੀਏ ਕਿ ਟਿਊਜ਼ਡੇ ਵਾਲੇ ਦਿਨ ਜਦੋਂ ਆਪਾਂ ਉੱਠਾਂਗੇ, ਟਿਊਜ਼ਡੇ ਵਾਲੇ ਦਿਨ ਉੱਠਣ ਲੱਗਿਆਂ ਪਹਿਲਾਂ 5 ਵਾਰੀ
ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ, ਤੁਹਾਡਾ ਬੇਅੰਤ ਸ਼ੁਕਰ ਹੈ। 5 ਵਾਰੀ ਕਹਿ ਕੇ ਫਿਰ ਆਪਾਂ ਬੈੱਡ ਤੋਂ ਉੱਠਾਂਗੇ। ਸਟਿੱਕੀ ਨੋਟ ਲਾ ਲਿਓ, ਚਾਹੇ ਅਲਾਰਮ ਲਾ ਲਿਓ, ਰਿਮਾਈਂਡਰ ਲਾ ਲਿਓ। ਜੇ ਯਾਦ ਆ ਗਿਆ ਤਾਂ ਵਾਹਿਗੁਰੂ ਜੀ ਦਾ ਸ਼ੁਕਰ, ਵਾਹਿਗੁਰੂ ਜੀ ਖੁਸ਼ ਹੋ ਗਏ। ਜੇ ਭੁੱਲ ਗਏ ਤਾਂ ਫਿਰ ਕੰਨਾਂ ਨੂੰ ਹੱਥ ਲਾ ਕੇ ਵਾਹਿਗੁਰੂ ਜੀ ਮਾਫ ਕਰ ਦੇਣਾ। ਪਰ ਜਦੋਂ ਵੀ ਯਾਦ ਆ ਗਿਆ ਉਦੋਂ ਹੀ ਅਸੀਂ 5 ਵਾਰੀ ਸ਼ੁਕਰਾਨਾ ਜ਼ਰੂਰ ਕਰਾਂਗੇ। ਅੱਜ ਜਿਹੜੇ ਬੱਚੇ ਨੇ ਕਲਾਸ ਵਿੱਚ ਉਹ ਬੜੇ ਮੋਟੀਵੇਟਡ ਨੇ, ਉਹ ਆਪਣੇ ਮਾਪਿਆਂ ਨੂੰ ਸੁਣਾਉਣਗੇ ਸਾਰੇ। ਉਸ ਦਿਨ ਅਰਦਾਸ ਹੋਏਗੀ। ਪਿਛਲੀ ਵਾਰ ਫੋਟੋਆਂ ਭੇਜੀਆਂ ਸੀ ਤੇ ਮੈਂ ਇਸ ਕਲਾਸ ਦੇ ਜਿੰਨੇ ਪਰਿਵਾਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ, ਤੁਸੀਂ ਵੀ ਕੋਸ਼ਿਸ਼ ਕਰਿਓ ਜੇ ਗੁਰਪੁਰਬ ਮਨਾਉਂਦਿਆਂ ਦੀ ਫੋਟੋ ਭੇਜਦੇ ਹੋ ਤੇ ਉਸ ਪੋਸਟਰ ਦੇ ਨਾਲ ਹੋ ਸਕਦਾ ਹੈ ਕਿ ਤੁਹਾਨੂੰ ਗੁਰਪੁਰਬ ਮਨਾਉਂਦਿਆਂ ਨੂੰ ਦੇਖ ਕੇ ਹੋਰ 5-7 ਜਣਿਆਂ ਨੂੰ ਚਾਓ ਜਾਗੇ ਕਿ ਅਸੀਂ ਵੀ ਆਪਣੇ ਘਰ ਵਿੱਚ ਗੁਰਪੁਰਬ ਮਨਾਈਏ। ਉਹਦਾ ਤੁਹਾਨੂੰ ਪਤਾ ਨਹੀਂ ਲੱਗਣਾ, ਇਹੀ ਗੁਪਤ ਸੇਵਾ ਹੁੰਦੀ ਹੈ। ਗੁਪਤ ਸੇਵਾ ਹੁੰਦੀ ਹੈ ਜਿਹੜੀ ਸਾਨੂੰ ਨਹੀਂ ਪਤਾ ਕੌਣ ਸਾਡੇ ਤੋਂ ਕਦੋਂ ਪ੍ਰਭਾਵਿਤ ਹੋ ਕੇ ਕਦੋਂ ਤੁਰ ਪਿਆ। ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਅਗਲੇ ਹਫਤੇ ਫਿਰ ਮਿਲਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।